ਜੇ ਆਪਾਂ ਬੇਸਿਕ ਟਰਮਸ ਦੇ ਵਿੱਚ ਦੇਖੀਏ ਤੇ ਐਥਨੀਸਿਟੀ ਹੈ ਕੀ? ਸਾਡੀ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਅਸੀਂ ਐਥਨੀਸਿਟੀ ਨੂੰ ਰੇਸ ਦੇ ਨਾਲ ਕਨਫਿਊਜ਼ ਕਰ ਲੈਂਦੇ ਹਾਂ। ਐਥਨੀਸਿਟੀ ਆਪਣੇ ਆਪ 'ਚ ਇੱਕ ਬੜਾ ਕੰਪਲੈਕਸ ਸਟਰਕਚਰ ਆ। ਜਿਹੜੀ ਐਥਨੀਸਿਟੀ ਆ ਉਹ ਤੁਹਾਡੇ ਨਿੱਜੀ ਆ, ਤੁਸੀਂ ਡਿਸਾਈਡ ਕਰਨਾ ਕਿ ਤੁਹਾਡੀ ਐਥਨੀਸਿਟੀ ਕੀ ਆ। ਜੀ ਦੇਖਣ ਵਾਲੇ ਲੋਕ ਹੋ ਸਕਦਾ ਤੁਹਾਨੂੰ ਕੁਝ ਹੋਰ ਸਮਝਣ, ਪਰ ਤੁਸੀਂ ਡਿਸਾਈਡ ਕਰਨਾ ਕਿ ਤੁਹਾਡੀ ਐਥਨੀਸਿਟੀ ਕੀ ਆ। ਸਵਾਲ ਜਿਹੜਾ ਆਇਆ ਹੈਗਾ ਕਿ ਤੁਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਐਥਨੀਸਿਟੀ ਦੇ ਵਿੱਚ ਕਰਕੇ ਛੋਟਾ ਕਰ ਰਹੇ ਹੋ। ਲਾਈਨ ਸਾਰੇ ਪੜ੍ਹ ਦਿੰਦੇ ਆ, ਮਾਰਿਆ ਸਿੱਖਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਚਲਾਇਆ ਮੀਨ ਗਾਂ ਚੱਲਦੇ ਆ। ਇੱਥੇ ਗੁਰੂ ਨਾਨਕ ਦੀ ਸਿੱਖੀ ਦਾ ਇੱਕ ਸਿਧਾਂਤ ਹੈ ਜੀ ਜਿਹੜਾ ਕਿ ਹੋਰ ਕਿਸੇ ਧਰਮ 'ਚ ਨਹੀਂ। ਹੁਣ ਜਿਹੜੀ ਗੁਰੂ ਨਾਨਕ ਦੀ ਸਿੱਖੀ ਦੀ ਆਧਾਰਸ਼ਿਲਾ ਬਣੀ, ਇਹ ਬਣੀ ਗੁਰੂ ਗ੍ਰੰਥ ਗੁਰੂ ਪੰਥ। ਗੁਰੂ ਪੰਥ ਦੀ ਵਿਆਖਿਆ ਇਹ ਅੰਗਰੇਜ਼ੀ 'ਚ ਨਹੀਂ ਹੋ ਸਕਦੀ। ਸਿੱਖ ਕੌਮ ਦਾ ਕੌਮੀ ਸਰੂਪ ਆ ਖਾਲਸਾ ਪੰਥ, ਇਹਦੀ ਅੰਗਰੇਜ਼ੀ ਕਿੱਥੋਂ ਲਿਆਉਂਗੇ? ਕਿੰਨਾ ਪੁਆਇੰਟਸ ਕਰਕੇ ਕੋਈ ਜਿਹੜੀ ਕੌਮ ਹੈ ਜਾਂ ਕੋਈ ਐਥਨਿਕ ਗਰੁੱਪ ਜਿਹੜਾ ਹੈ ਉਹ ਕ੍ਰੀਏਟ ਹੁੰਦਾ ਹੈ? ਪਹਿਲੀ ਫੀਚਰ ਹੈ ਸ਼ੇਅਰਡ ਹਿਸਟਰੀ। ਹੁਣ ਸਿੱਖਾਂ ਦੇ ਕੋਲ ਆਪਣਾ ਇੱਕ ਬਹੁਤ ਲੰਬਾ ਚੌੜਾ ਵੱਡਾ ਇਤਿਹਾਸ ਹੈ, ਕਾਮਨ ਕਲਚਰਲ ਟ੍ਰੈਡੀਸ਼ਨ ਜਿਹਨਾਂ ਨੂੰ ਆਪਾਂ ਵਿਰਸਾ ਵੀ ਕਹਿ ਦਿੰਦੇ ਆ। ਪ੍ਰੋਬਲਮ ਕਿੱਥੇ ਆ ਕਿ ਅਸੀਂ ਪੰਜਾਬੀ ਵਿਰਸੇ ਨੂੰ ਹੀ ਸਿੱਖ ਵਿਰਸਾ ਸਮਝਣਾ ਸ਼ੁਰੂ ਕਰ ਦਿੱਤਾ ਔਰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਜਿਹੜਾ ਸਿੱਖਾਂ ਦਾ ਹੀਰੋ ਆ ਉਹ ਰਾਂਝਾ ਨਹੀਂ ਹੋ ਸਕਦਾ, ਉਹ ਮਹੀਵਾਲ ਨਹੀਂ ਹੋ ਸਕਦਾ, ਉਹ ਬਾਬਾ ਬੰਦਾ ਸਿੰਘ ਬਹਾਦਰ ਹੀ ਹੋਊਗਾ। 1699 'ਚ ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਪੰਥ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਿਹਾ ਕਿ ਰਾਜ ਕਰੇਗਾ ਖਾਲਸਾ। ਬੰਦਾ ਸਿੰਘ ਬਹਾਦਰ ਜਦੋਂ ਖਾਲਸਾ ਰਾਜ ਦੀ ਸਥਾਪਨਾ ਕਰਦੇ ਆ, ਉਹ ਵੀ ਆਪਣੀ ਪਾਰਲੀਮੈਂਟ ਦਾ ਨਾਂ ਰੱਖਦੇ ਦਰਬਾਰੇ ਖਾਲਸਾ। ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਸਿੱਖ ਬਾਦਸ਼ਾਹ ਬਣਦੇ ਆ ਜੀ, ਤੇ ਉਹ ਵੀ ਚਲਾਉਂਦੇ ਸਰਕਾਰੇ ਖਾਲਸਾ ਜੀ। ਇਹ ਮਹਾਤਮਾ ਗਾਂਧੀ ਨੇ ਸਿੱਖ ਖਾਲਸੇ 'ਚ ਨਖੇੜਾ ਪਾਇਆ ਸੀ ਜੀ। ਤੁਸੀਂ ਇਰਿਸ਼ ਸਿੱਖ ਹੋ, ਤੁਸੀਂ ਸਕਾਟਿਸ਼ ਸਿੱਖ ਹੋ। ਜੇ ਤੁਸੀਂ ਇਰਿਸ਼ ਸਿੱਖ ਔਰ ਸਕਾਟਿਸ਼ ਸਿੱਖ ਹੋ ਨਾ, ਫਿਰ ਤੁਸੀਂ ਸਿੱਖ ਨਹੀਂ ਹੈਗੇ, ਫਿਰ ਤੁਸੀਂ ਅਜੇ ਵੀ ਆਇਰਿਸ਼ ਤੇ ਅਜੇ ਵੀ ਸਕਾਟਿਸ਼ ਹੋ ਜੀ। ਸਿੱਖੀ ਵਿੱਚ ਆਉਣ ਲਈ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਔਰ ਕੈਟਾਗਰੀਜ਼ ਆ ਜੀ, ਜਦੋਂ ਪੰਜ ਪਿਆਰੇ ਤੁਹਾਨੂੰ ਅੰਮ੍ਰਿਤ ਛਕਾਉਂਦੇ ਹੈਗੇ ਆ, ਖੰਡੇ ਬਾਟੇ ਦੀ ਪੌਲ ਦਿੰਦੇ ਆ, ਤੇ ਉਹ ਕਹਿੰਦੇ ਕਿ ਅੱਜ ਤੋਂ ਬਾਅਦ ਤੁਹਾਡਾ ਪੁਰਾਣਾ ਧਰਮ, ਕੁੱਲ, ਜਾਤ ਸਾਰਾ ਕੁਝ ਖਤਮ ਹੈਗਾ। ਅੱਜ ਤੋਂ ਜਿਹੜੇ ਤੁਸੀਂ ਵਾਸੀ ਹੈਗੇ ਆ ਅਨੰਦਪੁਰ ਸਾਹਿਬ ਦੇ, ਤੁਹਾਡੇ ਮਾਤਾ ਨੇ ਮਾਤਾ ਸਾਹਿਬ ਕੌਰ ਜੀ, ਤੁਹਾਡੇ ਪਿਤਾ ਨੇ ਧਾਰਮਿਕ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ। ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੈਂਸਸ ਨੂੰ ਲੈ ਕੇ ਜਿਹੜੇ ਪ੍ਰੋਗਰਾਮਸ ਨੇ ਉਹ ਸਮੇਂ-ਸਮੇਂ ਤੇ ਜਿਹੜੇ ਅਕਾਲ ਚੈਨਲ ਵੱਲੋਂ ਕੀਤੇ ਜਾ ਰਹੇ ਨੇ, ਕਿਉਂਕਿ ਜਿਹੜੀ ਮਰਦਮਸ਼ੁਮਾਰੀ ਹੋ ਰਹੀ ਹੈ ਉਸ ਦੇ ਵਿੱਚ ਸਿੱਖਾਂ ਦਾ ਵੀ ਪਾਰਟਿਸਿਪੇਸ਼ਨ ਕਰਨਾ ਉਨਾ ਹੀ ਜ਼ਰੂਰੀ ਹੈ ਜਿੰਨਾ ਕਿ ਬਾਕੀ ਦੀਆਂ ਕੌਮਾਂ ਦਾ। ਸਗੋਂ ਉਹਦੇ ਨਾਲੋਂ ਵੀ ਜ਼ਿਆਦਾ ਜ਼ਰੂਰਤ ਤਾਂ ਕਰਕੇ ਬਣ ਜਾਂਦੀ ਹੈ ਕਿ ਅਸੀਂ ਇਸ ਮੁਲਕ ਦੇ ਵਿੱਚ ਘੱਟ ਗਿਣਤੀ ਦੇ ਵਿੱਚ ਹਾਂ। ਤੇ ਸੈਂਸਸ ਦੇ ਜੋ ਪਿਛਲੇ ਪ੍ਰੋਗਰਾਮ ਹੋਏ ਉਹਨਾਂ ਨੂੰ ਲੈ ਕੇ ਕੁਝ ਸਵਾਲ ਵੀ ਦਰਸ਼ਕਾਂ ਦੇ ਜਿਹੜੇ ਆਏ ਨੇ, ਉਹ ਵੀ ਅਸੀਂ ਉਹਨਾਂ ਦੇ ਵੀ ਜਵਾਬ ਅੱਜ ਭਾਲਣੇ ਨੇ, ਤੇ ਹੋਰ ਥੋੜ੍ਹਾ ਡੈਪਥ ਦੇ ਵਿੱਚ ਇਸ ਦੇ ਵਿੱਚ ਆਪਾਂ ਜਾ ਕੇ ਦੇਖਣਾ ਹੈ ਕਿ ਕਿੱਧਰ ਵੱਲ ਨੂੰ ਜਾਂ ਇਸ ਦੀ ਹੋਰ ਅਸਲ ਗਹਿਰਾਈ ਕੀ ਹੈ ਜਾਂ ਇਹਦੇ ਅਸਲ ਮਤਲਬ ਕੀ ਨੇ। ਇਹ ਸਾਰਾ ਕੁਝ ਅਸੀਂ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਹੈ। ਤੇ ਸਾਡੇ ਨਾਲ ਇਹਨਾਂ ਸਾਰੇ ਸਵਾਲਾਂ ਦੇ ਡੀਪਲੀ ਜਵਾਬ ਦੇਣ ਲਈ, ਐਨਾਲਾਈਸਿਸ ਕਰਨ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਜਥੇਦਾਰ ਮਹਿੰਦਰ ਸਿੰਘ ਜੀ, ਤੇ ਉਹਨਾਂ ਦੇ ਨਾਲ ਨੇ ਬੀਬੀ ਕਿਰਨਪ੍ਰੀਤ ਜੀ। ਆਓ ਉਹਨਾਂ ਦਾ ਸਵਾਗਤ ਕਰੀਏ। ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬੀਬੀ ਕਿਰਨਪ੍ਰੀਤ ਕੌਰ ਜੀ, ਤੁਹਾਡੇ ਤੋਂ ਆਪਾਂ ਸ਼ੁਰੂ ਕਰਦੇ ਹੈਗੇ ਆ। ਪਹਿਲਾਂ ਤਾਂ ਥੋੜ੍ਹਾ ਜਿਹਾ ਤੁਸੀਂ ਬਰੀਫਲੀ ਇਹ ਦੱਸੋ ਕਿ ਸੈਂਸਸ ਹੈ ਕੀ ਹੈ, ਕੀ ਇਹਦੇ ਨਾਲ ਮਤਲਬ ਹੋਵੇਗਾ ਜੇ ਆਪਾਂ ਪਾਰਟਿਸਿਪੇਟ ਕਰਦੇ ਹਾਂ ਜਾਂ ਨਹੀਂ ਕਰਦੇ, ਕਿੰਨੀ ਕੁ ਜ਼ਰੂਰੀ ਹੈਗੀ ਹੈ? ਜਿਹੜਾ ਸੈਂਸਸ ਹੁੰਦਾ ਨਾ ਜੀ, ਉਹ ਪਾਲਿਸੀ ਮੇਕਿੰਗ ਦਾ ਇੱਕ ਬੜਾ ਇੰਪੋਰਟੈਂਟ ਫੈਕਟਰ ਹੁੰਦਾ ਆ ਜੀ। ਪਾਲਿਸੀ ਮੇਕਿੰਗ ਇੱਦਾਂ ਕਿ ਜਦੋਂ ਜਿਹੜੀਆਂ ਗਵਰਨਮੈਂਟਸ ਹੁੰਦੀਆਂ ਉਹ ਸਮੇਂ-ਸਮੇਂ ਤੇ ਦੇਖਦੇ ਰਹਿੰਦੇ ਆ ਆਦਮੀ ਕਿੰਨੇ ਆ, ਔਰਤਾਂ ਕਿੰਨੀਆਂ, ਕਿਸ ਰਿਲੀਜਨ ਨੂੰ ਕਿੰਨੇ ਲੋਕ ਬਿਲੋਂਗ ਕਰਦੇ ਆ, ਤਾਂ ਬੇਸਿਕਲੀ ਉਹ ਕਾਊਂਟਿੰਗ ਹੁੰਦੀ ਆ ਜੀ। ਉਹਨਾਂ ਕਾਊਂਟਿੰਗਸ ਦੇ ਆਧਾਰ ਦੇ ਉੱਤੇ ਤੁਹਾਡੇ ਰਿਸੋਰਸਿਸ ਡਿਸਾਈਡ ਹੋਣੇ ਹੁੰਦੇ ਆ ਨਾ, ਬੇਸਿਕਲੀ ਜੋ ਵੀ ਤੁਹਾਨੂੰ ਐਲੋਕੇਟ ਹੋਣਾ ਉਹ ਡਿਸਾਈਡ ਹੋਣਾ ਹੁੰਦਾ। ਸੋ ਸੈਂਸਸ ਦੇ ਵਿੱਚ ਜੇ ਤੁਸੀਂ ਆਪਣਾ ਪਾਰਟ ਨਹੀਂ ਲੈਂਦੇ ਤਾਂ ਉਹ ਬੇਸਿਕਲੀ ਤੁਸੀਂ ਫਿਰ ਕਾਊਂਟ ਨਹੀਂ ਹੁੰਦੇ, ਹੈ ਨਾ। ਇੱਕ ਬੜੀ ਪਿਆਰੀ ਲਾਈਨ ਆ ਇੱਥੇ ਲਿਖੀ ਹੋਈ, ਉਹਨਾਂ ਨੇ, ਮੈਂ ਤੁਹਾਨੂੰ ਨਾਮ ਦੱਸ ਦਿੰਦੀ ਹਾਂ, ਬਲਦੇਵ ਸਿੰਘ ਹੋਣਾ ਦਾ ਇੱਕ ਆਰਟੀਕਲ ਸੀਗਾ, ਤੇ ਮੈਨੂੰ ਲਾਈਨ ਬੜੀ ਪਿਆਰੀ ਲੱਗੀ। ਮੈਨੂੰ ਲੱਗਾ ਕਿ ਆਪਾਂ ਨੂੰ ਇਨਕਲੂਡ ਜ਼ਰੂਰ ਕਰਨੀ ਚਾਹੀਦੀ। ਉਹਨਾਂ ਨੇ ਲਿਖਿਆ ਕਿ ਇਫ ਯੂ ਆਰ ਨਾਟ ਕਾਊਂਟਡ ਯੂ ਡੂ ਨਾਟ ਕਾਊਂਟ। ਜੇ ਤੁਸੀਂ ਗਿਣੇ ਨਹੀਂ ਜਾਂਦੇ ਤਾਂ ਫਿਰ ਤੁਸੀਂ ਗਿਣਤੀ 'ਚ ਨਹੀਂ ਆਉਂਦੇ, ਕਿਉਂਕਿ ਜੇ ਤੁਸੀਂ
ਯੂ ਡੂ ਨਾਟ ਕਾਊਂਟ ਦਾ ਮਤਲਬ ਸਿਰਫ ਇੰਨਾ ਕੀ ਹੁੰਦਾ ਆ ਕਿ ਫਿਰ ਤੁਹਾਡਾ ਕੋਈ ਤੁਹਾਡੀ ਗਿਣਤੀ ਨਹੀਂ ਆਉਂਦੀ, ਮਤਲਬ ਜੇ ਤੁਸੀਂ ਤੁਸੀਂ ਜਦੋਂ ਰਿਸੋਰਸਸ ਐਲੋਕੇਟ ਹੋਣੇ ਆ, ਜਿੱਦਾਂ ਹੁਣ ਕੋਵਿਡ ਦਾ ਹੀ ਇੱਕਦਮ ਪ੍ਰੋਬਲਮ ਪੈ ਗਈ ਸੀਗੀ ਜੀ ਹੁਣ ਮੰਨ ਲਓ ਕਿ ਅਗਰ ਸਰਕਾਰ ਦੇ ਕੋਲ ਇਹ ਗਿਣਤੀ ਨਾ ਹੋਵੇ ਕਿ ਕਿੰਨੇ ਲੋਕ ਜਿਹੜੇ ਆ ਉਹ ਆਪਣੇ ਪ੍ਰਾਈਵੇਟ ਕੰਮ ਕਰਦੇ ਆ, ਤਾਂ ਫਿਰ ਉਹ ਕਿੱਦਾਂ ਆਪਣੇ ਜਿਹੜੇ ਫਰਲੋ ਸਕੀਮ ਦੇ ਜਿਹੜਾ ਉਹਨਾਂ ਨੇ ਪੈਸੇ ਰੱਖਣੇ ਸੀਗੇ ਜਾਂ ਜੋ ਮੋਨਿਟਰੀ ਰੱਖਣੀ ਸੀ ਉਹ ਕਿੱਦਾਂ ਡਿਸਾਈਡ ਕਰਦੇ। ਸੋ ਬੇਸਿਕਲੀ ਜਿਹੜੀ ਇਹ ਕਾਊਂਟਿੰਗ ਆ ਤੁਹਾਡੇ ਆਪਣੇ ਵਜੂਦ ਵਾਸਤੇ ਔਰ ਤੁਹਾਡੀਆਂ ਗਵਰਨਮੈਂਟ ਕੋਲੋਂ ਜਿਹੜੇ ਤੁਸੀਂ ਰਿਸੋਰਸਸ ਐਕਸੈਸ ਕਰਨੇ ਆ ਉਹਦੇ ਲਈ ਬਹੁਤ ਜ਼ਰੂਰੀ ਹੁੰਦੀ ਹੈ। ਸੈਂਸਸ ਦੇ ਵਿੱਚ ਸਾਡਾ ਸਾਰਿਆਂ ਦਾ ਹੀ ਮੌਲਿਕ ਅਧਿਕਾਰ ਵੀ ਹੈ ਔਰ ਫਰਜ਼ ਵੀ ਹੈ। ਜੀ ਇਹ ਰਿਸਪੌਂਸਿਬਿਲਿਟੀ ਵੀ ਹੈ, ਡਿਊਟੀ ਵੀ ਹੈ ਸਾਡੀ, ਤੇ ਸਾਨੂੰ ਇਹਨੂੰ ਜ਼ਰੂਰ ਇਹਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ ਹੈ ਹਰ ਹਾਲਤ ਵਿੱਚ। ਜੀ ਬਿਲਕੁਲ ਜੀ, ਕਿਉਂਕਿ ਜੇ ਆਪਾਂ ਪਾਰਟਿਸਿਪੇਟ ਨਹੀਂ ਕਰਾਂਗੇ ਤੇ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਜਾਂ ਜੋ ਸਾਨੂੰ ਫਾਇਦੇ ਮਿਲਣੇ ਨੇ ਉਹ ਨਹੀਂ ਮਿਲਣਗੇ, ਉਹ ਬਾਕੀ ਦੇ ਸ਼ਹਿਰੀਆਂ ਨੂੰ ਹੀ ਮਿਲਣਗੇ ਤੇ ਅਸੀਂ ਉਹਦੇ ਵਿੱਚੋਂ ਐਕਸਕਲੂਡ ਹੋ ਜਾਵਾਂਗੇ, ਸਾਡੀ ਕੌਮ ਸਾਡੀ ਕਮਿਊਨਿਟੀ ਉਸ ਦੇ ਵਿੱਚੋਂ ਐਕਸਕਲੂਡ ਹੋ ਜਾਏਗੀ। ਤੇ ਹੁਣ ਜਿਹੜੇ ਖਾਸ ਕਰਕੇ ਸੈਂਸਸ ਦੇ ਵਿੱਚ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਕਿ 3 ਜਿਹੜੇ ਖਾਸ ਸਵਾਲ ਜਿਨ੍ਹਾਂ ਨੂੰ ਪ੍ਰਚਾਰਿਆ ਜਾ ਰਿਹਾ, ਜਿਹਦੇ ਬਾਰੇ ਵਿਚਾਰ ਚਰਚਾ ਵੀ ਹੋ ਰਹੀ ਹੈ, ਉਸ ਦੇ ਵਿੱਚ ਜਿਹੜੀ ਧਰਮ ਦੀ ਗੱਲ ਹੈ ਇਸ ਦੇ ਵਿੱਚ ਕਿਸੇ ਨੂੰ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਆਪਣਾ ਜੇ ਤੁਸੀਂ ਸਿੱਖ ਧਰਮ ਨਾਲ ਬਿਲੋਂਗ ਕਰਦੇ ਹੋ ਤੇ ਤੁਸੀਂ ਉੱਥੇ ਸਿੱਖ ਹੀ ਲਿਖਣਾ ਹੈਗਾ। ਇਸ ਦੇ ਵਿੱਚ ਕੋਈ ਵੀ ਕਿਤੇ ਵੀ ਕੋਈ ਗੱਲਬਾਤ ਨਹੀਂ ਹੈ, ਕੋਈ ਕੁਐਸਚਨ ਨਹੀਂ ਹੈ। ਤੇ ਉਸ ਤੋਂ ਬਾਅਦ ਜਦੋਂ ਭਾਸ਼ਾ ਦੀ ਗੱਲ ਆ ਜਾਂਦੀ ਹੈ ਤੇ ਉੱਥੇ ਵੀ ਜਿਹੜਾ ਜੇ ਤੁਸੀਂ ਪੰਜਾਬੀ ਬੋਲਦੇ ਹੋ, ਪੰਜਾਬੀ ਤੁਹਾਡੀ ਮਾਂ ਬੋਲੀ ਹੈ, ਮੇਨ ਤੁਹਾਡੀ ਮਦਰ ਟੰਗ ਪੰਜਾਬੀ ਹੈ ਤੇ ਤੁਸੀਂ ਉੱਥੇ ਪੰਜਾਬੀ ਲਿਖਣਾ ਹੈਗਾ। ਤੇ ਜਿਹੜੀ ਇਸ ਦੇ ਅੱਗੇ ਆ ਜਾਂਦੀ ਹੈ ਨਾ ਐਥਨਿਕ ਗਰੁੱਪ ਵਾਲੀ ਗੱਲ ਆ ਜਾਂਦੀ ਹੈ, ਉਸ ਦੇ ਵਿੱਚ ਜਿਹੜਾ ਹੈ ਆਪਾਂ ਥੋੜ੍ਹਾ ਜਿਹਾ 2 ਧੜਿਆਂ ਦੀ ਧੜੇਬਾਜ਼ੀ ਕਰਕੇ ਜੋ ਪ੍ਰੋਬਲਮ ਉੱਠੀ ਹੋਈ ਹੈ ਉਹਦੇ ਕਰਕੇ ਥੋੜ੍ਹਾ ਜਿਹਾ ਮਲਗੋਬਾ ਜਿਹਾ ਹੋਇਆ ਤੇ ਉਹਦੀ ਵੀ ਜਿਹੜੀ ਕਲੈਰਿਟੀ ਕਰਨੀ ਬੜੀ ਇੱਥੇ ਜ਼ਰੂਰੀ ਹੈਗੀ ਹੈ, ਕਿਉਂਕਿ ਦਰਸ਼ਕਾਂ ਨੂੰ ਆਪਾਂ ਕਨਫਿਊਜ਼ਨਸ ਉਹਨਾਂ ਦੇ ਕਲੀਅਰ ਕਰਨੇ ਨੇ, ਉਹਨਾਂ ਨੂੰ ਕਨਫਿਊਜ਼ਨ ਦੇ ਵਿੱਚ ਹੋਰ ਪਾਉਣਾ ਨਹੀਂ ਹੈਗਾ। ਤੇ ਉਹਦੇ ਨਾਲ ਹੀ ਰਿਲੇਟਡ ਜਿਹੜੇ ਆਪਣੇ ਕੋਲ ਜਿਹੜੇ ਸਵਾਲ ਵੀ ਸਾਰੇ ਆਏ ਨੇ ਨਾ ਉਹਦੇ ਨਾਲ ਹੀ ਜ਼ਿਆਦਾ ਰਿਲੇਟਡ ਐਥਨੀਸਿਟੀ ਦੇ ਨਾਲ ਹੀ ਰਿਲੇਟਡ ਨੇ। ਤੇ ਜੇ ਆਪਾਂ ਬੇਸਿਕ ਟਰਮਸ ਦੇ ਵਿੱਚ ਦੇਖੀਏ ਤੇ ਐਥਨੀਸਿਟੀ ਹੈ ਕੀ ਤੇ ਕਿੰਨਾ ਪੁਆਇੰਟਸ ਕਰਕੇ ਕੋਈ ਜਿਹੜੀ ਕੌਮ ਹੈ ਜਾਂ ਕੋਈ ਐਥਨਿਕ ਗਰੁੱਪ ਜਿਹੜਾ ਹੈ ਉਹ ਕ੍ਰੀਏਟ ਹੁੰਦਾ ਹੈ। ਜੀ ਜਿਹੜੀ ਐਥਨੀਸਿਟੀ ਹੈ ਨਾ, ਐਥਨੀਸਿਟੀ ਸਭ ਤੋਂ ਪਹਿਲਾਂ ਤਾਂ ਬਹੁਤੇ ਲੋਕ ਜਿਹੜੇ ਆ ਐਥਨੀਸਿਟੀ ਤੇ ਰੇਸ ਦੇ ਵਿੱਚ ਕਨਫਿਊਜ਼ ਕਰ ਜਾਂਦੇ ਆ। ਵੈਸੇ ਤਾਂ ਰੇਸ ਵੀ ਜਿਹੜੀ ਉਹ ਕੰਸਟਰਕਟਡ ਸਟਰਕਚਰ ਆ, ਉਹ ਹੈ ਨਹੀਂ, ਐਗਜ਼ਿਸਟ ਨਹੀਂ ਕਰਦੀ। ਬਾਕੀ ਸਾਨੂੰ ਜਿਹੜਾ ਹੁਕਮ ਆ ਉਹ ਤਾਂ ਹੈਗਾ ਕਿ ਮਾਨਸ ਕੀ ਜਾਤ ਸਭ ਏਕੇ ਪਹਿਚਾਨ ਬੋ, ਹੈ ਨਾ। ਇਸ ਕਰਕੇ ਜਿਹੜੀ ਜਾਤ ਆ, ਜੋ ਰੇਸ ਆ, ਉਹਦਾ ਤਾਂ ਸਾਡੇ ਨਾਲ ਕੋਈ ਇੰਨਾ ਲੈਣਾ ਦੇਣਾ ਹੈ ਨਹੀਂ। ਹਾਊਐਵਰ ਸਾਡੀ ਪ੍ਰੋਬਲਮ ਇੱਥੇ ਆਉਂਦੀ ਹੈ ਕਿ ਅਸੀਂ ਐਥਨੀਸਿਟੀ ਨੂੰ ਰੇਸ ਦੇ ਨਾਲ ਕਨਫਿਊਜ਼ ਕਰ ਲੈਂਦੇ ਹਾਂ। ਜੀ ਹੁਣ ਇਹਦੇ ਵਾਸਤੇ ਜਿਹੜਾ ਇੱਕ ਪ੍ਰੋਪਰ ਆਨਸਰ ਹੈ ਨਾ, ਉਹ ਡਿਪਾਰਟਮੈਂਟ ਆਫ ਹੈਲਥ ਨੈਸ਼ਨਲ ਸਟੈਂਡਰਡਸ ਫॉर ਐਥਨਿਕ ਗਰੁੱਪ ਐਂਡ ਰਿਲੇਟਡ ਮੈਟਰਸ। ਇਹ ਤੁਹਾਨੂੰ ਅਗਰ ਕਿਸੇ ਨੇ ਪੜ੍ਹਨਾ ਹੋਵੇ ਤਾਂ UK ਸੈਂਸਸ 2021 ਦ ਕੁਐਸਚਨ ਆਫ ਐਥਨੀਸਿਟੀ, ਬਲਦੇਵ ਸਿੰਘ ਢਾਲੀਵਾਲ ਹੋਣਾ ਨੇ ਏਸ਼ੀਆ ਸਮਾਚਾਰ ਦੇ ਵਿੱਚ ਇਹਨਾਂ ਦਾ ਛਪਿਆ, ਉਹਦੇ ਵਿੱਚ ਹੀ ਉਹਨਾਂ ਨੇ ਬਕਾਇਦਾ ਉਹ ਰੈਫਰੈਂਸ ਦਿੱਤੀ ਆ ਔਰ ਇਹ UK ਗਵਰਨਮੈਂਟ ਵੈਬ ਆਰਕਾਈਵਸ ਦੇ ਵਿੱਚੋਂ ਉਹਨਾਂ ਨੇ ਡੈਫੀਨੇਸ਼ਨ ਲਈ ਆ। ਜੀ ਠੀਕ ਹੈ ਜੀ। ਔਰ ਇਹ ਡੈਫੀਨੇਸ਼ਨ ਦੇ ਅਕੋਰਡਿੰਗ ਮੈਂ ਐਜ਼ ਇਟ ਇਜ਼ ਹੀ ਪੜੂੰਗੀ ਇਹ, ਸੋ ਦੈਟ ਕਿ ਆਪਾਂ ਨੂੰ ਕਲੈਰਿਟੀ ਹੋ ਜੇ। ਜਿਹੜਾ ਐਥਨਿਕ ਗਰੁੱਪ ਹੁੰਦਾ, ਫਸਟ ਆਫ ਆਲ ਉਹਨਾਂ ਨੇ ਲਿਖਿਆ ਆ ਕਿ ਐਥਨੀਸਿਟੀ ਆਪਣੇ ਆਪ 'ਚ ਇੱਕ ਬੜਾ ਕੰਪਲੈਕਸ ਸਟਰਕਚਰ ਆ, ਠੀਕ ਆ। ਐਂਡ ਹੀ ਸੇਜ਼ ਕਿ ਮਤਲਬ ਜਿਹੜੀ ਇਹ ਵੈਬ ਆਰਕਾਈਵ ਉਹਦੇ ਵਿੱਚ ਲਿਖਿਆ ਆ, ਐਥਨੀਸਿਟੀ ਇਜ਼ ਸਬਜੈਕਟਿਵ। A person should self-assign his or her own ethnic group, while other people may view an individual as having a distinct ethnic identity. The individual's view of their own identity takes priority. That means ਜਿਹੜੀ ethnicity ਆ ਉਹ ਤੁਹਾਡੇ ਨਿੱਜੀ ਆ, ਤੁਸੀਂ ਡਿਸਾਈਡ ਕਰਨਾ ਕਿ ਤੁਹਾਡੀ ਐਥਨੀਸਿਟੀ ਕੀ ਆ। ਦੇਖਣ ਵਾਲੇ ਲੋਕ ਹੋ ਸਕਦਾ ਤੁਹਾਨੂੰ ਕੁਝ ਹੋਰ ਸਮਝਣ, ਪਰ ਤੁਸੀਂ ਡਿਸਾਈਡ ਕਰਨਾ ਕਿ ਤੁਹਾਡੀ ਐਥਨੀਸਿਟੀ ਕੀ ਆ, ਕਿਉਂਕਿ ਇਹ ਸਬਜੈਕਟਿਵ ਹੁੰਦੀ ਆ, ਹੈ ਨਾ। ਹੁਣ ਇਹਦੇ ਵਾਸਤੇ ਉਹਨਾਂ ਨੇ ਕਿਹਾ ਕਿ ਕਿਹੜੀਆਂ ਫੀਚਰਸ ਜਿਹੜੀਆਂ ਉਹ ਐਥਨਿਕ ਗਰੁੱਪਸ ਨੂੰ ਡਿਫਾਈਨ ਕਰਦੀਆਂ ਆ। ਪਹਿਲੀ ਫੀਚਰ ਹੈ ਸ਼ੇਅਰਡ ਹਿਸਟਰੀ। ਹੁਣ ਸਿੱਖਾਂ ਦੇ ਕੋਲ ਆਪਣਾ ਇੱਕ ਬਹੁਤ ਲੰਬਾ ਚੌੜਾ ਵੱਡਾ ਇਤਿਹਾਸ ਹੈ, ਚਾਹੇ ਉਹ 500 ਸਾਲ ਦਾ ਹੀ ਆ, ਬਟ ਅਗਰ ਆਪਾਂ ਉਹ 500 ਸਾਲ ਦੇ ਇਤਿਹਾਸ ਨੂੰ ਇੱਕ ਬੰਨੇ ਰੱਖੀਏ ਔਰ ਵਰਲਡ ਹਿਸਟਰੀ ਇੱਕ ਬੰਨੇ ਰੱਖ ਲਈਏ ਤਾਂ ਆਈ ਥਿੰਕ ਉਹ ਇਕੁਇਵਲੈਂਟ ਆ, ਹੈ ਨਾ। ਉਸ ਤੋਂ ਅਗਲੀ ਜਿਹੜੀ ਗੱਲ ਹੈਗੀ ਆ ਉਹ ਕਾਮਨ ਕਲਚਰਲ ਟ੍ਰੈਡੀਸ਼ਨ। ਹੁਣ ਇੱਥੇ ਜਗਜੀਤ ਸਿੰਘ ਜੀ ਥੋੜੀ ਜੀ ਨਾ ਆਪਾਂ ਨੂੰ ਇਹਦੇ ਉੱਤੇ ਸਮਝਣ ਦੀ ਲੋੜ ਆ। ਜੀ ਕਾਮਨ ਕਲਚਰਲ ਟ੍ਰੈਡੀਸ਼ਨ ਜਿਹਨਾਂ ਨੂੰ ਆਪਾਂ ਵਿਰਸਾ ਵੀ ਕਹਿ ਦਿੰਦੇ ਆ। ਤਾਂ ਹੀ ਮੈਂ ਬਾਰ-ਬਾਰ ਹਰ ਇੱਕ ਜਗ੍ਹਾ ਤੇ ਕਹਿੰਦੀ ਹੁੰਨੀ ਆ ਕਿ ਪੰਜਾਬੀ ਵਿਰਸਾ ਤੇ ਸਿੱਖ ਵਿਰਸਾ ਇਹ ਦੋ ਅਲੱਗ-ਅਲੱਗ ਚੀਜ਼ਾਂ। ਜੀ ਬਿਲਕੁਲ। ਪ੍ਰੋਬਲਮ ਕਿੱਥੇ ਆ ਕਿ ਅਸੀਂ ਪੰਜਾਬੀ ਵਿਰਸੇ ਨੂੰ ਹੀ ਸਿੱਖ ਵਿਰਸਾ ਸਮਝਣਾ ਸ਼ੁਰੂ ਕਰ ਦਿੱਤਾ ਔਰ ਪ੍ਰਚਾਰਨਾ ਸ਼ੁਰੂ ਕਰ ਦਿੱਤਾ। ਜਿਹੜੀ ਅੱਜ ਇਹ ਪ੍ਰੋਬਲਮ ਆ ਰਹੀ ਹੈ ਨਾ ਕਿ ਇਹ ਪੰਜਾਬੀ ਐਥਨੀਸਿਟੀ ਆ, ਉਹ ਇੱਥੋਂ ਹੀ ਆ ਰਹੀ ਆ। ਹੁਣ ਇਹਦਾ ਫਰਕ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਦਿੰਨੀ ਆ। ਪੰਜਾਬੀ ਵਿਰਸੇ ਦੇ ਵਿੱਚ ਜਿਹੜਾ ਹੀਰੋ ਹੈ ਨਾ, ਉਹ ਹੀਰ ਤੇ ਰਾਂਝਾ ਹੋ ਸਕਦੇ ਆ, ਸੋਹਣੀ ਮਹੀਵਾਲ ਹੋ ਸਕਦਾ, ਪਰ ਜਿਹੜਾ ਸਿੱਖਾਂ ਦਾ ਹੀਰੋ ਆ
ਉਹ ਰਾਂਝਾ ਨਹੀਂ ਹੋ ਸਕਦਾ, ਉਹ ਬਾਬਾ ਬੰਦਾ ਸਿੰਘ ਬਹਾਦਰ ਹੋਊਗਾ, ਉਹ ਬਾਬਾ ਬੰਦਾ ਸਿੰਘ ਬਹਾਦਰ ਹੀ ਹੋਊਗਾ ਜੀ ਹੈ ਨਾ। ਤਾਂ ਇਸ ਕਰਕੇ ਜਿਹੜੀ ਸਾਡੀ ਜਿਹੜੀ ਸਿੱਖਾਂ ਦੀ ਆਪਣਾ ਇੱਕ ਵਿਰਸਾ ਆ, ਆਪਣਾ ਟ੍ਰੈਡੀਸ਼ਨ ਆ, ਇਹ ਵੱਖਰੀ ਗੱਲ ਆ, ਸਾਡੀ ਨਲਾਇਕੀ ਆ ਕਿ ਅਸੀਂ ਇਹਨੂੰ ਪ੍ਰਚਾਰਿਆ ਨਹੀਂ ਜੀ ਜੀ ਜੀ, ਪਰ ਸਾਡਾ ਇੱਕ ਟ੍ਰੈਡੀਸ਼ਨ ਆਪਣਾ ਹੈਗਾ। ਬਿਲਕੁਲ। ਔਰ ਜਾਂ ਆਪਾਂ ਕਹਿ ਲਈਏ ਕਿ ਜਦੋਂ ਘੇਰਾਬੰਦੀ ਹੋਈ, ਸਟੇਟ ਵੱਲੋਂ ਸਿਧਾਂਤਕ ਘੇਰਾਬੰਦੀ ਹੋਈ, ਉਹਦੇ ਅਸੀਂ ਆਪਾਂ ਕਹਿ ਲਓ ਕਿ ਅਸੀਂ ਉਹਦੇ ਵਿਕਟਿਮ ਹੋ ਬੈਠੇ, ਕਿ ਅਸੀਂ ਉਹ ਚੀਜ਼ਾਂ ਮੰਨਣੀਆਂ ਸ਼ੁਰੂ ਕਰ ਦਿਆਂ ਕਿ ਅਸੀਂ ਵੀ ਪੰਜਾਬੀ ਆ ਜੀ। ਹੁਣ ਜੇ ਦੇਖੋ ਵੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਖਾ ਕੇ ਤਾਂ ਜਿਹੜੇ ਮੁਗਲ ਨਹੀਂ ਉੱਥੋਂ ਭਜਾਏ ਗਏ, ਬਿਲਕੁਲ ਨਾ ਹੀ ਉੱਥੋਂ ਨੱਚ ਟੱਪ ਕੇ ਭਜਾਏ ਗਏ। ਗੱਲ ਤੇ ਉੱਥੇ ਯੋਧਿਆਂ ਦੀ ਹੋਣੀ ਆ। ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦੇ ਆ, ਬਾਬਾ ਫਤਿਹ ਸਿੰਘ ਹੋਣਾ ਦੀ ਗੱਲ ਕਰਦੇ ਆ, ਤੇ ਉਹਦੇ ਲਈ ਫਿਰ ਸਾਨੂੰ ਸਿੱਖ ਹੋਣਾ ਪਏਗਾ, ਉਹਦੇ ਚ ਆਪਾਂ ਇਹ ਉੱਥੇ ਲਾਈਨ ਖਿੱਚਣੀ ਪਊਗੀ। ਦੂਜੀ ਗੱਲ ਜਿਹੜੀ ਆ, ਮੈਂ ਕੁਝ ਐਗਜ਼ਾਮਪਲਸ ਨਾਲ ਆਪਾਂ ਇਹ ਦੇਖ ਲਈਏ ਕਿ ਕਲਚਰਲ ਟ੍ਰੈਡੀਸ਼ਨ ਸਾਡੇ ਵੱਖਰੇ ਕਿੱਦਾਂ ਆ। ਦੂਜੀ ਗੱਲ ਆ, ਹੁਣ ਜਿਹੜਾ ਜੇ ਤੁਸੀਂ ਪੰਜਾਬੀ ਦੀਆਂ ਬੋਲੀਆਂ ਸੁਣੋ ਜੀ ਜੀ, ਤੇ ਇੱਕ ਬੜੀ ਛੋਟੇ ਹੁੰਦਿਆਂ ਮੈਂ ਬੋਲੀ ਸੁਣੀ ਸੀ, ਔਰ ਮੇਰੇ ਬੜੀ ਵੱਜਦੀ ਹੁੰਦੀ ਸੀਗੀ ਦਿਲ ਦੇ ਵਿੱਚ ਤੀਰ ਵਾਂਗੂ ਕਿ ਇਹ ਕਿੱਦਾਂ ਦੀ ਬੋਲੀ ਆ। ਤੇ ਉਹ ਬੋਲੀ ਅਕਸਰ ਹੀ ਸਾਡੀਆਂ ਭੈਣਾਂ ਨੇ, ਧੀਆਂ ਨੇ, ਮਾਵਾਂ ਨੇ ਸੁਣੀ ਹੋਊਗੀ ਕਿ ਵੇ ਨਾ ਮਾਰ ਜ਼ਾਲਮਾ ਪੇਕੇ ਤਤੜੀ ਦੇ ਦੂਰ। ਹੁਣ ਇਹ ਪੰਜਾਬੀ ਵਿਰਸਾ ਤਾਂ ਹੋ ਸਕਦਾ ਹੈ, ਪਰ ਇਹ ਸਿੱਖੀ ਵਿਰਸਾ ਨਹੀਂ ਹੈ, ਕਿਉਂਕਿ ਸਿੱਖੀ ਵਿਰਸੇ ਦੇ ਵਿੱਚ ਮਾਈ ਭਾਗੋ ਖੜੀ ਆ, ਆਪਣੇ ਹੱਥ ਦੇ ਵਿੱਚ ਤਲਵਾਰ ਲੈ ਕੇ, ਕਿਰਪਾਨ ਲੈ ਕੇ, ਔਰ ਬਕਾਇਦਾ ਉਹ ਆਪਣੇ ਜਿਹੜੇ ਘਰ ਦੇ ਮਰਦਾਂ ਨੂੰ ਕਹਿ ਰਹੀ ਹੈ ਕਿ ਤੁਸੀਂ ਚੂੜੀਆਂ ਪਾ ਲਓ। ਸੋ ਦੋਨਾਂ ਦੇ ਵਿੱਚ ਫਰਕ ਹੈ ਨਾ। ਅੱਗੇ ਆ ਜਾਓ ਤੁਸੀਂ ਗਾਣਿਆਂ ਦੇ ਉੱਤੇ, ਜਿਹੜੇ ਆਪਾਂ ਲੋਕ ਗੀਤ ਆ, ਹੁਣ ਪੰਜਾਬੀ ਵਿਰਸੇ ਦੇ ਵਿੱਚ ਬੜੇ ਤਰ੍ਹਾਂ ਦੇ ਲੋਕ ਗੀਤ ਹੋ ਸਕਦੇ ਆ, ਪਰ ਜਿਹੜੇ ਸਿੱਖ ਵਿਰਸੇ ਦੇ ਲੋਕ ਗੀਤ ਆ ਉਹ ਸਾਡੀਆਂ ਵਾਰਾਂ ਆ। ਸੋ ਸਾਡੇ ਕੋਲ ਆਪਣਾ ਇੱਕ ਡਿਫਰੈਂਟ ਕਲਚਰ ਆ, ਡਿਫਰੈਂਟ ਸਾਡੇ ਕੋਲ ਟ੍ਰੈਡੀਸ਼ਨ ਆ, ਇਹ ਸਾਨੂੰ ਸਮਝਣਾ ਪਊਗਾ। ਸਿੱਖਾਂ ਦਾ ਆਪਣਾ ਟ੍ਰੈਡੀਸ਼ਨ ਵੀ ਹੈਗਾ। ਅਗਲੀ ਗੱਲ ਆ ਜਾਓ ਕਾਮਨ ਜੀਓਗ੍ਰਾਫੀਕਲ ਓਰੀਜਨ ਜੀ, ਕਿ ਉਹਨਾਂ ਦੀ ਇੱਕ ਜੀਓਗ੍ਰਾਫੀਕਲ ਓਰੀਜਨ ਵੀ ਕਾਮਨ ਹੋਣੀ ਚਾਹੀਦੀ ਆ, ਸੇਮ ਹੋਣੀ ਚਾਹੀਦੀ ਆ, ਹੈਨਾ। ਇਹਦੇ ਉੱਤੇ ਖੈਰ ਆਪਾਂ ਅੱਗੇ ਗੱਲ ਕਰ ਲਾਂਗੇ, ਕਿਉਂਕਿ ਇਹਦੇ ਉੱਤੇ ਥੋੜਾ ਜਿਹਾ ਕਨਫਿਊਜ਼ਨ ਹੋ ਸਕਦੀ ਹੈ ਕਿ ਜੀਓਗ੍ਰਾਫੀਕਲ ਓਰੀਜਨ ਤੇ ਸਿੱਖਾਂ ਦੀ ਫਿਰ ਪੰਜਾਬ ਹੀ ਆ, ਹੈਨਾ, ਤੇ ਜਿਹੜੇ ਪੰਜਾਬ ਤੋਂ ਬਾਹਰ ਵਾਲੇ ਆ ਫਿਰ ਉਹ ਤੇ ਐਥਨਿਸਿਟੀ ਵਿੱਚ ਨਹੀਂ ਆਉਂਦੇ, ਇਹ ਗੱਲ ਆ ਸਕਦੀ, ਪਰ ਇਹਨੂੰ ਆਪਾਂ ਅੱਗੇ ਕੰਟੀਨਿਊ ਕਰਾਂਗੇ ਜੀ। ਅਗਲੀ ਜਿਹੜਾ ਪੁਆਇੰਟ ਆ ਉਹ ਹੈਗਾ ਡਿਸੈਂਟ ਫਰੋਮ ਕਾਮਨ ਐਨਸੈਸਟਰਸ। ਹੁਣ ਇੱਥੇ ਜਗਜੀਤ ਸਿੰਘ ਜੀ ਇੱਕ ਗੱਲ ਸਮਝਣੀ ਪਊਗੀ ਕਿ ਜਿਹੜੇ ਇੱਕੋ ਹੀ ਤਰ੍ਹਾਂ ਦੇ ਐਨਸੈਸਟਰਸ ਤੋਂ ਅੱਗੇ ਆਉਂਦੇ ਆ ਜੀ, ਬਹੁਤੇ ਲੋਕ ਇਹਨੂੰ DNA ਨਾਲ ਮਿਲਾ ਕੇ ਦੇਖ ਲੈਂਦੇ ਆ। ਹਾਊਐਵਰ ਇੱਥੇ ਇਹ ਗੱਲ ਨਹੀਂ ਆਉਣੀ, ਕਿਉਂਕਿ ਜਿਹੜਾ ਸਿੱਖਾਂ ਦੇ ਐਨਸੈਸਟਰ ਹੈ ਨਾ, ਜਦੋਂ ਕੋਈ ਸਿੱਖ ਹੋ ਜਾਊਗਾ, ਚਾਹੇ ਉਹ ਬ੍ਰਿਟਿਸ਼ ਵਾਈਟ ਪੀਪਲ ਹੋਣ, ਚਾਹੇ ਉਹ ਅਫਰੀਕਨ ਹੋਣ, ਚਾਹੇ ਉਹ ਚਾਈਨੀਜ਼ ਹੋਣ, ਚਾਹੇ ਉਹ ਜਾਪਨੀਜ਼ ਹੋਣ, ਜਦੋਂ ਸਿੱਖ ਹੋ ਜਾਣਗੇ ਤਾਂ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਆਪਣੇ ਆਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਹੋ ਜਾਣਗੇ। ਜਦੋਂ ਖੰਡੇ ਬਾਟੇ ਦੀ ਪੌਲ ਲੈ ਕੇ ਸਾਡੇ ਜਿਹੜੇ ਧਾਰਮਿਕ ਨਿਯਮ ਹੈਗੇ ਨੇ ਉਹਨਾਂ ਨੂੰ ਫੋਲੋ ਕਰਕੇ ਜਦੋਂ ਇਹ ਸਿੱਖ ਧਰਮ ਦੇ ਵਿੱਚ ਆ ਜਾਣਗੇ, ਉਹਨਾਂ ਦਾ ਆਪਣੇ ਆਪ ਹੀ ਆਪਣਾ ਸਵਾਲ ਤੇ ਜਿੱਦਾਂ ਅੱਗੇ ਆਉਣਾ ਹੈਗਾ ਸੀ, ਪਰ ਆਪਾਂ ਇੱਥੇ ਵੀ ਥੋੜਾ ਜਿਹਾ ਕਿਉਂਕਿ ਜ਼ਿਆਦਾ ਇਹੀ ਆ ਰਿਹਾ, ਉਹ ਜਿਹੜਾ ਮੈਨੂੰ ਪੁਆਇੰਟ 3 ਪੁਆਇੰਟ ਰਹਿ ਗਏ ਉਹ ਕਵਰ ਕਰ ਲੈਣ ਦਿਓ। ਇੱਕ ਜਿਹੜਾ ਹੈਗਾ ਉਹ ਹੈਗੀ ਕਾਮਨ ਲੈਂਗੁਏਜ ਜੀ। ਹੁਣ ਇੱਥੇ ਵੀ ਸਾਡੀ ਨਲਾਇਕੀ ਹੈ ਕਿ ਅਸੀਂ ਪੰਜਾਬੀ ਪ੍ਰਚਾਰ ਦੇ ਰਹੇ ਆ, ਸਾਡੀ ਆਪਣੀ ਗੁਰਮੁਖੀ ਭਾਸ਼ਾ ਆ, ਸਾਡੀ ਆਪਣੀ ਲਿਪੀ ਆ ਜੀ, ਠੀਕ ਹੈ ਜੀ, ਤੇ ਇਸ ਕਰਕੇ ਸਿੱਖਾਂ ਦੇ ਕੋਲ ਉਹ ਵੀ ਹੈਗੀ ਆ। ਅਗਲੀ ਗੱਲ ਆ ਕਾਮਨ ਰਿਲੀਜਨ, ਤੁਹਾਡਾ ਧਰਮ, ਸਿੱਖਾਂ ਦਾ ਆਪਣਾ ਧਰਮ ਆਬਵੀਅਸਲੀ ਹੈਗਾ ਜੀ। ਫਾਰਮਿੰਗ ਅ ਡਿਸਟਿੰਕਟ ਗਰੁੱਪ ਵਿਦ ਲਾਰਜਰ ਕਮਿਊਨਿਟੀ, ਬਹੁਤ ਵੱਡੀ ਕਮਿਊਨਿਟੀ ਦਾ ਸਾਡਾ ਇੱਕ ਆਪਣਾ ਇੱਕ ਗਰੁੱਪ ਹੈਗਾ। ਸੋ ਬੇਸਿਕਲੀ ਜਿਹੜੇ ਪੁਆਇੰਟਸ ਦਿੱਤੇ ਆ ਜੀ, ਹੈ ਨਾ, ਜਿਹੜਾ ਕਿ ਇਹਨਾਂ ਦੀ ਆਪਣੀ ਵੈਬਸਾਈਟਸ ਦੇ ਉੱਪਰ ਆ ਕਿ ਐਥਨਿਕ ਗਰੁੱਪ ਨੂੰ ਕਿੱਦਾਂ ਡਿਫਾਈਨ ਕੀਤਾ ਜਾ ਸਕਦਾ, ਤਾਂ ਸਿੱਖ ਜਿਹੜੇ ਹੈਗੇ ਆ ਉਹ ਐਥਨੀਸਿਟੀ ਦੇ ਬੇਸ ਦੇ ਉੱਤੇ ਸਾਰੇ ਆਈ ਥਿੰਕ ਇਹ ਬਾਕਸਸ ਨੂੰ ਟਿਕ ਕਰਦੇ ਆ, ਸਾਰੇ ਬਾਕਸਸ ਟਿਕ ਕਰਦੇ ਆ। ਪਰ ਜੇ ਤੁਸੀਂ ਇਹਦੇ ਚ ਪੰਜਾਬੀ ਲੈ ਲਵੋ ਤੇ ਮੇਰੇ ਖਿਆਲ ਨਾਲ ਉਹ ਸਾਰੇ ਬਾਕਸਸ ਟਿਕ ਨਹੀਂ ਹੋਣੇ, ਧਰਮ ਵਾਲਾ ਬਾਕਸ ਟਿਕ ਨਹੀਂ ਹੋਣਾ। ਧਰਮ ਕਿਉਂਕਿ ਪੰਜਾਬ ਦੇ ਵਿੱਚ ਹਿੰਦੂ ਵੀ ਹੈਗੇ ਆ, ਮੁਸਲਮਾਨ ਵੀ ਹੈਗੇ, ਕ੍ਰਿਸਚੀਅਨ ਵੀ ਹੈਗੇ, ਵਿਰਸਾ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ। ਲੈਂਗੁਏਜ ਦੀ ਆਪਾਂ ਗੱਲ ਕਰ ਸਕਦੇ ਹਾਂ, ਕਿਉਂਕਿ ਬਹੁਤ ਸਾਰੇ ਜਿਹੜੇ ਹਿੰਦੂ ਭੈਣ ਭਰਾ ਨੇ ਪੰਜਾਬ ਦੇ, ਉਹ ਆਪਣੀ ਭਾਸ਼ਾ ਹਿੰਦੀ ਲਿਖਾਉਂਦੇ ਆ, ਉਹ ਹਿੰਦੀ ਲਿਖਾਉਂਦੇ ਆ, ਔਰ ਇਹ ਸਾਡੇ ਨਾਲ 1965 ਵਾਲੀ ਮਰਦਮਸ਼ੁਮਾਰੀ ਜਦੋਂ ਉਹਨਾਂ ਸਮਿਆਂ 'ਚ ਹੀ ਹੋ ਚੁੱਕਿਆ ਹੋਇਆ। ਤਾਂ ਇਸ ਕਰਕੇ ਇਹ ਸਾਡੀਆਂ ਡਿਫਰੈਂਟ ਗੱਲਾਂ ਆ। ਸਿਰਫ ਮਤਲਬ ਆਪਾਂ ਪੰਜਾਬੀ ਨੂੰ ਐਥਨੀਸਿਟੀ ਸਗੋਂ ਨਹੀਂ ਕਹਿ ਸਕਦੇ। ਹੁਣ ਅੱਧਾ ਪੰਜਾਬ ਜਿਹੜਾ ਉਹ ਪਾਕਿਸਤਾਨ 'ਚ, ਤਾਂ ਉਹ ਸਾਰੇ ਮੁਸਲਿਮ ਕਮਿਊਨਿਟੀ, ਉਹਨਾਂ ਦਾ ਆਪਣਾ ਵਿਰਸਾ ਆ ਜੀ ਜੀ ਜੀ। ਤਾਂ ਤੁਸੀਂ ਇਹਨਾਂ ਉਹ ਸਾਰੇ ਅਗਰ ਤੁਸੀਂ ਇਹਨਾਂ ਦੇ ਪੁਆਇੰਟਸ ਬਣਾ ਲਓ, ਇਹ 7 ਪੁਆਇੰਟ ਆ, 7 ਪੁਆਇੰਟਾਂ ਦੇ ਵਿੱਚ ਦੇਖ ਲਓ ਤਾਂ ਸਿੱਖ ਜਿਹੜੇ ਆ ਉਹ ਮੈਕਸਿਮਮ ਜਿਹੜੇ ਬਾਕਸਸ ਉਹ ਟਿਕ ਕਰਦੇ ਆ। ਬਿਲਕੁਲ, ਕਿਉਂਕਿ ਜਿਹੜਾ ਪ੍ਰੋਗਰਾਮ ਕਰਨ ਦਾ ਮਕਸਦ ਹੁੰਦਾ ਕਿ ਕਲੈਰਿਟੀ ਲਿਆਂਦੀ ਜਾਵੇ, ਅਸੀਂ ਥੋੜਾ ਜਿਹਾ ਐਜੂਕੇਟ ਹੋਈਏ, ਆਪਣੇ ਆਪ ਨੂੰ ਐਜੂਕੇਟ ਕਰੀਏ, ਆਪਾਂ ਦੇਖੀਏ ਕਿ ਕਿੱਥੇ ਕਿੱਥੇ ਜੇ ਆ ਸਾਡੇ 7 ਪੁਆਇੰਟ ਟਿਕ ਹੁੰਦੇ ਆ ਤੇ ਫਿਰ ਤੁਸੀਂ ਆਪ ਹੀ ਸੋਚੋ ਕਿ ਸਾਡੀ ਐਥਨੀਸਿਟੀ ਕੀ ਬਣਦੀ ਹੈ। ਸਵਾਲ ਜਿਹੜਾ ਆਇਆ ਹੈਗਾ ਕਿ ਵਾਈ ਯੂ ਵਾਂਟ ਟੂ ਰਿਡਿਊਸ ਗੁਰੂ ਨਾਨਕ ਸਿੱਖੀ ਇਨ ਐਥਨੀਸਿਟੀ, ਕਿ ਤੁਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਐਥਨੀਸਿਟੀ ਦੇ ਵਿੱਚ ਕਰਕੇ ਛੋਟਾ ਕਰ ਰਹੇ ਹੋ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਇਹ ਸਰਦਾਰ ਜਗਜੀਤ ਸਿੰਘ ਜੀ, ਇਹ ਜਿੱਦਣ ਆਪਾਂ ਪ੍ਰੋਗਰਾਮ ਕੀਤਾ ਆਪਾਂ ਸਿਰਫ ਇਹ ਕਿਹਾ ਸੀਗਾ ਵੀ ਜਿਹੜਾ ਐਥਨੀਸਿਟੀ ਸਿੱਖ ਲਿਖਣਾ ਤਾਂ ਕਿ ਸਿੱਖਾਂ ਦੀ ਗਿਣਤੀ ਸਹੀ ਆ ਜੀ।
ਇਹ ਮੇਰੇ ਇੱਕ ਵੀਰ ਨੇ ਮੈਨੂੰ ਇਹ WhatsApp ਤੇ ਸਵਾਲ ਪੁੱਛਿਆ ਜਾਂ ਮੈਨੂੰ ਕਿਹਾ ਕਹੀ ਗਈ ਗੱਲ ਇਹ ਵੀ ਤੁਸੀਂ ਗੁਰੂ ਨਾਨਕ ਦੀ ਸਿੱਖੀ ਨੂੰ ਰਿਡਿਊਸ ਕਰਦੇ ਆ ਜੇ ਐਥਨੀਸਿਟੀ 'ਚ ਸਿੱਖ ਲਿਖਦੇ ਆ। ਉਹਨਾਂ ਨੂੰ ਵੈਸੇ ਮੈਂ ਇੱਕ ਗੱਲ, ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਗੱਲ ਦਾ, ਮੈਂ ਕਿਹਾ ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਗੁਰੂ ਨਾਨਕ ਦੀ ਸਿੱਖੀ ਨੂੰ ਰਿਡਿਊਸ ਕਰ ਰਹੇ ਇੱਥੇ ਇੰਗਲੈਂਡ ਦੇ 2 ਗਰੁੱਪ ਜਿਹਨਾਂ ਦੀ ਖਹਿਬਾਜ਼ੀ ਦੇ ਨਾਲ ਸਾਡੀ ਕਮਿਊਨਿਟੀ 'ਚ ਇੰਨਾ ਜਿਹੜਾ ਫਰਕ ਵੀ ਪਿਆ ਔਰ ਕਨਫਿਊਜ਼ਨ ਪੈਦਾ ਕੀਤੀ ਗਈ। ਹੁਣ ਆਪਣਾ ਸਰਦਾਰ ਜਗਜੀਤ ਸਿੰਘ ਜੀ ਦੇਖਣਾ ਵੀ ਗੁਰੂ ਨਾਨਕ ਦੀ ਸਿੱਖੀ ਹੈ ਕੀ ਜੀ, ਇਹ ਸਵਾਲ ਤਾਂ ਬਣਦਾ ਨਾ ਜੀ। ਬਿਲਕੁਲ ਉਹਨਾਂ ਨੂੰ ਪੁੱਛਣਾ ਬਣਦਾ ਕਿ ਗੁਰੂ ਨਾਨਕ ਦੀ ਸਿੱਖੀ ਜਿਹੜੀ ਹੈ ਉਹਨੂੰ ਤੁਸੀਂ ਕਿੱਦਾਂ ਲੈਂਦੇ ਆ ਜੀ। ਗੁਰੂ ਨਾਨਕ ਦੀ ਸਿੱਖੀ ਜਿਹੜੀ ਪਹਿਲੀ ਗੱਲ ਸਰਦਾਰ ਜਗਜੀਤ ਸਿੰਘ ਜੀ ਇਹ ਇਲਹਾਮ ਚੋਂ ਪੈਦਾ ਹੋਈ ਹੈ, ਨੰਬਰ 1। ਨੰਬਰ 2, ਗੁਰੂ ਨਾਨਕ ਦੀ ਸਿੱਖੀ ਨੂੰ ਗੁਰੂ ਨਾਨਕ ਦੇ ਪੰਥ ਨਾਲੋਂ ਤੁਸੀਂ ਵੱਖ ਕਰਕੇ ਨਹੀਂ ਦੇਖ ਸਕਦੇ। ਇਹ ਇਕੱਲਾ ਧਰਮ ਨਹੀਂ ਨਾ ਜੀ। ਅੱਛਾ, ਜਦੋਂ ਆਪਾਂ ਇੱਕ ਲਾਈਨ ਸਾਰੇ ਪੜ੍ਹ ਦਿੰਦੇ ਆ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਮੀਨ ਗਾਂਹ ਚੱਲਦੇ ਆ, ਇੱਥੇ ਗੁਰੂ ਨਾਨਕ ਦੀ ਸਿੱਖੀ ਦਾ ਇੱਕ ਸਿਧਾਂਤ ਆ ਜਿਹੜਾ ਕਿ ਹੋਰ ਕਿਸੇ ਧਰਮ 'ਚ ਨਹੀਂ। ਗੁਰੂ ਨਾਨਕ ਦੀ ਸਿੱਖੀ ਨੂੰ ਪਹਿਲਾਂ ਸਮਝ ਲਈਏ ਹੈ ਕੀ। ਜਦੋਂ ਇਹ ਕਿਹਾ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਤੇ ਗਾਂ ਥਾਪਿਆ ਲੈਣਾ ਜੀਵ ਦੇ ਗੁਰਿਆਈ ਸਿਰ ਛਤਰ ਫਰਾਇਆ, ਜੋਤੀ ਜੋਤ ਮਲਾਏ ਕੇ ਸਤਿਗੁਰੂ ਨਾਨਕ ਰੂਪ ਬਟਾਇਆ, ਲੱਖ ਨਾ ਕੋਈ ਸਕੀ ਆਚਰਜੇ ਅਚਰਜ ਦਿਖਾਇਆ, ਕਾਇਆ ਪਲਟ ਸਰੂਪ ਬਣਾਇਆ। ਗੁਰੂ ਨਾਨਕ ਸਾਹਿਬ ਨੇ ਆਪਣੀ ਜੋਤ ਜਿਹੜੀ ਉਹ ਭਾਈ ਲਹਿਣਾ ਹੀ ਦਿੱਤੀ। ਅਸੀਂ ਦੇਖੋ ਜਦੋਂ ਗੁਰੂ ਨਾਨਕ ਦੀ ਸਿੱਖੀ ਦੀ ਗੱਲ ਕਰਨੀ ਹੈ ਤਾਂ ਉਹ ਸਾਡੀ ਆਧਾਰਸ਼ਿਲਾ ਹੋਊਗੀ ਗੁਰੂ ਗ੍ਰੰਥ ਗੁਰੂ ਪੰਥ, ਕਿਉਂਕਿ ਪੰਥ ਵੀ ਤਾਂ ਗੁਰੂ ਨਾਨਕ ਨੇ ਚਲਾਇਆ। ਤੇ ਗੁਰੂ ਨਾਨਕ ਜਿਹੜੀ ਗੁਰੂ ਗ੍ਰੰਥ ਸਾਹਿਬ ਸਾਡੀ ਆਧਾਰਸ਼ਿਲਾ ਉਹਦੇ 'ਚ ਇਹ ਆ ਕਿ ਜੋਤ ਉਹ ਜੁਗ ਸਹਿ ਸਹਿਕਾ ਫਿਰ ਪਲਟ ਗਈ। ਆਪਾਂ ਬੜੀ ਡਿਟੇਲ 'ਚ ਗੱਲ ਕਰ ਆਏ ਹਾਂ। ਹੁਣ ਜਿਹੜੀ ਗੁਰੂ ਨਾਨਕ ਦੀ ਸਿੱਖੀ ਦੀ ਆਧਾਰਸ਼ਿਲਾ ਬਣੀ, ਇਹ ਬਣੀ ਗੁਰੂ ਗ੍ਰੰਥ ਗੁਰੂ ਪੰਥ। ਗੱਲ ਤੁਹਾਡੀ ਸਮਝ ਆਈ। ਹੁਣ ਜਿਹੜੀ ਗੁਰੂ ਪੰਥ ਦੀ ਵਿਆਖਿਆ ਇਹ ਅੰਗਰੇਜ਼ੀ 'ਚ ਨਹੀਂ ਹੋ ਸਕਦੀ ਜੀ। ਬਿਲਕੁਲ ਐਥਨੀਸਿਟੀ ਦੇ ਮੁਲਕ ਦੇ ਹਿਸਾਬ ਦੇ ਨਾਲ ਮਰਦਮਸ਼ੁਮਾਰੀ ਲਈ ਉਹ ਅੰਗਰੇਜ਼ੀ 'ਚ ਬੀਬਾ ਨੇ ਸਾਰੀ ਗੱਲ ਸਮਝਾਤੀ। ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਕਿ ਗੁਰੂ ਨਾਨਕ ਦੀ ਸਿੱਖੀ ਦਾ ਜਿਹੜਾ ਸਾਡਾ ਸਿਧਾਂਤ ਆ, ਗੁਰੂ ਗ੍ਰੰਥ ਗੁਰੂ ਪੰਥ ਖਾਲਸਾ ਪੰਥ, ਇਹਦਾ ਅੰਗਰੇਜ਼ੀ 'ਚ ਟਰਾਂਸਲੇਸ਼ਨ ਹੋਣਾ ਬੜਾ ਔਖਾ। ਗੁਰੂ ਨਾਨਕ ਨੇ ਦੇਖੋ ਪੰਥ ਚਲਾਇਆ ਜਦੋਂ ਜੀ, 5ਵੇਂ ਪਾਤਸ਼ਾਹ ਤੱਕ ਆ ਕੇ ਹਰ ਚੀਜ਼ ਜਿਹੜੀ ਹੈ ਉਹ ਬਿਲਕੁਲ ਦੇਖੋ, ਉਦੋਂ ਕੌਮ ਦਾ ਕੋਈ ਕਨਸੈਪਟ ਨਹੀਂ ਸੀ। ਉਦੋਂ ਪੰਥ ਹੀ ਤੁਹਾਡੀ ਕੌਮੀਅਤ ਸੀ ਜੀ, ਜਿਹੜੀ ਕਿ ਗੁਰੂ ਨਾਨਕ ਨੇ ਅਲੱਗ ਕਰ ਦਿੱਤੀ। 5ਵੇਂ ਪਾਤਸ਼ਾਹ ਦੇ ਆਉਣ ਵੇਲੇ ਤੱਕ ਤੁਹਾਡੇ ਕੋਲ ਧਰਮ ਗ੍ਰੰਥ ਆਪਣਾ, ਧਰਮ ਸਥਾਨ ਆਪਣਾ, ਔਰ ਪੰਥ ਦੀਆਂ ਸਾਰੀਆਂ ਰੋਹ ਰਵੀਤਾਂ ਜਿਹੜੀਆਂ ਉਹ ਤੁਹਾਡੀਆਂ ਆਪਣੀਆਂ ਜੀ। ਹੁਣ ਜਿਹੜੀ ਗੁਰੂ ਨਾਨਕ ਦੀ ਸਿੱਖੀ ਹੈ ਇਹਨੂੰ ਤੁਸੀਂ ਗੁਰੂ ਨਾਨਕ ਦੇ ਪੰਥ ਨਾਲੋਂ ਵੱਖ ਕਰਕੇ ਕਿੱਦਾਂ ਦੇਖੋਗੇ? ਇੱਕ ਇਹ ਗੱਲ। ਇੱਕ ਜਿਹੜਾ ਬਹੁਤ ਵੱਡਾ ਭੰਬਲ ਭੂਸਾ ਪੈ ਰਿਹਾ ਉਹ ਹੈ ਖਾਲਸਾ ਪੰਥ, ਨਿਰਮਲ ਪੰਥ। ਮੈਂ ਉਦੋਂ ਵੀ ਇਹਨੂੰ ਆਪਣਾ ਕਲੀਅਰ ਕੀਤਾ, ਪਰ ਅੱਜ ਫੇਰ ਕਰਦਾ ਕਿ ਸਿੱਖ ਦਾ ਬਹੁਵਚਨ ਹੈ ਖਾਲਸਾ। ਗੁਰੂ ਨਾਨਕ ਨੇ ਚਲਾਇਆ ਨਿਰਮਲ ਪੰਥ। 1699 ਦੀ ਵਿਸਾਖੀ ਨੂੰ ਜਦੋਂ ਸੰਪੂਰਨਤਾ ਹੋਈ, ਇਹ ਹੋ ਗਿਆ ਖਾਲਸਾ ਪੰਥ ਜੀ। ਹੁਣ ਜਿਹੜਾ ਸਰਦਾਰ ਜਗਜੀਤ ਸਿੰਘ ਜੀ ਸਿੱਖ ਕੌਮ ਦਾ ਕੌਮੀ ਸਰੂਪ ਆ, ਧਿਆਨ ਦੇਣ ਵਾਲੀ ਗੱਲ ਇਹ ਹੈ ਜੀ, ਸਿੱਖ ਕੌਮ ਦਾ ਕੌਮੀ ਸਰੂਪ ਆ ਖਾਲਸਾ ਪੰਥ। ਇਹਦੀ ਅੰਗਰੇਜ਼ੀ ਕਿੱਥੋਂ ਲਿਆਉਂਗੇ? ਬਿਲਕੁਲ ਬਿਲਕੁਲ। ਔਰ ਜਿਹੜਾ ਖਾਲਸਾ ਲਫ਼ਜ਼ ਆ ਇਹ ਆਪਾਂ ਦੱਸਿਆ ਵੀ ਇਹ ਸਿੱਖ ਦਾ ਬਹੁਵਚਨ ਹੈ। ਇਹ ਸਰਦਾਰ ਜਗਜੀਤ ਸਿੰਘ ਜਿਹੜਾ ਭੁਲੇਖਾ ਕਿੱਥੋਂ ਪੈਂਦਾ ਕਿ ਜਦੋਂ ਅਸੀਂ ਆਪਣਾ ਸਿਧਾਂਤ ਆ ਦੋਨੋਂ ਗਰੁੱਪ ਜਿਹੜੇ ਆ ਇਹ ਸਿਧਾਂਤ ਨੂੰ ਪਾਸੇ ਰੱਖ ਕੇ ਬਹਿਸਦੇ ਆ। ਗੱਲ ਸਮਝ ਆਈ ਨਾ ਜੀ ਜੀ। ਜਦੋਂ 1699 'ਚ ਸਿੱਖ ਕੌਮ ਦਾ ਕੌਮੀ ਸਰੂਪ ਖਾਲਸਾ ਪੰਥ ਹੋ ਗਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਕਿਹਾ ਕਿ ਰਾਜ ਕਰੇਗਾ ਖਾਲਸਾ। ਉਹਨਾਂ ਵੀ ਲਫ਼ਜ਼ ਜਿਹੜਾ ਉਹ ਖਾਲਸਾ ਵਰਤਿਆ। ਬੰਦਾ ਸਿੰਘ ਬਹਾਦਰ ਜਦੋਂ ਖਾਲਸਾ ਰਾਜ ਦੀ ਸਥਾਪਨਾ ਕਰਦੇ ਆ
ਤੇ ਉਹ ਵੀ ਆਪਣੀ ਪਾਰਲੀਮੈਂਟ ਦਾ ਨਾਂ ਰੱਖਦੇ ਦਰਬਾਰੇ ਖਾਲਸਾ। ਜੀ। ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਆਪਣਾ ਰਾਜ ਕਰਦੇ ਆ, ਉੱਥੇ ਸਿੱਖ ਬਾਦਸ਼ਾਹ ਬਣਦੇ ਆ ਜੀ, ਤੇ ਉਹ ਵੀ ਚਲਾਉਂਦੇ ਸਰਕਾਰੇ ਖਾਲਸਾ। ਖਾਲਸਾ। ਜੀ। ਉਦੋਂ ਬਾਅਦ ਗਿਆਨੀ ਦਿੱਤ ਸਿੰਘ ਹੋਣਾ ਦਾ ਜਦੋਂ ਸਮਾਂ ਆਉਂਦਾ ਤੇ ਉਹ ਅਖਬਾਰ ਕੱਢਦੇ ਆ ਖਾਲਸਾ ਦਰਬਾਰ ਨਹੀਂ ਖਾਲਸਾ ਅਖਬਾਰ, ਖਾਲਸਾ ਅਖਬਾਰ, ਉਹ ਵੀ ਖਾਲਸਾ ਅਖਬਾਰ ਕੱਢਦੇ ਜੀ। ਆ। ਔਰ ਗਿਆਨੀ ਦਿੱਤ ਸਿੰਘ ਜੀ ਹੋਣੀ ਸਾਰੇ ਆਪਣੇ ਉਸ ਵੇਲੇ ਲੇਖਾਂ 'ਚ ਖਾਲਸਾ ਕੌਮ ਲਿਖਦੇ ਰਹੇ। ਜੀ। ਜੀ। ਖਾਲਸਾ ਕੌਮ, ਖਾਲਸਾ ਪੰਥ ਸਾਡੀ ਕੌਮ ਦੀ ਪਛਾਣ ਹੋ ਗਈ। ਔਰ ਅੱਜ ਵੀ ਇਹ ਬੀਬਾ ਜੀ ਜਿਹੜਾ ਪ੍ਰੋਗਰਾਮ ਦੇ ਰਹੇ ਉਹਦਾ ਨਾਮ ਵੀ ਕਰਤਾਰੇ ਖਾਲਸਾ। ਜੀ। ਜੀ। ਹੁਣ ਖਾਲਸਾ ਪੰਥ ਦੀ ਅੰਗਰੇਜ਼ੀ ਨਹੀਂ ਲੱਭ ਸਕਦੇ ਤੁਸੀਂ। ਇਹਦਾ ਸਿਧਾਂਤ ਏਡਾ ਵੱਡਾ ਉੱਚਾ ਬਿਲਕੁਲ ਕਿ ਖਾਲਸਾ ਪੰਥ ਦੇ ਵਿੱਚ ਕਈ ਕੌਮਾਂ, ਜਿਹੜੀ ਇਹ ਵੀ ਗਿਆਨੀ ਦਿੱਤ ਸਿੰਘ ਉਹਨਾਂ ਨੇ ਫੈਸਲਾ ਦਿੱਤਾ ਸੀ ਕਿ ਭਾਈ ਖਾਲਸਾ ਪੰਥ 'ਚ ਕੋਈ ਵੀ ਕੌਮ, ਜਾਤ, ਮਜ਼ਹਬ ਦਾ ਬੰਦਾ ਆ ਸਕਦਾ, ਪਰ ਉਹ ਖੰਡੀ ਬਾਟੀ ਦੀ ਪਹੁੜ ਲੈ ਕੇ ਆ ਜੀ। ਹੁਣ ਆਪਾਂ ਗੱਲ ਨੇੜੇ ਕਰੀਏ ਕਿ ਜਿਹੜੀ ਗੁਰੂ ਨਾਨਕ ਦੀ ਸਿੱਖੀ ਆ, ਉਹਦਾ ਜਿਹੜਾ ਸਰੂਪ ਹੈ ਭਾਈ, ਉਹ ਆ ਗੁਰੂ ਗ੍ਰੰਥ, ਗੁਰੂ ਪੰਥ ਤੇ ਖਾਲਸਾ ਪੰਥ। ਇਹਨੂੰ ਅੰਗਰੇਜ਼ੀ 'ਚ ਟਰਾਂਸਲੇਸ਼ਨ ਕਰਨਾ ਜਿਹੜਾ ਇਹ ਨਹੀਂ ਹੋ ਸਕਦਾ। ਕਈ ਲਫ਼ਜ਼ ਜਿਹੜੇ ਆ ਉਹ ਨਹੀਂ ਬਣੇ। ਦੂਜੀ ਗੱਲ ਆ ਜਿਹੜੀ ਪੰਜਾਬੀ ਤੇ ਗੁਰਮੁਖੀ ਦਾ ਰੌਲਾ ਪਾਉਂਦੇ ਆ, ਪੰਜਾਬੀ ਇੱਕ ਸਿਰਫ ਲੈਂਗੁਏਜ ਆ ਜੀ। ਗੁਰੂ ਨਾਨਕ ਸਾਹਿਬ ਨੇ ਉਦੋਂ, ਕਿਉਂਕਿ ਪੰਜਾਬੀ ਆਪ ਬੋਲੀ ਜਾਂਦੀ ਸੀ, ਉਹਨੂੰ ਗੁਰਮੁਖੀ ਲਿਪੀ ਦਿੱਤੀ। ਜੀ। ਹੁਣ ਇਹ ਜਿੰਨਾ ਵੀ ਪੰਜਾਬੀ ਸਾਹਿਤ ਲਿਖਦੇ, ਪੰਜਾਬੀ ਗਾਣੇ ਲਿਖਦੇ, ਉਹ ਲਿਖੇ ਤੇ ਗੁਰਮੁਖੀ ਲਿਪੀ ਜਾਣੇ ਨਾ ਜੀ। ਜੀ। ਬੜੀ ਸਪਸ਼ਟ ਗੱਲ ਹੋ ਗਈ ਨਾ। ਹੁਣ ਜਿਹੜੇ ਗੁਰਮਤ ਦੇ ਅਰਥ ਆ ਉਹ ਗੁਰਮੁਖੀ 'ਚ ਹੀ ਸਮਝੇ ਜਾ ਸਕਦੇ ਆ, ਅੰਗਰੇਜ਼ੀ 'ਚ ਨਹੀਂ ਸਮਝੇ ਜਾ ਸਕਦੇ। ਬਿਲਕੁਲ। ਇਸ ਕਰਕੇ ਗੁਰੂ ਨਾਨਕ ਦੀ ਸਿੱਖੀ ਨੂੰ ਅੰਗਰੇਜ਼ੀ ਦੇ ਨਾਲ ਜੋੜ ਕੇ ਗੱਲ ਕਰਨੀ ਵੀ ਇਹ ਗੁਰੂ ਨਾਨਕ, ਜੇ ਐਥਨੀਸਿਟੀ ਸਿੱਖ ਲਿਖਿਆ ਇਹਦੇ ਨਾਲ ਗੁਰੂ ਨਾਨਕ ਦੀ ਸਿੱਖੀ ਘਟੂ, ਐਸੀ ਨਹੀਂ ਗੱਲ ਹੈ। ਐਥਨੀਸਿਟੀ ਸਿਰਫ ਆਪਾਂ ਲਿਖੀ ਆ ਪਛਾਣ ਵਾਸਤੇ। ਸਿੱਖੀ 'ਚ ਰਹਿਤ ਮਰਿਆਦਾ 'ਚ ਇੱਕ ਹੋ ਗਿਆ ਕਿ ਸਿੱਖ ਕੌਣ ਆ। ਇਹ ਗੱਲ ਮੈਂ ਥੋੜੀ ਜਿਹੀ ਸਪਸ਼ਟ ਕਰ ਦਿਆਂ। ਉਹ ਕੀ ਆ ਵੀ ਜਿਹੜਾ 10 ਪਾਤਸ਼ਾਹੀਆਂ ਨੂੰ ਇੱਕ ਜੋਤ ਮੰਨਦਾ, 10 ਪਾਤਸ਼ਾਹੀਆਂ ਦੀ ਬਾਣੀ ਨੂੰ ਮੰਨਦਾ, ਗੁਰੂ ਗ੍ਰੰਥ ਸਾਹਿਬ ਨੂੰ ਮੁਕਤੀਦਾਤਾ ਮੰਨਦਾ, ਸ੍ਰੀ ਦਸ਼ਮੇਸ਼ ਦੇ ਖੰਡੇ ਬਾਟੇ ਤੇ ਨਿਸ਼ਚਾ ਰੱਖਦਾ, ਸ਼ੱਕ ਜਦੋਂ ਮਰਜ਼ੀ ਲਵੇ। ਜੀ। ਅਗਲੀ ਖਾਸ ਗੱਲ, ਜਿਹੜਾ ਹੋਰ ਕਿਸੇ ਧਰਮ ਨੂੰ ਨਹੀਂ ਮੰਨਦਾ। ਜੀ। ਜਿਹੜਾ ਸਿੱਖ ਦੋ ਧਰਮਾਂ ਨੂੰ ਮੰਨਦਾ ਉਹ ਸਿੱਖ ਹੋ ਹੀ ਨਹੀਂ ਸਕਦਾ। ਵੈਸੇ ਕੋਈ ਵੀ ਬੰਦਾ ਦੋ ਧਰਮ ਕਿੱਦਾਂ ਰੱਖ ਸਕਦਾ? ਜੀ। ਧਰਮ ਤੇ ਇੱਕੋ ਹੋਊ ਨਾ। ਬਿਲਕੁਲ। ਅਗਲੀ ਆ ਗਈ, ਇਹ ਆ ਗਈ ਤੁਹਾਡੀ ਸ਼ਖਸੀ ਰਹਿਣੀ, ਔਰ ਦੂਜੀ ਆ ਗਈ ਤੁਹਾਡੀ ਪੰਥਕ ਰਹਿਣੀ। ਖਾਸ ਨੋਟ ਕਰਨ ਵਾਲੀ ਗੱਲ ਹੈ ਜਿਹੜੀ। ਔਰ ਸਾਡੀ ਜਿਹੜੀ ਜਿਹਨੂੰ ਇਹਨੇ ਅੱਗੇ ਚਲਾਉਣਾ ਉਹ ਹੈ ਜਿਹੜੀ ਪੰਥਕ ਰਹਿਣੀ। ਔਰ ਪੰਥਕ ਰਹਿਣੀ ਬੜੀ ਸਪਸ਼ਟ ਆ। ਇਹ ਖਾਸ ਜਗਜੀਤ ਸਿੰਘ ਜੀ ਆ ਜਿਹੜੇ ਦੋਨੋਂ ਬੈਂਸੀ ਜਾਂਦੇ ਆ ਨਾ, ਇਹਨਾਂ ਦੇ ਮੈਂ ਚਰਨਾਂ 'ਚ ਬੇਨਤੀ ਕਰਦਾ ਕਿ ਗੁਰੂ ਪੰਥ ਹੈ ਕੀ। ਹੁਣ ਇਹ ਸਿੱਖ ਧਰਮ ਦੀ ਇੱਕ ਧੜਾ ਵਿਆਖਿਆ ਕਰ ਰਿਹਾ, ਉਹ ਪੰਥ ਨੂੰ ਬਿਲਕੁਲ ਹੀ ਪਾਸੇ ਕਰ ਰਿਹਾ। ਪੰਥ ਨੂੰ ਪਾਸੇ ਕਰਕੇ ਸਿੱਖ ਧਰਮ ਦੀ ਵਿਆਖਿਆ ਕਿੱਦਾਂ ਕਰੋਗੇ ਤੁਸੀਂ? ਬਿਲਕੁਲ। ਉਹ ਗੁਰੂ ਨਾਨਕ ਸਾਹਿਬ ਦੇ ਜੀ ਆਪਾਂ ਕਹਿ ਲਈਏ ਰਾਜਸੀ ਕੌਮ ਨੂੰ ਜਿਹੜਾ ਬਿਲਕੁਲ ਹੀ ਪਾਸੇ ਰੱਖਿਆ ਜਾ ਰਿਹਾ। ਇਹ ਖਾਸ ਧਿਆਨ ਜਿਹੜੀ ਇੱਕ ਹੋਰ ਵੀ ਗੱਲ ਦੇਣ ਵਾਲੀ ਹੈ, ਤੁਸੀਂ ਸਿੱਖ ਮਰਿਆਦਾ 'ਚ ਗੁਰੂ ਪੰਥ ਦੀ ਵਿਆਖਿਆ ਪੜ੍ਹੋ ਕੀ ਹੈ। ਜੀ। ਜੀ। ਜਿਹਦੀ ਤਿਆਰੀ 10 ਪਾਤਸ਼ਾਹੀਆਂ ਨੇ ਕੀਤੀ। ਪੰਥ ਦੀ ਤਿਆਰੀ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਜੀ। ਇਹਨੂੰ ਵੱਖ ਵੀ ਨਹੀਂ ਕਰ ਸਕਦੇ ਤੁਸੀਂ। ਜਿੱਦਾਂ ਆਮ ਵੀ ਉਹ ਗੁਰੂ ਗੋਬਿੰਦ ਸਿੰਘ ਖਾਲਸਾ ਪੰਥ ਸਾਜਿਆ ਜੀ, ਪੰਥ ਤਾਂ ਚਲਾਇਆ ਗੁਰੂ ਨਾਨਕ ਨੇ, ਸਾਜਿਆ ਮੀਨ ਉਹਨੂੰ ਸੰਪੂਰਨਤਾ ਦਿੱਤੀ ਗੁਰੂ ਗੋਬਿੰਦ ਸਿੰਘ ਨੇ। ਉਹਦਾ ਨਾਂ ਨਿਰਮਲ ਪੰਥ ਤੋਂ ਖਾਲਸਾ ਪੰਥ ਹੋ ਗਿਆ। ਜੀ। ਜਿਹਦੀ ਤਿਆਰੀ 10 ਪਾਤਸ਼ਾਹੀਆਂ ਨੇ ਕੀਤੀ, ਉਹਨੂੰ ਅੰਤਮ ਸਰੂਪ ਬਣ ਕੇ ਗਰਿਆਈ ਗੁਰੂ ਗੋਬਿੰਦ ਸਿੰਘ ਜੀ ਨੇ ਸੌਂਪੀ। ਜੀ। ਜੀ। ਹੁਣ ਇਹ ਸਾਰੇ ਧੜੇ ਜਿਹੜੇ ਆ ਇਹ ਸਾਡੇ ਸਿਧਾਂਤ ਤੋਂ ਬਿਲਕੁਲ ਪਾਸੇ ਜਾ ਰਹੇ। ਸਿਧਾਂਤ ਕੀ ਹੈ? ਜਦੋਂ ਸਰਦਾਰ ਜਗਜੀਤ ਸਿੰਘ ਜੀ ਆਪਾਂ ਕਹਿੰਦੇ ਜੋਤ ਤੇ ਜੁਗਤ, ਜੁਗਤ ਕੀ ਆ? ਪੰਜਾਂ ਪਿਆਰਿਆਂ ਦੀ। ਜੀ। ਔਰ ਪੰਜ ਪਿਆਰੇ ਕੋ ਸਰੀਰ ਨਹੀਂ ਹੈ। ਜੋਤ ਗੁਰੂ ਗ੍ਰੰਥ ਸਾਹਿਬ, ਜੁਗਤ ਪੰਜ ਪਿਆਰੇ। ਮੈਂ ਲੱਗਦੇ ਹੱਥੀ ਇੱਕ ਹੋਰ ਗੱਲ ਕਲੀਅਰ ਕਰਦਾ, ਸਰਬੱਤ ਖਾਲਸੇ ਦੀ। ਜੀ। ਸਰਬੱਤ ਖਾਲਸਾ ਜਦੋਂ ਹੁੰਦਾ ਹੈ ਸਰਦਾਰ ਜਗਜੀਤ ਸਿੰਘ ਜੀ, ਸਰਬੱਤ ਖਾਲਸਾ ਕੋ ਸਿੱਖਾਂ ਦੇ ਇਕੱਠ ਨੂੰ ਨਹੀਂ ਕਿਹਾ ਜਾਂਦਾ ਹੈ। ਉੱਥੇ ਜਿਹੜੇ ਮਿਸਲਾਂ ਦੇ ਸਰਦਾਰ ਆਉਂਦੇ ਸੀ ਜੀ, ਉਹ ਸਾਰੇ ਇਕੱਠੇ ਹੋ ਕੇ ਪਹਿਲਾਂ ਇੱਕ ਪਿਆਰਾ ਚੁਣਦੇ ਸੀ। ਮੈਂ ਤੁਹਾਡਾ ਨਾਮ ਲੈਤਾ,
ਉਹਦੇ ਬਾਰੇ ਪੁੱਛਿਆ ਜਾਣਾ। ਇਦਾਂ 5 ਪਿਆਰੇ ਚੁਣੇ ਜਾਂਦੇ ਸੀ। ਉਹ ਜਿਹੜੇ 5 ਪਿਆਰੇ ਚੁਣੇ ਜਾਂਦੇ ਸੀ ਪੰਥ ਦੇ ਵਿੱਚੋਂ, ਉਹ ਗੁਰਮਤਾ ਕਰਦੇ ਸੀ। ਉਹ ਗੁਰਮਤਾ ਜਿਹੜਾ ਉਹ ਪੰਥ ਤੇ ਲਾਗੂ ਹੁੰਦਾ ਸੀ। ਜੀ ਜੀ। ਸੋ ਇਹ ਸਾਰਾ ਜਿਹੜਾ ਸਿਧਾਂਤ ਹੈ, ਇਹਦੇ ਤੋਂ ਅਸੀਂ ਹੁਣ ਲੱਗਦੀ ਵੀ ਨਹੀਂ ਲੰਘਦੇ। ਔਰ ਇਹ ਜਿਹੜਾ ਖਾਲਸਾ ਤੇ ਸਿੱਖ ਦਾ ਫਰਕ ਪਾਇਆ, ਫਿਰ ਅਗਲੀ ਗੱਲ ਇੱਕ ਵਿੱਚ ਰਹਿ ਗਈ ਕਿ ਆਪਾਂ ਜਿਹੜੀ ਅਰਦਾਸ ਕਰਦੇ ਆ ਉਹ ਵੀ ਕਰਦੇ ਆ ਪ੍ਰਥਮ ਸਰਬੱਤ ਖਾਲਸਾ ਕੀ ਅਰਦਾਸ ਆ, ਉੱਥੇ ਸਿੱਖ ਲਫ਼ਜ਼ ਨਹੀਂ ਵਰਤਦੇ। ਇਹ ਸਿੱਖ ਤੇ ਖਾਲਸਾ 'ਚ ਨਖੇੜਾ ਪਾਇਆ ਮਹਾਤਮਾ ਗਾਂਧੀ ਨੇ 1947 ਤੋਂ ਬਾਅਦ। ਔਰ ਉਹ ਨਖੇੜਾ ਜਿਹੜਾ ਪਾਇਆ, ਇਹਦਾ ਬਕਾਇਦਾ ਰੈਫਰੈਂਸ ਦਿੱਤਾ ਇਤਿਹਾਸ 'ਚ ਸਿੱਖ ਸੰਗਤ ਸਿੰਘ ਨੇ ਜੀ। ਉਹ ਕਹਿੰਦਾ ਵੀ ਸਿੱਖੀ ਤੇ ਖਾਲਸੇ ਦੇ ਵਿਚਕਾਰ ਨਖੇੜਾ ਇੱਕ ਬੜੀ ਸਾਜ਼ਿਸ਼ ਦੇ ਤਹਿਤ ਕਰਮਚੰਦ ਗਾਂਧੀ ਨੇ ਪਾਇਆ। ਔਰ ਨਾਲ ਉਹਨੇ ਇਹ ਵੀ ਕਹਿ ਦਿੱਤਾ ਵੀ ਜਿਹੜੇ ਸਿੱਖ ਆ ਹੁਣ ਇਹਨਾਂ ਨੂੰ ਖਾਲਸੇ ਦੀ ਰਹਿਤ ਹੀ ਛੱਡ ਦੇਣੀ ਚਾਹੀਦੀ ਹੈ। ਮਹਾਤਮਾ ਗਾਂਧੀ ਨੇ ਜੀ ਜੀ। ਵੀ ਇਹ ਜਿਹੜਾ ਖਾਲਸਾ ਆ ਇਹ ਤਾਂ ਸਿਰਫ ਹਿੰਦੂਆਂ ਦਾ ਇੱਕ ਜੁਝਾਰੂ ਜਥਾ ਸੀ, ਤਾਂ ਹੁਣ ਖਾਲਸੇ ਦੀ ਲੋੜ ਨਹੀਂ ਹੈ। ਇਹ ਉੱਥੋਂ ਜਿਹੜੇ ਸਾਡਿਆਂ ਨੇ ਇਹਦੇ ਬੜਾ ਧਿਆਨ ਨਹੀਂ ਦਿੱਤਾ ਜੀ। ਇਹ ਮਹਾਤਮਾ ਗਾਂਧੀ ਨੇ ਸਿੱਖ ਤੇ ਖਾਲਸੇ 'ਚ ਨਖੇੜਾ ਪਾਇਆ ਸੀ। ਸੋ ਇਸ ਕਰਕੇ ਮੈਂ ਇੱਕ ਬੇਨਤੀ ਕਰੂੰਗਾ ਕਿ ਗੁਰੂ ਨਾਨਕ ਦੀ ਸਿੱਖੀ ਜਿਹੜੀ ਆ ਉਹ ਕਿਸੇ ਅੰਗਰੇਜ਼ੀ ਦੇ ਲਫ਼ਜ਼ ਕਹਿਰ ਨਹੀਂ ਕੀਤੀ ਜਾ ਸਕਦੀ। ਜੀ ਬਿਲਕੁਲ। ਤੇ ਕਿਰਨਪ੍ਰੀਤ ਜੀ, ਤੁਹਾਡੇ ਕੋਲੋਂ ਵੀ ਇਹੀ ਆਪਾਂ ਸਵਾਲ ਪੁੱਛਾਂਗੇ ਕਿ ਜਦੋਂ ਅਸੀਂ ਅੰਗਰੇਜ਼ੀ ਦੇ ਸ਼ਬਦਾਂ ਦੇ ਵਿੱਚ ਜਾਂਦੇ ਹਾਂ ਤੇ ਫਿਰ ਜਿੱਦਾਂ ਖਾਸ ਕਰਕੇ ਗੁਰੂ ਨਾਨਕ ਸਾਹਿਬ ਬਾਰੇ ਰਿਫਾਰਮਰ ਕਿਹਾ ਜਾਂਦਾ, ਦੂਜੇ ਬੰਨੇ ਜੇ ਆਪਾਂ ਦੇਖੀਏ ਕਿਆ ਹੈ ਜੋ ਆਪਾਂ ਕਹਿ ਲਈਏ ਕਿ ਗੁਰਬਾਣੀ ਦੇ ਵਿੱਚ ਜੋ ਆਉਂਦਾ ਹੈਗਾ ਕਿ ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ, ਤੇ ਹੁਣ ਇਹਨੂੰ ਜੇ ਆਪਾਂ ਰਿਫਾਰਮਰ, ਐਥਨੀਸਿਟੀ, ਨੈਸ਼ਨੈਲਿਟੀ, ਇਹ ਸਾਡੀਆਂ ਟਰਮਸ ਨਹੀਂ ਹੈਗੀਆਂ। ਗੁਰੂ ਨਾਨਕ ਸਾਹਿਬ ਨੇ ਇਹਨਾਂ ਨੂੰ ਆਲਰੇਡੀ ਰਿਜੈਕਟ ਕੀਤਾ ਹੋਇਆ। ਮੈਂ ਸ਼ੁਰੂ ਕਰੂੰਗੀ ਜਿਹੜਾ ਤੁਹਾਡਾ ਪਹਿਲਾ ਕੁਐਸਚਨ ਸੀਗਾ ਕਿ ਆਪਾਂ ਸਿੱਖੀ ਨੂੰ ਨੈਰੋ ਡਾਊਨ ਨਾ ਕਰੀਏ, ਗੁਰੂ ਨਾਨਕ ਦੀ ਸਿੱਖੀ ਨੂੰ। ਜੀ। ਮੈਨੂੰ ਨਾ ਇਹ ਕੁਐਸਚਨ ਮੈਂ ਬੜੀ ਜਗ੍ਹਾ ਤੇ ਪੜ੍ਹਿਆ ਆ, ਪਰ ਮੈਨੂੰ ਇਹ ਕੁਐਸਚਨ ਕਦੀ ਸਮਝ ਨਹੀਂ ਆਇਆ ਕਿ ਉਹ ਕਹਿਣਾ ਕੀ ਚਾਹੁੰਦੇ ਆ। ਗੁਰੂ ਨਾਨਕ ਦੀ ਸਿੱਖੀ ਨੈਰੋ ਡਾਊਨ ਹੋਊਗੀ ਕਿਦਾਂ ਜਦੋਂ ਤੁਸੀਂ ਕਹੋਗੇ ਕਿ ਮੈਂ ਸਿੱਖ ਹਾਂ ਜੀ ਤੇ ਮੇਰੀ ਪਹਿਚਾਣ ਇਹ ਆ, ਹੈ ਨਾ, ਤਾਂ ਉਹ ਕਿੱਦਾਂ ਨੈਰੋ ਡਾਊਨ ਹੁੰਦੀ ਆ? ਉਹ ਇਹਨੂੰ ਕਿਸ ਤਰੀਕੇ ਨਾਲ ਕਹਿੰਦੇ ਆ? ਆਪਣੇ ਆਪ ਨੂੰ, ਜੇ ਤੁਸੀਂ ਆਪਣੇ ਆਪ ਨੂੰ ਪੰਜਾਬੀ ਟਿਕ ਕਰਦੇ ਆ ਜਾਂ ਕੋਈ ਹੋਰ ਕੁਝ ਹੋਰ ਟਿਕ ਕਰਦਾ ਆ, ਤੇ ਉਹਦੇ ਨਾਲ ਤਾਂ ਤੁਸੀਂ ਕਾਊਂਟਿੰਗ ਵਿੱਚ ਵੀ ਨਹੀਂ ਹੁੰਦੇ। ਜੇ ਆਪਾਂ ਸਿਰਫ ਸੈਂਸਸ ਦੀ ਗੱਲ ਕਰੀਏ ਤੇ, ਹੈ ਨਾ, ਜੀ ਬਿਲਕੁਲ, ਤਾਂ ਫਿਰ ਉਹ ਨੈਰੋ ਡਾਊਨ ਕਿੱਦਾਂ ਹੋਊਗੀ? ਜਿੰਨੇ ਜ਼ਿਆਦਾ ਲੋਕ ਸਿੱਖ ਲਿਖਣਗੇ ਸਗੋਂ ਉਹਦਾ ਵਿਸਤਾਰ ਹੁੰਦਾ ਆ ਕਿ ਘੱਟ ਹੁੰਦੀ ਆ? ਇਹ ਮੈਨੂੰ ਕਦੀ ਇਹਨਾਂ ਦਾ ਸਵਾਲ ਕਿਸ ਬੇਸ ਦੇ ਉੱਤੇ ਪੁੱਛਿਆ ਜਾਂਦਾ ਆ, ਮੈਨੂੰ ਇਹਦੀ ਕਦੀ ਗੱਲ ਸਮਝ ਨਹੀਂ ਆਈ। ਦੂਜੀ ਗੱਲ ਜਿਹੜੀ, ਵੈਸੇ ਤਾਂ ਖੈਰ ਅੰਕਲ ਨੇ ਸਾਰਾ ਕੁਝ ਦੱਸ ਦਿੱਤਾ, ਪਰ ਜਦੋਂ ਆਪਾਂ ਜਿਹੜੇ ਵਰਡਸ ਆ ਨਾ, ਇੱਕ ਮੈਨੂੰ ਉਹਨਾਂ ਦਾ ਨਾਮ ਪੂਰਾ ਵਿਸਰਦਾ ਆ, ਰਾਜੀਵ ਕੁਮਾਰ ਨੇ ਜਾਂ ਰਾਜੀਵ ਤਿਆਗੀ ਨੇ। ਉਹ ਹਿੰਦੂਇਜ਼ਮ ਦੇ ਉੱਤੇ ਬਹੁਤ ਖੂਬਸੂਰਤ ਕੰਮ ਕਰ ਰਹੇ ਆ, ਕਿਉਂਕਿ ਉਹ ਆਪ ਹਿੰਦੂ ਆ ਤੇ ਹਰ ਇੱਕ ਬੰਦੇ ਦਾ ਇਹ ਮੌਲਿਕ ਹੱਕ ਆ ਕਿ ਉਹ ਆਪਣੇ ਧਰਮ ਬਾਰੇ ਕੰਮ ਕਰੇ। ਉਹ ਬਹੁਤ ਸੋਹਣਾ ਕੰਮ ਕਰ ਰਹੇ। ਉਹਨਾਂ ਨੇ ਹੁਣੇ ਇੱਕ ਕਿਤਾਬ ਜਿਹੜੀ ਆ ਨਾ, ਉਹ ਨਾਨ ਟ੍ਰਾਂਸਲੇਟੇਬਲ ਵਰਡਸ ਦੀ ਕੱਢੀ ਆ। ਜੀ। ਉਹਨਾਂ ਨੇ ਕੁਝ ਸੰਸਕ੍ਰਿਤ ਦੇ ਐਸੇ ਅੱਖਰ ਕੱਢੇ ਆ ਜਿਹੜੇ ਕਿ ਤੁਸੀਂ ਟ੍ਰਾਂਸਲੇਟ ਨਹੀਂ ਕਰ ਸਕਦੇ, ਔਰ ਕਿਉਂਕਿ ਉਹ ਟ੍ਰਾਂਸਲੇਟ ਨਹੀਂ ਹੋ ਸਕਦੇ, ਇਸ ਕਰਕੇ ਜਿਹੜਾ ਸਨਾਤਨ ਧਰਮ ਆ ਉਹਨਾਂ ਦੇ ਅਕੋਰਡਿੰਗ ਕਿ ਉਹ ਬਹੁਤ ਬੁਰੀ ਤਰੀਕੇ ਨਾਲ ਇੰਟਰਪ੍ਰੇਟ ਕੀਤਾ ਗਿਆ, ਗਲਤ ਇੰਟਰਪ੍ਰੇਟ ਕੀਤਾ ਗਿਆ। ਠੀਕ ਆ, ਇਹੀ ਚੀਜ਼ ਜਿਹੜੀ ਆ ਉਹ ਸਾਡੇ ਤੇ ਵੀ ਲਾਗੂ ਹੁੰਦੀ ਆ। ਹੁਣ ਜਿੱਦਾਂ ਤੁਸੀਂ ਖਾਲਸਾ ਪੰਥ ਦੀ ਗੱਲ ਕੀਤੀ, ਹੁਣ ਇੱਕ ਛੋਟੀ ਜੀ ਗੱਲ ਮੈਂ ਇਹ ਕਹਿਣੀ ਆ ਕਿ ਜਦੋਂ ਗੁਰਬਾਣੀ ਇਸ ਜੱਗ ਮੈਂ ਚਾਨਣ, ਹੈ ਨਾ, ਜਾਂ ਧੁਰ ਕੀ ਬਾਣੀ ਆਈ ਜਨ ਸਗਲੀ ਚਿੰਤ ਮਿਟਾਈ, ਇਹਨੂੰ ਤੁਸੀਂ ਟ੍ਰਾਂਸਲੇਟ ਕਰੋ, ਕਿੱਦਾਂ ਕਰੋਗੇ? ਔਰ ਜੇ ਤੁਸੀਂ ਟ੍ਰਾਂਸਲੇਟ ਕਰੋਗੇ ਇਹਦਾ ਜਿਹੜਾ ਅਸੈਂਸ ਆ ਉਹ ਹੀ ਖਤਮ ਹੋ ਜਾਣੀ ਹੈ ਨਾ। ਇਸੇ ਤਰੀਕੇ ਨਾਲ ਜਦੋਂ ਆਪਾਂ ਨੇਸ਼ਨਹੁੱਡ ਜਾਂ ਕਮਿਊਨਿਟੀ ਜਾਂ ਐਥਨੀਸਿਟੀ ਦੀ ਗੱਲ ਕਰਦੇ ਆ ਔਰ ਉਹਨੂੰ ਇੱਕ ਆਪਾਂ ਸਿੱਖੀ ਦੇ ਉੱਤੇ ਲਾ ਕੇ ਦੇਖਦੇ ਆ, ਤਾਂ ਉਹਦਾ ਜਿਹੜਾ ਐਗਜ਼ੈਕਟ ਟ੍ਰਾਂਸਲੇਟੇਬਲ ਵਰਡ ਹੈ ਨਹੀਂ, ਹੈ ਨਾ। ਹਾਊਐਵਰ, ਕਿਉਂਕਿ ਅਸੀਂ ਇੱਕ ਐਸੇ ਮਾਹੌਲ ਦੇ ਵਿੱਚ ਰਹਿ ਰਹੇ ਹਾਂ ਕਿ ਸਾਨੂੰ ਇਹਨਾਂ ਵਰਡਸ ਤੋਂ ਹੀ ਮੀਨਿੰਗ ਲੱਭਣੇ ਪੈਣੇ ਆ। ਬਿਲਕੁਲ। ਤਾਂ ਆਪਾਂ ਇਹ ਦੇਖੀਏ ਕਿ ਨੇਸ਼ਨ ਦਾ ਮਤਲਬ ਕੀ ਆ, ਹੈ ਨਾ। ਹੁਣ ਨੇਸ਼ਨ ਕਿਹਨੂੰ ਕਹਿੰਦੇ ਆ? ਇੱਕ ਜ਼ਮੀਨ ਜਿਸ ਦੇ ਉੱਤੇ ਇੱਕ ਪਾਰਟਿਕੂਲਰ ਤਰ੍ਹਾਂ ਦੀ ਵਿਚਾਰਧਾਰਾ ਦਾ ਰਾਜ ਹੋਵੇ, ਜੀ, ਚਾਹੇ ਉਹ ਡੈਮੋਕ੍ਰੇਸੀ ਆ, ਪਰ ਡੈਮੋਕ੍ਰੇਸੀ ਵੀ ਇੱਕ ਤਰ੍ਹਾਂ ਦੀ ਵਿਚਾਰਧਾਰਾ ਹੀ ਆ, ਹੈ ਨਾ। ਜੀ ਜੀ। ਹੁਣ ਗੁਰੂ ਨਾਨਕ ਪਾਤਸ਼ਾਹ ਜਦੋਂ ਕਰਤਾਰਪੁਰ ਸਾਹਿਬ ਵਸਾ ਦਿੰਦੇ ਆ, ਤਾਂ ਉਹ ਉੱਥੇ ਉਹਨਾਂ ਨੇ, ਜੇ ਉਹਨਾਂ ਨੂੰ ਆਪਾਂ ਕਹੀਏ ਕਿ ਉਹ ਕੋਈ ਉਹਨਾਂ ਨੂੰ ਭਗਤੀ ਮੂਵਮੈਂਟ ਨਾਲ ਲਾਉਂਦਾ, ਕੋਈ ਕਿਸੇ ਤਰੀਕੇ ਨਾਲ ਲਾਉਂਦਾ, ਤਾਂ ਉੱਥੇ ਉਹਨਾਂ ਇਸ ਵਾਸਤੇ ਤਾਂ ਨਹੀਂ ਕੀਤਾ ਸੀਗਾ ਨਾ। ਉਹ ਇੱਕ ਪ੍ਰੋਪਰ ਇੱਕ ਜਗ੍ਹਾ ਦੇ ਉੱਤੇ ਕੁਝ ਲੋਕਾਂ ਨੂੰ ਵਸਾਉਂਦੇ ਆ, ਜੀ, ਹੈ ਨਾ। ਉਹ ਇੱਕ ਨੇਸ਼ਨ ਤਿਆਰ ਕਰਦੇ ਆ, ਔਰ ਉਸ ਤੋਂ ਬਾਅਦ ਜਿਹੜਾ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਆਉਂਦੇ ਕਿਲੇ ਬਣ ਜਾਂਦੇ ਆ।
ਹੁਣ ਕਿਲੇ ਜਿਹੜੇ ਆ, ਕਿਲੇ ਦਾ ਮਤਲਬ ਹੀ ਇਹ ਆ ਕਿ ਉੱਥੇ ਤੁਹਾਡਾ ਜਿਹੜਾ ਆ ਉਹ ਰਾਜ ਚੱਲੂਗਾ, ਸੁਤੰਤਰ ਰਾਜ ਹੈ। ਤੁਹਾਡਾ ਸੁਤੰਤਰ ਰਾਜ ਉੱਥੇ ਕਾਇਮ ਮਤਲਬ ਤੁਸੀਂ ਕਿਸੇ ਰਾਜੇ ਦੇ ਅਧੀਨ ਨਹੀਂ ਹੈ, ਤੁਹਾਡੀ ਆਪਣੀ ਪ੍ਰਭੂ ਸੱਤਾ ਕਾਇਮ ਹੈ। ਨਗਾਰਾ ਸਾਡੇ ਕੋਲ ਬਹੁਤ ਪਹਿਲਾਂ ਤੋਂ ਸੀਗਾ ਜੀ, ਹੈ ਨਾ? ਹੁਣ ਇਹ ਜਿਹੜੀਆਂ ਚੀਜ਼ਾਂ ਆ ਸਾਰੀਆਂ ਆਪਣੇ ਆਪ ਦੇ ਵਿੱਚ ਨੇਸ਼ਨਹੁੱਡ ਵੱਲ ਇਸ਼ਾਰਾ ਕਰਦੀਆਂ ਆ। ਤਾਂ ਸਿੱਖਾਂ ਦੇ ਕੋਲ ਆਪਣਾ ਇੱਕ ਨੇਸ਼ਨਹੁੱਡ ਸੀਗਾ ਹਮੇਸ਼ਾ ਤੋਂ ਹੀ ਸੀ, ਜੇ ਆਪਾਂ ਇਹਨੂੰ ਇਸ ਤਰੀਕੇ ਨਾਲ ਹੀ ਸਮਝਣਾ ਹੋਵੇ। ਔਰ ਜੋ ਲੋਕ ਉਸ ਨੇਸ਼ਨ ਦੇ ਵਿੱਚ ਆ ਗਏ ਉਹਨਾਂ ਦੀ ਐਥਨੀਸਿਟੀ ਬਣ ਗਈ, ਉਹ ਜੋ ਉਸ ਸਿੱਖ ਨੇਸ਼ਨ ਦਾ ਹਿੱਸਾ ਬਣ ਗਏ ਉਹ ਉਹਨਾਂ ਦੀ ਐਥਨੀਸਿਟੀ ਹੋ ਗਈ। ਹੁਣ ਉਹ ਲੋਕ ਕਿਤੇ ਮਰਜ਼ੀ ਚਲੇ ਜਾਣ ਜਾਂ ਉਹ ਕਦੀ ਵੀ ਆਨੰਦਪੁਰ ਸਾਹਿਬ ਦੇ ਵੱਲ ਆਪਣਾ ਮੂੰਹ ਕਰ ਲੈਣ, ਜਦੋਂ ਵੀ। ਹੁਣ ਸਾਡੀ ਜਿਹੜਾ ਸਾਡੀ ਜੀਓਗ੍ਰਾਫੀਕਲ ਜਿਹੜੀ ਐਸੋਸੀਏਸ਼ਨ ਆ ਉਹ ਆਨੰਦਪੁਰ ਸਾਹਿਬ ਨਾਲ ਆ। ਜਿਹੜਾ ਵੀ ਅੰਮ੍ਰਿਤਧਾਰੀ ਸਿੰਘ ਉਹਨੂੰ ਆਪਾਂ ਕਹਿੰਦੇ ਆਨੰਦਪੁਰੀ ਦਾ ਵਾਸੀ ਆ ਇਹ, ਪਿਤਾ ਗੁਰੂ ਗੋਬਿੰਦ ਸਿੰਘ। ਪਿਤਾ ਗੁਰੂ ਗੋਬਿੰਦ ਸਿੰਘ। ਪਰ ਇਹਦੇ 'ਚ ਜਿਹੜਾ ਐਥਨੀਸਿਟੀ ਨੂੰ ਜਿਹੜਾ ਪ੍ਰਚਾਰਿਆ ਜਾ ਰਿਹਾ ਜਾਂ ਸਵਾਲ ਵੀ ਜਿਹੜੇ ਆਏ ਹੈਗੇ ਆ ਕਿ ਉਹ ਕਹਿੰਦੇ ਕਿ ਜੇ ਕੋਈ ਵੈਲਸ਼ ਸਿੱਖ ਹੋਵੇ, ਆਇਰਿਸ਼ ਸਿੱਖ ਹੋਵੇ, ਜਾਂ ਉਹ ਕਹਿੰਦੇ ਕਿ ਜਿਹੜੇ ਅਮਰੀਕਨ ਜਿਹੜੇ ਹੈਗੇ ਉਹ ਸਿੱਖ ਸੱਜ ਜਾਂਦੇ, ਉਹਨਾਂ ਦੀ ਉਹ ਕਹਿੰਦੇ ਐਥਨੀਸਿਟੀ ਫਿਰ ਕੀ ਹੋਏਗੀ? ਹਾਂ, ਬੜਾ ਇੰਪੋਰਟੈਂਟ ਇੰਟਰਸਟਿੰਗ ਕੁਐਸਚਨ ਹੈ। ਮੇਰਾ ਥੋੜੇ ਦਿਨ ਤੱਕ ਪਹਿਲਾਂ ਇਹੋ ਹੀ ਸਵਾਲ ਸੀਗਾ ਜੀ ਕਿ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਦੇਵਾਂਗੇ। ਹੁਣ ਗੱਲ ਇਹ ਆਉਂਦੀ ਆ ਕਿ ਜਦੋਂ ਤੱਕ ਤੁਸੀਂ ਉਹਨਾਂ ਦੀ ਫਿਰ ਦੁਬਾਰਾ ਰੇਸ਼ੀਅਲ ਸਟਰਕਚਰਸ ਅਸੀਂ ਆਪ ਪੈਦਾ ਕੀਤੇ ਹੋਏ ਆ, ਕੰਸਟਰਕਟਡ ਆ, ਹੈ ਨਹੀਂ। ਹਾਊਐਵਰ ਜਦੋਂ ਤੁਸੀਂ ਜਿਸ ਤਰੀਕੇ ਦੇ ਨਜ਼ਰ ਆਉਂਦੇ ਆ, ਹਨਾ ਜੀ ਤੁਸੀਂ ਵਾਈਟ ਬ੍ਰਿਟਿਸ਼ ਨਜ਼ਰ ਆਉਂਦੇ ਆ, ਜਾਂ ਤੁਸੀਂ ਅਫਰੀਕਨ ਨਜ਼ਰ ਆਉਂਦੇ ਆ, ਜਾਂ ਤੁਸੀਂ ਚਾਈਨੀਜ਼, ਜਾਂ ਤੁਸੀਂ ਪੰਜਾਬੀ, ਜਾਂ ਤੁਸੀਂ ਤਮਿਲਨਾਡੂ ਦੇ, ਹਨਾ ਉਹ ਜੋ ਨਜ਼ਰ ਆਉਂਦੇ ਸਾਡੇ ਦਿਮਾਗ ਦੀ ਘਾੜਤ ਹੈਗੀ, ਆਪਾਂ ਕਹਿ ਸਕਦੇ ਉਹ ਸਾਡੀਆਂ ਰੇਸ਼ੀਅਲ ਕੈਟਾਗਰੀਜ਼ ਬਣਾਈਆਂ ਆ। ਹੁਣ ਸਾਡਾ ਗੁਰੂ ਬਾਬਾ ਕੀ ਕਹਿੰਦਾ ਆ ਕਿ ਤੁਹਾਡੀ ਜਦੋਂ ਤੁਸੀਂ ਸਿੱਖੀ ਚ ਆ ਗਏ, ਤੁਹਾਡਾ ਪਿਛਲਾ ਜੋ ਵੀ ਸੀਗਾ ਉਹਦੇ ਤੇ ਫੱਟੀ ਪੋਚੀ ਗਈ। ਤੁਸੀਂ ਆਪਣੇ ਇੱਕ ਨਵੇਂ ਸਿਰੇ ਦੇ ਉੱਤੋਂ ਇੱਕ ਐਸੇ ਵਿਲੱਖਣ ਵਿਚਾਰਧਾਰਾ ਦੇ ਵਿੱਚ ਆ ਗਏ ਆ, ਇੱਕ ਐਸੇ ਵਿਲੱਖਣ ਮਤਲਬ ਤੁਹਾਡਾ ਇੱਕ ਆਪਾਂ ਕਹਿ ਲਈਏ ਕਿ ਦੁਬਾਰਾ ਜਨਮ ਹੋਇਆ ਹੈ, ਦੁਬਾਰਾ ਜਨਮ ਹੋ ਗਿਆ, ਜਿਹਦੇ ਵਿੱਚ ਤੁਹਾਡੀ ਐਨਸੈਸਟਰੀ ਜਾਊਗੀ ਗੁਰੂ ਨਾਨਕ ਪਾਤਸ਼ਾਹ ਵੱਲ ਜੀ, ਔਰ ਉੱਥੋਂ ਚੱਲੂਗਾ। ਹੁਣ ਚਾਹੇ ਉਹ ਅੰਗਰੇਜ਼ ਆ ਜਿਹੜਾ ਸਿੱਖ ਬਣ ਗਿਆ, ਚਾਹੇ ਉਹ ਚਾਈਨੀਜ਼ ਆ ਜਿਹੜਾ ਸਿੱਖ ਬਣ ਗਿਆ, ਉਹਦੀ ਐਥਨੀਸਿਟੀ ਸਿੱਖ ਹੋ ਜਾਂਦੀ ਆ, ਕਿਉਂਕਿ ਫਿਰ ਉਹ ਹੋਰ ਕੁਝ ਨਹੀਂ ਰਹਿ ਜਾਂਦਾ। ਜੇ ਤੁਸੀਂ ਇੱਕ ਗੱਲ ਮੇਰੀ ਪੂਰੀ ਹੋ ਲੈਣ ਦਿਓ, ਜੇ ਤੁਸੀਂ ਇਹਨਾਂ ਕੈਟਾਗਰੀਜ਼ ਵਿੱਚ ਆਪਣੇ ਆਪ ਨੂੰ ਵੰਡ ਕੇ ਦੇਖਦੇ ਰਹਿੰਦੇ ਆ, ਫਿਰ ਤੁਸੀਂ ਸਿੱਖ ਹੋਏ ਹੀ ਨਹੀਂ। ਬਿਲਕੁਲ, ਫਿਰ ਤੁਸੀਂ ਉਹ ਗੁਰੂ ਦੇ ਨਾਲ ਆਪਾਂ ਕਹਿ ਲਈ ਕਿ ਲੀਨ ਨਹੀਂ ਹੋਏ। ਕਿਉਂਕਿ ਜਿੱਦਾਂ ਆਪਾਂ ਹੁਣ ਆਪਣੇ ਪੰਜਾਬ ਵਿੱਚ ਵੀ ਇਹ ਗੱਲ ਚੱਲਦੀ ਆ ਜੀ ਜੱਟ ਸਿੱਖ ਆ ਜੀ, ਜੀ ਮਜਬੀ ਸਿੱਖ ਆ ਜੀ, ਫਲਾਣਾ ਸਿੱਖ ਆ ਜੀ। ਜਾਂ ਤਾਂ ਤੁਸੀਂ ਸਿੱਖ ਹੋ ਤੇ ਜਾਂ ਤੁਸੀਂ ਇਹ ਸਾਰੀਆਂ ਕੈਟਾਗਰੀਜ਼ ਹੋ। ਮਤਲਬ ਦੋ ਬੇੜੀਆਂ 'ਚ ਪੈਰ ਨਹੀਂ ਤੁਸੀਂ ਰੱਖ ਸਕਦੇ। ਬੇੜੀਆਂ 'ਚ ਮੈਂ ਜੱਟ ਵੀ ਆ ਤੇ ਮੈਂ ਸਿੱਖ ਵੀ ਆ, ਇੰਜ ਨਹੀਂ ਹੁੰਦਾ। ਜਾਂ ਤਾਂ ਮੈਂ ਸਿੱਖ ਆ ਜਾਂ ਮੈਂ ਜੱਟ ਆ, ਹੈ ਨਾ। ਦੋਵਾਂ 'ਚ ਮੈਨੂੰ ਇੱਕ ਚੀਜ਼ ਚੂਜ਼ ਕਰਨੀ। ਸਰਦਾਰ ਜਗਜੀਤ ਸਿੰਘ ਜੀ, ਮੈਂ ਸੌਰੀ ਬੇਟਾ ਤੁਹਾਡਾ ਨਾਮ ਲਿਆ, ਇਹ ਹਰੀ ਰਾਮ ਗੁਪਤੇ ਹੋਣੀ ਜਿਹੜੇ ਸੀ ਨਾ, ਪਹਿਲਾਂ ਕੋਈ ਵੀ ਸਿੱਖ ਉਹਨਾਂ ਕੋਈ ਜਾਤ ਨਹੀਂ ਸੀ ਜੀ। ਇਹ ਹਰੀ ਰਾਮ ਗੁਪਤੇ ਹੋਣਾ ਨੇ ਸ਼ਰਾਰਤ ਨਾਲ ਜਦੋਂ ਇਤਿਹਾਸ ਲਿਖਿਆ ਨਾ, ਕਿਤੇ ਲਿਖਤਾ ਮਜਬੀ ਸਿੱਖ, ਕਿਤੇ ਲਿਖਤਾ ਰਗਰੇਟਾ ਸਿੱਖ, ਇਹ ਸਾਰੀ ਉੱਥੋਂ ਛੇੜ ਛਿੜੀ ਹੈ। ਜਦੋਂ ਸਿੱਖ ਹੋਗਾ ਤੁਹਾਡਾ, ਤੁਸੀਂ ਸਿੱਖ ਹੀ ਆ। ਬਿਲਕੁਲ, ਅਸੀਂ ਦੂਜਾ ਪ੍ਰੋਗਰਾਮ 'ਚ ਬਾਰ-ਬਾਰ ਇਹ ਵੀ ਕਹਿੰਦੇ ਹੁੰਦੇ ਆ ਕਿ ਸਿੱਖਾਂ ਦੀਆਂ ਕਮਜ਼ੋਰੀਆਂ ਨੂੰ ਸਿੱਖੀ ਦੀ ਕਮਜ਼ੋਰੀ ਨਾ ਸਮਝਿਆ ਜਾਵੇ। ਇਹ ਸਿੱਖਾਂ ਦੀਆਂ ਕਮਜ਼ੋਰੀਆਂ ਨੇ, ਇਹ ਸਾਡੇ ਗੁਰੂ ਦਾ ਸਿਧਾਂਤ ਨਹੀਂ ਹੈਗਾ। ਜੇ ਅਸੀਂ ਇੱਥੇ ਗਲਤੀਆਂ ਕਰਦੇ ਹਾਂ ਤੇ ਕੋਈ ਗੱਲ ਨਹੀਂ, ਜੇ ਬੱਚਾ ਕੋਈ ਗਲਤੀ ਕਰਦਾ ਹੈ, ਜੇ ਗੁਰੂ ਦੇ ਸਿਧਾਂਤ ਵੱਲ ਦੇਖੇਗਾ, ਉਹ ਤੋਂ ਸਿੱਖੇਗਾ, ਤੇ ਉਹ ਬੱਚਾ ਗਲਤੀ ਕਰਨੀ ਵੀ ਹਟ ਜਾਏਗਾ ਜੀ। ਮੈਂ ਇਹਦੇ ਵਿੱਚ ਹੀ ਥੋੜਾ ਜਿਹਾ ਇਹਨੂੰ ਆਪਾਂ ਥੋੜਾ ਜਿਹਾ ਹੋਰ ਨਿਖਾਰ ਲਈਏ ਤਾਂ ਕਿ ਸਮਝ ਆ ਜਾਏ। ਦੇਖੋ, ਜਦੋਂ ਆਪਾਂ ਕੈਟਾਗਰੀਜ਼ ਵਿੱਚ ਵੰਡੇ ਜਾਂਦੇ ਆ ਨਾ, ਫਿਰ ਅਸੀਂ ਦੂਜੀ ਕੈਟਾਗਰੀ ਵਾਲੇ ਦੇ ਨਾਲ ਦਵੇਸ਼ ਵੀ ਰੱਖਦੇ ਆ, ਨਫ਼ਰਤ ਵੀ ਰੱਖਦੇ ਆ। ਜਾਂ ਜਿਹੜੇ ਸਾਡੇ ਫਿਰ ਆਪਾਂ ਪਿੰਡਾਂ ਵਿੱਚ ਅਕਸਰ ਦੇਖਿਆ ਜੀ ਕਿ ਆਹ ਜਿਹੜੀ ਜ਼ਮੀਨ ਆ ਇਹ ਤੁਸੀਂ ਰੰਗਰੇਟਿਆਂ ਨੂੰ ਦੇ ਦਿਓ, ਰੰਗਰੇਟੇ ਸਿੱਖਾਂ ਨੂੰ ਦੇ ਦਿਓ। ਫਿਰ ਉਹ ਲੜਾਈਆਂ ਵੀ ਹੁੰਦੀਆਂ ਆ। ਉਹ ਕਿਉਂ ਹੁੰਦੀਆਂ ਆ? ਕਿਉਂਕਿ ਅਸੀਂ ਆਪਣੇ ਆਪ ਨੂੰ ਕੈਟਾਗਰੀਜ਼ ਵਿੱਚ ਵੰਡਿਆ ਹੋਇਆ ਆ। ਜੇ ਕਿਤੇ ਉਹ ਕੈਟਾਗਰੀ ਅਸੀਂ ਗੁਰੂ ਪਾਤਸ਼ਾਹ ਦੇ ਸਿਧਾਂਤ ਤੇ ਚੱਲਦੇ ਹੋਏ ਨਾ ਰੱਖੀ ਹੁੰਦੀ, ਤਾਂ ਰੰਗਰੇਟਾ ਸਿੱਖ ਹੋਵੇ ਜਾਂ ਉਹ ਕੋਈ ਵੀ ਸਿੱਖ ਹੋਵੇ, ਉਹ ਸਾਨੂੰ ਸਾਰੇ ਆਪਣੇ ਲੱਗਣੇ ਸੀਗੇ। ਮਤਲਬ ਜਿਹੜੀ ਵਨਨੈਸ ਦੀ ਗੱਲ ਆਪਾਂ ਕਰਦੇ ਆ, ਉਹ ਗੁਰੂ ਦੇ ਸਿਧਾਂਤ 'ਚ ਸਿੱਖੀ ਅਪਣਾ ਕੇ ਫਿਰ ਹੀ ਉਹਨੂੰ ਆਪਾਂ ਕਹਿ ਲਈ ਕਿ ਪ੍ਰੈਕਟੀਕਲ ਤੌਰ ਤੇ ਕੀਤਾ ਜਾਵੇਗਾ। ਜਿਹੜਾ ਜਿੰਨਾ ਵੀ, ਜੇ ਆਪਾਂ ਅਫਰੀਕਾ ਦੇ ਉੱਤੇ ਜਿਹੜੇ ਜ਼ੁਲਮ ਹੋਏ ਆ, ਜੇ ਆਪਾਂ ਉਹ ਦੇਖੀਏ ਤਾਂ ਕਾਹਦੇ ਉੱਤੇ ਹੋਏ ਆ? ਉਹ ਨਸਲ ਦੇ ਭੇਦ ਦੇ ਉੱਤੇ ਹੋਏ ਆ, ਹਨਾ। ਕੁਝ ਲੋਕ ਜਿਹੜੇ ਵੱਖਰੇ ਦਿਖਦੇ ਸੀ ਉਹ ਆਏ, ਔਰ ਉਹਨਾਂ ਨੇ ਕੁਝ ਲੋਕ ਜੋ ਹੋਰ ਤਰ੍ਹਾਂ ਦੇ ਦਿਖਦੇ ਸੀ ਉਹਨਾਂ ਦੇ ਨਾਲ ਆ ਕੇ ਉਹ ਜੋ ਵੀ ਵਿਤਕਰੇ ਕੀਤੇ। ਸੋ ਇਹ ਡਿਵੀਜ਼ਨਸ ਦੇ ਵਿੱਚੋਂ ਵਿਤਕਰੇ ਨਿਕਲਦੇ ਆ। ਜਦੋਂ ਤੁਸੀਂ ਸਿੱਖ ਹੋ ਜਾਂਦੇ ਹੋ, ਫਿਰ ਚਾਹੇ ਤੁਸੀਂ ਚਾਹੇ ਤੁਸੀਂ ਅੰਗਰੇਜ਼ ਹੋ, ਮਤਲਬ ਇੰਗਲਿਸ਼ ਹੋ, ਸੌਰੀ ਵਾਈਟ ਹੋ, ਚਾਹੇ ਤੁਸੀਂ ਬਲੈਕ ਹੋ, ਚਾਹੇ ਤੁਸੀਂ ਬਰਾਊਨ ਹੋ, ਚਾਹੇ ਤੁਸੀਂ ਜਿਹੜੇ ਮਰਜ਼ੀ ਹੋ, ਫਿਰ ਤੁਸੀਂ ਸਾਰੇ ਇੱਕ ਪਰਿਵਾਰ ਦਾ ਮੈਂਬਰ ਹੋ ਜਾਂਦੇ ਆ। ਫਿਰ ਤੁਸੀਂ ਬੀਇੰਗ ਵਾਈਟ ਬ੍ਰਿਟਿਸ਼ ਸਿੱਖ, ਤੁਸੀਂ ਕਿਸੇ ਬਲੈਕ ਅਫਰੀਕਨ ਸਿੱਖ ਦੇ ਨਾਲ ਵਿਤਕਰਾ ਨਹੀਂ ਕਰ ਸਕਦੇ। ਜਿਹੜਾ ਗੈਰ ਸਿੱਖ ਹੈ ਜਾਂ ਗੈਰ ਧਰਮ ਵਾਲਾ, ਉਹਨੂੰ ਸਿੱਖ ਧਰਮ 'ਚ ਜਦੋਂ ਆਉਣਾ, ਉਹ ਸਾਡੀ ਮਰਿਆਦਾ ਗੁਰੂ ਗ੍ਰੰਥ ਸਾਹਿਬ ਕੋ ਹੁਕਮ ਨਾਲ ਲੈ ਕੇ ਪੰਜਾਂ ਪਿਆਰਿਆਂ ਕੋਲੋਂ ਖੰਡੇ ਬਾਟੇ ਦੀ ਪੌੜ ਲੈਣੀ।
ਹੁਣ ਜੇ ਇਸ ਮਰਿਆਦਾ ਤੋਂ ਬਿਨਾਂ ਹੀ ਕੋਈ ਗੱਲੀ ਬਾਤ ਨਹੀਂ ਕਹੀ ਜਾਵੇ ਜੀ 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 ਪਰ ਉਹਦੇ 'ਚ ਇੱਕ ਗੱਲ ਹੋਰ ਵੀ ਆਉਂਦੀ ਹੈ, ਜਿਹੜਾ ਇਹ ਆਰਗੂਮੈਂਟ ਦਿੱਤਾ ਜਾਂਦਾ ਨਾ, ਤੁਹਾਡੇ ਹਿਸਾਬ ਨਾਲ ਕਿੰਨੇ ਕੁ ਹੋਣਗੇ? ਜਿੱਦਾਂ ਮਤਲਬ ਕਿ ਆਪਾਂ ਆਪਣੇ ਵਾਲੇ ਜਿਹੜੇ 2-2.5 ਕਰੋੜ ਹੈਗੇ ਆ ਉਹਨਾਂ ਨੂੰ ਛੱਡ ਕੇ ਅਸੀਂ ਬਿਲਕੁਲ ਛੋਟੇ ਜਿਹੇ ਦੇ ਲਈ ਜਿੱਦਾਂ ਆਰਗੂਮੈਂਟ ਕ੍ਰੀਏਟ ਕਰਨ ਲਈ ਕੀਤਾ ਹੋਇਆ ਨਹੀਂ ਲੱਗਦਾ ਤੁਹਾਨੂੰ? ਮੈਨੂੰ ਲੱਗਦਾ ਕਿ ਕਿਉਂਕਿ ਇਹਨਾਂ ਜੇ ਆਪਾਂ ਚਾਹੇ ਆਇਰਿਸ਼ ਸਿੱਖ ਦੀ ਗੱਲ ਕਰ ਲਈਏ, ਸਕਾਟਿਸ਼ ਦੀ ਗੱਲ ਕਰ ਲਈਏ, ਅਮਰੀਕਨ ਦੀ ਗੱਲ ਕਰੀਏ, ਕੋਈ ਬਹੁਤ ਵੱਡੀ ਗਿਣਤੀ 'ਚ ਨਹੀਂ ਹੈ ਜਿੰਨੇ ਹੁਣ ਆਪਾਂ ਕਹਿ ਲਈ ਜੋ ਆਪਾਂ ਪਿੱਛੋਂ ਪੰਜਾਬ ਨਾਲ ਆਪਣੇ ਹੋਮਲੈਂਡ ਨਾਲ ਜਿੰਨੇ ਜੁੜੇ ਹੋਏ ਆ ਉਨੀ ਗਿਣਤੀ 'ਚ ਤਾਂ ਨਹੀਂ ਹੋਣੇ। ਨਹੀਂ ਉਨੀ ਗਿਣਤੀ 'ਚ ਨਹੀਂ ਹੋਣੇ, ਪਰ ਫਿਰ ਵੀ ਵੈਸੇ ਤਾਂ ਇਹ ਜਿਹੜਾ ਆਰਗੂਮੈਂਟ ਆ ਨਾ, ਇਹ ਸਾਡੀ ਅਨਪੜ੍ਹਤਾ ਦੇ ਵਿੱਚੋਂ, ਜਿਹੜੀ ਸਾਨੂੰ ਸਿੱਖੀ ਦੇ ਪ੍ਰਤੀ ਸਾਡੀ ਅਨਪੜ੍ਹਤਾ ਆ। ਤੁਸੀਂ PhD ਹੋ ਸਕਦੇ ਆ, ਬਟ ਤੁਸੀਂ ਜ਼ਰੂਰੀ ਨਹੀਂ ਕਿ ਸਿੱਖੀ ਵਿੱਚ ਵੀ ਤੁਹਾਡੀ ਪਕੜ ਪੂਰੀ ਹੋਵੇ ਨਾ। ਸਾਡੀ ਉਹ ਜਿਹੜੀ ਸਿੱਖੀ ਦੇ ਪ੍ਰਤੀ ਜੋ ਸਾਡੀ ਬੌਧਿਕ ਕੰਗਾਲੀ ਆ ਨਾ, ਇਹ ਉਹਦੇ ਵਿੱਚੋਂ ਨਿਕਲ ਕੇ ਆਉਂਦੀ ਗੱਲ ਆ। ਇਹ ਬੌਧਿਕ ਕੰਗਾਲੀ ਦੇ ਵਿੱਚੋਂ ਨਿਕਲ ਕੇ ਆਉਂਦੀ ਇਹ ਸਵਾਲ ਆ। ਹੁਣ ਫੇਰ ਮੈਂ ਉੱਥੇ ਹੀ ਆਉਣੀ ਆ, ਤੁਸੀਂ ਆਇਰਿਸ਼ ਸਿੱਖ ਹੋ, ਤੁਸੀਂ ਸਕਾਟਿਸ਼ ਸਿੱਖ ਹੋ। ਜੇ ਤੁਸੀਂ ਆਇਰਿਸ਼ ਸਿੱਖ ਔਰ ਸਕਾਟਿਸ਼ ਸਿੱਖ ਹੋ ਨਾ, ਫਿਰ ਤੁਸੀਂ ਸਿੱਖ ਨਹੀਂ ਹੈਗੇ, ਫਿਰ ਤੁਸੀਂ ਅਜੇ ਵੀ ਆਇਰਿਸ਼ ਤੇ ਅਜੇ ਵੀ ਸਕਾਟਿਸ਼ ਹੋ। ਸਿੱਖੀ ਵਿੱਚ ਆਉਣ ਲਈ ਤੁਹਾਨੂੰ ਇਹ ਸਾਰੀਆਂ ਜਿਹੜੀਆਂ ਔਰ ਜਦੋਂ ਪੰਜ ਪਿਆਰੇ ਤੁਹਾਨੂੰ ਅੰਮ੍ਰਿਤ ਛਕਾਉਂਦੇ ਹੈਗੇ ਆ, ਖੰਡੇ ਬਾਟੇ ਦੀ ਪੌਲ ਦਿੰਦੇ ਆ, ਤੇ ਉਹ ਕਹਿੰਦੇ ਕਿ ਅੱਜ ਤੋਂ ਬਾਅਦ ਤੁਹਾਡਾ ਪੁਰਾਣਾ ਧਰਮ, ਕੁੱਲ, ਜਾਤ ਸਾਰਾ ਕੁਝ ਖਤਮ ਹੈਗਾ। ਅੱਜ ਤੋਂ ਜਿਹੜੇ ਤੁਸੀਂ ਵਾਸੀ ਹੈਗੇ ਆ ਅਨੰਦਪੁਰ ਸਾਹਿਬ ਦੇ, ਤੁਹਾਡੇ ਮਾਤਾ ਨੇ ਮਾਤਾ ਸਾਹਿਬ ਕੌਰ ਜੀ, ਤੁਹਾਡੇ ਪਿਤਾ ਨੇ ਧਾਰਮਿਕ ਪਿਤਾ ਨੇ ਗੁਰੂ ਗੋਬਿੰਦ ਸਿੰਘ ਜੀ। ਜੀ ਜਥੇਦਾਰ ਜੀ, ਤੁਸੀਂ ਕੀ ਐਡ ਕਰਨਾ ਚਾਹੁੰਦੇ? ਇਹਨਾਂ ਦੀ ਗੱਲ ਤੇ ਮੈਂ ਮੋਹਰ ਹੀ ਲਾਉਣੀ ਹੈ, ਪਰ ਉਹਨੂੰ ਥੋੜਾ ਜਿਹਾ ਨਿਖਾਰਨਾ ਜੀ। ਇਹ ਪਹਿਲਾਂ ਬੀਬਾ ਕਲੀਅਰ ਕਰਿਆ ਵੀ ਤੁਹਾਡੀ ਮਰਜ਼ੀ ਜੇ ਤੁਸੀਂ ਸਿੱਖ ਧਰਮ 'ਚ ਆ ਗਏ। ਹੁਣ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਕਿ ਓਲਡਬਰੀ ਸਾਡੇ ਜਰਮਨ ਚੋਂ ਗੋਰਾ ਕਿ ਇੱਥੇ ਨੌਕਰੀ ਕਰਦਾ ਸੀ ਜੀ। ਉਹ ਗੁਰਦੁਆਰੇ ਆਇਆ, ਸਾਡੇ ਇੱਥੇ ਦੇ ਜੰਪ ਵਾਲਾ ਸਰਦਾਰ ਬੂਟਾ ਸਿੰਘ ਹੋਣੀ, ਉਹ ਕਨਵਿੰਸ ਹੋ ਗਿਆ ਸਿੱਖ ਧਰਮ ਤੋਂ ਜੀ। ਕਨਵਿੰਸ ਹੋ ਗਿਆ, ਉਹਨੇ ਅੰਮ੍ਰਿਤ ਛਕ ਲਿਆ। ਅੰਮ੍ਰਿਤ ਛਕ ਕੇ ਅਸੀਂ ਉਹਦਾ ਨਾਂ ਜਗਬੀਰ ਸਿੰਘ ਰੱਖ ਦਿੱਤਾ। ਉਹ ਬਾਅਦ 'ਚ ਮੈਨੂੰ ਕਹਿੰਦਾ ਵੀ ਮੈਂ ਆਪਣੇ ਪਾਸਪੋਰਟ ਤੇ ਆਪਣਾ ਨਾਂ ਨਹੀਂ ਬਦਲ ਸਕਦਾ। ਮੈਂ ਆਪਣਾ ਜਿਹੜਾ ਜਰਮਨ ਮੇਰਾ ਨਾਂ ਆ, ਮੈਂ ਉਹ ਨਹੀਂ ਬਦਲ ਸਕਦਾ। ਹੁਣ ਉਹਦੀ ਮਰਜ਼ੀ ਹੈ ਜੀ ਜੀ। ਸਿੱਖ ਧਰਮ ਤੇ ਕਹਿੰਦਾ ਤੂੰ ਸਿੱਖ ਹੋ ਗਿਆ, ਪਰ ਜੇ ਹੁਣ ਉਹ ਜਾਣ ਮਤਲਬ ਉਹਦੀ ਕੋਈ ਮਜਬੂਰੀ ਹੈ ਜਾਂ ਆਪਣੀ ਜੀ ਐਥਨੀਸਿਟੀ ਨਹੀਂ ਬਦਲਣੀ ਚਾਹੁੰਦਾ, ਤੇ ਫਿਰ ਇਹ ਸਾਡੇ ਲਈ ਕੋਈ ਆਰਗੂਮੈਂਟ ਦਾ ਮਸਲਾ ਨਹੀਂ ਹੈ ਬਈ ਉਹ ਸਿੱਖ ਕੀ ਹੋਊ ਜੀ, ਉਹ ਹੋਊਗਾ ਸਿੱਖ, ਹੋ ਗਿਆ ਸਿੱਖ। ਪਰ ਜੇ ਕਈ ਕੌਮ ਤਾਂ ਤੁਸੀਂ ਹੁਣ ਨਾਈਜੀਰੀਆ ਜਾਓ, ਉੱਥੇ ਬਹੁਤ ਸਾਰੇ ਨਾਈਜੀਰੀਅਨ ਤੁਹਾਨੂੰ ਮੁਸਲਮਾਨ ਮਿਲਣਗੇ ਜੀ ਜੀ, ਪਰ ਉਹ ਆਪਣੀ ਕੌਮੀਅਤ ਨਾਈਜੀਰੀਅਨ ਲਿਖਦੇ ਆ। ਇਸ ਕਰਕੇ ਖਾਮਖਾ ਇਹਨੂੰ ਕੋਈ ਇਸ਼ੂ ਬਣਾ ਕੇ ਸਿੱਖਾਂ ਦੇ ਵਿੱਚ ਨਹੀਂ ਬਾੜਨਾ ਚਾਹੀਦਾ ਜੀ। ਇਹ ਗੱਲ ਸਪਸ਼ਟ ਹੋ ਗਈ ਕਿ ਜਦੋਂ ਤੁਸੀਂ ਖੰਡੇ ਬਾਟੇ ਦੀ ਪੌੜ ਲੈ ਕੇ ਸਿੱਖ ਬਣ ਗਏ, ਯੂ ਆਰ ਏ ਸਿੱਖ। ਬਿਲਕੁਲ। ਔਰ ਜਿਵੇਂ ਕਿ ਆਪਾਂ ਕਹਿ ਲਈਏ ਕਿ ਜਥੇਦਾਰ ਹੋਣਾ ਨੇ ਵੀ ਤੇ ਭੈਣ ਜੀ ਹੋਣਾ ਨੇ ਵੀ ਕਾਫੀ ਜ਼ਿਆਦਾ ਕਲੈਰਿਟੀ ਇਸ ਮਸਲੇ ਉੱਤੇ ਜਿਹੜੀ ਦੇਤੀ ਹੋਈ ਆ, ਪੁਆਇੰਟ ਸਾਰੇ ਆਪਾਂ ਦੱਸਦੇ ਹੋਏ ਆ ਕਿ ਆਹ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੈਗੀਆਂ। ਤੇ ਜਥੇਦਾਰ ਜੀ, ਇੱਕ ਹੋਰ ਜਿਹੜਾ ਸਵਾਲ ਆਇਆ ਕਿ ਗੁਰੂ ਨਾਨਕ ਨੇ ਕੋਈ ਐਥਨਿਕ ਗਰੁੱਪ ਕ੍ਰੀਏਟ ਨਹੀਂ ਕੀਤਾ, ਇਸ ਦੇ ਵਿੱਚ ਕਿੰਨੀ ਸੱਚਾਈ ਹੈਗੀ? ਦੇਖੋ ਸਰਦਾਰ ਜੀ, ਗੁਰੂ ਨਾਨਕ ਸਾਹਿਬ ਨੇ ਤਾਂ ਪੰਥ ਕ੍ਰੀਏਟ ਕੀਤਾ, ਤੇ ਪੰਥ ਦੀ ਅੰਗਰੇਜ਼ੀ ਜੇ ਕੋਈ ਐਥਨਿਕ ਗਰੁੱਪ ਬਣਾਉਂਦਾ ਤਾਂ ਉਹਦੀ ਮਰਜ਼ੀ। ਜਾਂ ਤੁਸੀਂ ਕਹਿ ਸਕਦੇ ਹੋ ਵੀ ਪੰਥ ਦਾ ਮਤਲਬ ਐਥਨਿਕ ਗਰੁੱਪ ਹੋ ਸਕਦਾ। ਮੈਂ ਪਹਿਲਾਂ ਗੱਲ ਕਰਿਆ ਕਿ ਗੁਰੂ ਨਾਨਕ ਨੇ ਪੰਥ ਚਲਾਇਆ। ਹੁਣ ਪੰਥ ਦੀ ਅੰਗਰੇਜ਼ੀ ਜਿਹੜੀ ਹੈ, ਇਹ ਤੁਸੀਂ ਕੀ ਕਰਦੇ, ਤੁਹਾਡੇ ਤੇ ਡਿਪੈਂਡ ਕਰਦਾ ਜੀ ਜੀ। ਤੇ ਹੈ ਕਿ ਨਹੀਂ? ਤੁਸੀਂ ਇਹਦੇ ਬਾਰੇ ਕੀ ਕਹੋਗੇ ਵੀ ਉਹਨਾਂ ਨੇ ਕਿਹਾ ਕਿ ਗੁਰੂ ਨਾਨਕ ਨੇ ਕੋਈ ਐਥਨਿਕ ਗਰੁੱਪ ਕ੍ਰੀਏਟ ਨਹੀਂ ਕੀਤਾ? ਦੇਖੋ, ਆਪਾਂ ਐਥਨਿਕ ਗਰੁੱਪ ਦੀ ਜਿਹੜੀ ਡੈਫੀਨੇਸ਼ਨ ਉਹ ਆਲਰੇਡੀ ਗੱਲ ਕਰ ਆਏ ਹਾਂ ਜੀ ਜੀ। ਕਰਤਾਰਪੁਰ ਸਾਹਿਬ ਦੀ ਗੱਲ ਮੈਂ ਹੁਣੇ ਕੀਤੀ ਆ ਜੀ। ਕਰਤਾਰਪੁਰ ਸਾਹਿਬ ਐਸਟੈਬਲਿਸ਼ ਕਰਨਾ, ਬਾਬਰ ਦੇ ਦਰਬਾਰ ਦੇ ਵਿੱਚ ਜਾ ਕੇ ਉਹਨੂੰ ਵੰਗਾਰਨਾ, ਇਹ ਤੁਹਾਨੂੰ ਇੱਕ ਹਿਸਟਰੀ ਦੇਣੀ ਆ। ਮੈਂ ਸਿਰਫ ਗੁਰੂ ਨਾਨਕ ਪਾਤਸ਼ਾਹ ਤੱਕ ਆਪਣੇ ਆਪ ਨੂੰ ਹਜੇ ਸੀਮਿਤ ਕਰ ਰਹੀ ਹਾਂ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ ਨਾ, ਉਹ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਨਾਨਕ ਪਾਤਸ਼ਾਹ ਨਾਲੋਂ ਡਿਫਰੈਂਟ ਕਰ ਦਿੰਦੇ ਆ, ਅਲੱਗ ਕਰ ਦਿੰਦੇ, ਜੋ ਕਿ ਹੋ ਨਹੀਂ ਸਕਦਾ ਹੈ ਨਾ। ਤੇ ਇਸ ਕਰਕੇ ਮੈਂ ਸਿਰਫ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਗੱਲ ਕਰ ਰਹੀ ਹਾਂ। ਉਹਨਾਂ ਨੇ ਹੀ ਸਾਨੂੰ ਜਿਹੜੇ ਸਾਡੇ ਚਿੰਨ੍ਹ ਵੀ ਦਿੱਤੇ ਆ। ਜਦੋਂ ਆਪਾਂ ਗੁਰਬਾਣੀ ਵਿੱਚ ਦੇਖੀਏ ਤਾਂ ਸਿੱਖ ਅੱਖਰ ਜਿਹੜਾ ਉਹ ਬਕਾਇਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈਗਾ, ਦਰਜ ਹੈ। ਸਾਡਾ ਉਹਨਾਂ ਨੇ ਕਾਮਨ ਕਲਚਰਲ ਟ੍ਰੈਡੀਸ਼ਨ ਦੇ ਦਿੱਤਾ ਜੀ। ਸਾਨੂੰ ਉਹਨਾਂ ਨੇ ਦੱਸ ਦਿੱਤਾ ਕਿ ਤੁਹਾਡੇ ਗੀਤ ਕਿਹੋ ਜਿਹੇ ਹੋਣਗੇ। ਰਬਾਬ ਫੜ ਕੇ ਜਦੋਂ ਗੁਰੂ ਨਾਨਕ ਪਾਤਸ਼ਾਹ ਜਾਂਦੇ ਆ ਤਾਂ ਸਾਡੇ ਗੀਤ ਦੱਸ ਦਿੰਦੇ ਆ ਵੀ ਤੁਹਾਡੇ ਗੀਤ ਇਹੋ ਜਿਹੇ ਹੋਣਗੇ। ਫਿਰ ਉਹਨਾਂ ਨੇ ਜਦੋਂ ਜਿਹੜੇ ਵਾਲਾਂ ਦੀ, ਇਹ ਤਾਂ ਖੈਰ ਅੰਕਲ ਤੁਹਾਨੂੰ ਬੈਟਰ ਦੱਸ ਸਕਦੇ ਆ, ਕਿ ਜਿਹੜੇ ਕੇਸ ਰੱਖਣ ਦੀ ਪਰੰਪਰਾ ਉਹ ਗੁਰੂ ਨਾਨਕ ਪਾਤਸ਼ਾਹ ਨੇ ਸ਼ੁਰੂ ਕੀਤੀ ਆ। ਸਾਡੇ ਚਿੰਨ੍ਹ ਉਹਨਾਂ ਨੇ ਦਿੱਤੇ ਆ। ਸੋ ਜਿੰਨੇ ਵੀ ਇਹ ਜਿਹੜੇ ਆਪਾਂ 7 ਪੁਆਇੰਟ ਕੀਤੇ ਸੀਗੇ, ਉਹ ਅਗਰ ਆਪਾਂ ਧਿਆਨ ਨਾਲ ਦੇਖੀਏ ਤਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸ਼ੁਰੂ ਹੋ ਜਾਂਦੇ ਆ, ਸਾਡੀ ਉਦੋਂ ਤੋਂ ਹੀ। ਔਰ ਗੁਰੂ ਨਾਨਕ ਨੇ ਅਗਰ
ਆਪਾਂ ਜਿਹੜੀ ਇਹਨਾਂ ਦੀ ਅੱਜ ਦੀ ਆਧੁਨਿਕ ਡੈਫੀਨੇਸ਼ਨ ਹੈ ਜੀ ਐਥਨੀਸਿਟੀ ਦੀ, ਜੇ ਆਪਾਂ ਉਹਦੇ ਹਿਸਾਬ ਨਾਲ ਦੇਖਣਾ ਹੋਵੇ ਤਾਂ ਜਦੋਂ ਉਹ ਕਰਤਾਰਪੁਰ ਸਾਹਿਬ ਵਸਾ ਦਿੰਦੇ ਆ ਨਾ, ਜੀ ਜੀ ਉਹ ਜੀ ਇੱਕ ਵਾਰੀ ਸ਼ੰਖਨਾਦ ਹੋ ਜਾਂਦਾ ਆ ਕਿ ਇਹ ਡਿਫਰੈਂਟ ਕੌਮ ਆ। ਜੀ ਇਹ ਜੀ ਜੀ different ਮਤਲਬ ethnic ਉਦੋਂ group ਕ੍ਰੀਏਟ ਆ। ਹੋ ਗਿਆ, ਉਦੋਂ ਉਹਨਾਂ ਨੇ ਤੁਹਾਨੂੰ ਸਾਰਾ ਕੁਝ ਦਿੱਤਾ। ਫਿਰ ਬਾਕੀ ਜਿਹੜੇ ਗੁਰੂ ਸਾਹਿਬਾਨ ਗੁਰੂ ਨਾਨਕ ਦੀ ਅਗਲੀ ਜੋਤ ਹੈ, ਜੀ। ਜੋ ਦੂਜੇ ਗੁਰੂ ਨਾਨਕ ਆਉਂਦੇ ਨੇ, ਤੀਜੇ ਗੁਰੂ ਨਾਨਕ ਆਉਂਦੇ ਨੇ, ਉਹਦੇ ਫਿਰ ਡਿਵੈਲਪਮੈਂਟ ਹੀ ਹੁੰਦੀ ਹੈ ਬਿਲਕੁਲ। ਤੇ ਜਿਹੜੀ ਸੰਪੂਰਨਤਾ ਹੈ ਉਹ 10ਵੇਂ ਗੁਰੂ ਨਾਨਕ ਦਸਵੇਂ ਗੁਰੂ ਗੋਬਿੰਦ ਸਿੰਘ ਗੁਰੂ ਮਹਾਰਾਜ ਨੂੰ। ਜੀ ਜਥੇਦਾਰ ਜੀ। ਦੇਖੋ ਗੱਲ ਤਾਂ ਸਰਦਾਰ ਜਗਜੀਤ ਸਿੰਘ ਜੀ ਇਹ ਹੈ ਵੀ ਦਸੇ ਹੀ ਨਾਨਕ ਆ, ਹੂੰ ਸਰੀਰ ਵੱਖਰੇ ਆ, ਜੀ ਹੈ ਨਾਨਕ ਹੀ। ਹੂੰ ਕਰਤਾਰਪੁਰ ਤੋਂ ਉਹਨਾਂ ਨੇ ਸਾਰੀ ਸੈਪਰੇਟ ਕਰਤੀ ਗੱਲ। ਜੀ ਤੀਸਰੇ ਪਾਤਸ਼ਾਹ ਨੇ ਬਕਾਇਦਾ ਝੰਡਾ ਵੀ ਚਲਾਇਆ। ਹੂੰ ਛੇਵੇਂ ਪਾਤਸ਼ਾਹ ਨੇ ਉਹਨੂੰ 2 ਨਿਸ਼ਾਨ ਚੜਾਤੇ, ਅੱਜ ਆਪਾਂ ਉਹਨੂੰ ਨਿਸ਼ਾਨ ਸਾਹਿਬ ਕਹਿੰਦੇ ਆ। ਜੀ ਨਗਾਰੇ ਦੀ ਪਰੰਪਰਾ ਵੀ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਗਈ। ਇਹ ਸਾਰਾ ਜਿਹੜਾ ਇਹਨੂੰ ਤੁਸੀਂ ਕੌਮ ਆਖੋ, ਪੰਥ ਆਖੋ, ਐਥਨਿਕ ਗਰੁੱਪ ਆਖੋ, ਹੂੰ ਇਹ ਤਾਂ ਗੁਰੂ ਨਾਨਕ ਤੋਂ ਚੱਲਿਆ ਸ਼ੁਰੂ ਨਾ ਹੋ ਜੀ। ਗਿਆ ਜੀ। ਇਹਦੀ ਸੰਪੂਰਨਤਾ ਜਿਹੜੀ ਹੈ, ਫੇਰ ਦੇਖੋ ਜਿੱਦਾਂ ਪਹਿਲਾਂ ਆਪਾਂ ਗੱਲ ਕਰਿਆ ਆ, ਹੂੰ ਇਹਦੇ 2 ਗੱਲਾਂ ਸਰਦਾਰ ਜਗਜੀਤ ਸਿੰਘ ਜੀ ਬੜੀਆਂ ਸਿੱਖ ਧਰਮ ਨੂੰ ਸਮਝਣਾ ਕੋਈ ਬੜਾ ਇਹ ਸੌਖਾ ਕੰਮ ਨਹੀਂ ਹੈ। ਜੀ ਗੁਰੂ ਨਾਨਕ ਨੂੰ ਪ੍ਰਗਟ ਅਕਾਲ ਪੁਰਖ ਕਰਦੇ ਆ, ਹੂੰ ਤੇ ਛੇਵੇਂ ਜਾਮੇ ਚ ਆ ਕੇ ਅਕਾਲ ਤਖਤ ਨੂੰ ਪ੍ਰਗਟ ਵੀ ਛੇਵੇਂ ਪਾਤਸ਼ਾਹ ਕਰਦੇ। ਹੂੰ ਅਕਾਲ ਤਖਤ ਵੀ ਪ੍ਰਗਟ ਕੀਤਾ ਗਿਆ, ਜੀ ਜੀ ਦੁਨਿਆਵੀ ਥੜਾ ਤੇ ਜਿੱਥੇ ਮਰਜ਼ੀ ਬਣਾ ਲਓ, ਹੂੰ ਪਰ ਉਹਦੇ ਦੇ ਸਿਧਾਂਤ ਆ ਉਹ ਪ੍ਰਗਟ ਛੇਵੇਂ ਪਾਤਸ਼ਾਹ ਕਰਦੇ ਆ। 10ਵੇਂ ਜਾਮੇ ਚ ਆ ਕੇ ਸਪਸ਼ਟ ਕਰਕੇ ਆਨੰਦਪੁਰ 5 ਕਿਲੇ ਬਣਦੇ ਆ ਤੇ ਉਹ ਸੁਤੰਤਰ ਖਾਲਸੇ ਦੀ ਰਾਜਧਾਨੀ ਹੈ। ਜੀ ਸਾਨੂੰ ਇਤਿਹਾਸਕ ਹਵਾਲੇ ਮਿਲਦੇ ਆ ਕਿ ਅੰਮ੍ਰਿਤਸਰ ਸਾਹਿਬ ਨੂੰ ਵੀ ਸਿੱਖਾਂ ਦੀ ਰਾਜਧਾਨੀ ਕਿਹਾ ਗਿਆ, ਜੀ ਸਪਸ਼ਟ ਹਵਾਲੇ ਮਿਲਦੇ ਆ। ਬਿਲਕੁਲ ਪਹਿਲਾਂ ਪਰ ਜਿਹੜਾ ਸ਼ਹਿਰ ਵਸਾਇਆ ਜਾਂਦਾ ਹੈ। ਜੀ ਬਦਕਿਸਮਤੀ ਕੀ ਹੈ, ਦੇਖੋ ਇਹ ਸ਼ਹਿਰ ਵਸਦੇ ਗਏ ਨਾ ਜੀ। ਬਿਲਕੁਲ ਗੁਰੂ ਨਾਨਕ ਸਾਹਿਬ ਕਰਤਾਰਪੁਰ ਵਸਾਉਂਦੇ ਆ, ਹੂੰ ਉਦੋਂ ਬਾਅਦ ਜਿਹੜੇ ਆਪਣੇ ਦੂਸਰੇ ਪਾਤਸ਼ਾਹ ਉਹ ਖਡੂਰ ਸਾਹਿਬ, ਜੀ, ਜੀ। ਤੀਸਰੇ ਪਾਤਸ਼ਾਹ ਗੋਇੰਦਵਾਲ ਸਾਹਿਬ, ਹੂੰ ਫਿਰ ਅੰਮ੍ਰਿਤਸਰ ਸਾਹਿਬ। ਸੋ ਇਸ ਕਰਕੇ ਸਾਰਾ ਜਿਸ ਸੈਂਸ 'ਚ ਇਹ ਐਥਨਿਕ ਗਰੁੱਪ ਲੈਂਦੇ ਉਹ ਫਿਰ ਉਹਨਾਂ ਨੇ ਬਣਾ ਲਿਆ। ਜੀ ਜੀ ਪਰ ਇਹਦੀ ਗੁਰੂ ਨਾਨਕ ਦੀ ਜਾਂ ਖਾਲਸਾ ਪੰਥ ਦੀ ਅੰਗਰੇਜ਼ੀ ਸਹੀ ਐਥਨਿਕ ਗਰੁੱਪ ਹੈਗੀ ਜਾਂ ਨਹੀਂ ਹੈਗੀ, ਹੂੰ ਇਹ ਇੱਕ ਵੱਖਰਾ ਵਿਸ਼ਾ। ਬਿਲਕੁਲ ਜੀ। ਤੇ ਹੁਣ ਜਿਹੜਾ ਖਾਸ ਤੌਰ ਤੇ ਜੇ ਆਪਾਂ ਸਵਾਲ ਦੇਖੀਏ, ਸਵਾਲ ਇਹ ਵੀ ਆਉਂਦਾ ਹੈਗਾ ਫਿਰ ਮਤਲਬ ਐਥਨੀਸਿਟੀ ਸਿੱਖ ਨਾਂ ਲਿਖਵਾਉਣ ਨਾਲ ਨੁਕਸਾਨ ਜਾਂ ਫਾਇਦਾ ਕੀ ਹੈ? ਹਾਂਜੀ, ਇੱਕ ਤਾਂ ਜਿਹੜੇ ਆਪਾਂ ਗੱਲ ਸ਼ੁਰੂ ਕੀਤੀ ਸੀਗੀ ਨਾ ਕਿ ਜਦੋਂ ਤੁਸੀਂ ਕਾਊਂਟ ਨਹੀਂ ਹੁੰਦੇ ਜੀ ਤਾਂ ਫਿਰ ਜੀ। ਤੁਸੀਂ ਵਾਕਈ ਕਾਊਂਟ ਨਹੀਂ ਹੁੰਦੇ। ਜਦੋਂ ਤੁਹਾਡਾ ਨੰਬਰ ਨਹੀਂ ਨਾ ਜਾਂਦਾ ਫਿਰ ਉਹ ਹੈ ਵੀ ਨਹੀਂ। ਮੈਂ ਕਿਤੇ ਪੜ੍ਹਿਆ ਸੀਗਾ ਜੀ ਕਿ ਸ਼ਾਇਦ ਕੋਈ ਇੱਕ ਪੇਪਰ ਸੀਗਾ ਜਿਹਦੇ ਵਿੱਚ ਉਹਨਾਂ ਲਿਖਿਆ ਸੀਗਾ ਕਿ ਕੋਈ ਇਹੋ ਜਿਹੇ ਰੈਫਰੈਂਸਸ ਸਾਨੂੰ ਨਹੀਂ ਮਿਲਦੀਆਂ ਜਿੱਥੋਂ ਇਹ ਪਤਾ ਲੱਗੇ ਕਿ ਜਿਹੜੀ ਕਾਊਂਟਿੰਗ ਹੈਗੀ ਆ ਉਹਦੇ ਨਾਲ ਰਿਸੋਰਸਸ ਐਲੋਕੇਸ਼ਨ ਦੇ ਉੱਤੇ ਕੋਈ ਫਰਕ ਪੈਂਦਾ ਆ। ਜੀ ਜੀ ਤਾਂ ਇਹਦੇ ਵਾਸਤੇ ਮੈਂ ਕੁਝ ਕਲੀਅਰ ਕਰਦਾ ਕਿ ਇੱਕ ਤਾਂ ਮੈਂ ਇਹਨਾਂ ਕੋਲੇ ਪਰਮਿਸ਼ਨ ਨਹੀਂ ਲਈ ਕਿ ਮੈਂ ਉਹਨਾਂ ਦਾ ਨਾਮ ਲੈ ਸਕਦੀ ਹਾਂ ਕਿ ਨਹੀਂ ਲੈ ਸਕਦੀ, ਇਸ ਕਰਕੇ ਮੈਂ ਨਾਮ ਨਹੀਂ ਲਵਾਂਗੀ। ਬਟ ਉਹਨਾਂ ਨੇ ਬੋਲਿਆ ਆ, when I worked in corporate strategy and policy in local government, one of my duties was to double check the accuracy of the resources allocated to my council by central government. And I realized that counting ethnicity was a significant factor in deciding the planning for service provision based on the expected pressure on services was because of ethnicity. ਜੀ ਜੀ ਜਦੋਂ ਉਹ ਇਹ ਬਕਾਇਦਾ ਕਾਰਪੋਰੇਟ ਸਟ੍ਰੈਟਜੀ ਐਂਡ ਪਾਲਿਸੀ ਇਨ ਲੋਕਲ ਗਵਰਨਮੈਂਟ ਵਿੱਚ ਕੰਮ ਕਰਦੇ ਰਹੇ ਔਰ ਉਹ ਕਹਿੰਦੇ ਕਿ ਮੇਰੀ ਡਿਊਟੀ ਇਹ ਹੁੰਦੀ ਸੀਗੀ ਕਿ ਮੈਂ ਕ੍ਰਾਸ ਚੈੱਕ ਕਰਦਾ ਹੁੰਦਾ ਸੀਗਾ ਕਿ ਜਿਸ ਤਰੀਕੇ ਨਾਲ ਸਾਡੇ ਕੋਲ ਕਾਊਂਟਿੰਗ ਆਈ ਆ ਉਸ ਹਿਸਾਬ ਨਾਲ ਰਿਸੋਰਸਸ ਐਲੋਕੇਟ ਹੋਏ ਆ ਕਿ ਨਹੀਂ ਹੋਏ। ਸੋ ਇੱਥੋਂ ਇੱਕ ਗੱਲ ਤਾਂ ਕਲੀਅਰ ਹੁੰਦੀ ਆ ਕਿ ਜਿਹੜੇ ਤੁਹਾਡੀ ਕਾਊਂਟਿੰਗ ਆ ਉਹਦੇ ਹਿਸਾਬ ਨਾਲ ਤੁਹਾਡੇ ਰਿਸੋਰਸਸ ਐਲੋਕੇਸ਼ਨ ਦੀ ਗੱਲ ਆਉਂਦੀ ਆ। ਇੱਕ ਗੱਲ ਹੋਰ ਮੈਂ ਇਹਦੇ 'ਚ ਇੱਕ ਚੀਜ਼ ਹੋਰ ਐਡ ਕਰਦਾ, ਮੈਂ ਪਹਿਲਾਂ ਵੀ ਇਹਨਾਂ ਦਾ ਨਾਮ ਲੈ ਚੁੱਕੀ ਹਾਂ ਔਰ ਉਹੀ ਬਲਦੇਵ ਸਿੰਘ ਧਾਲੀਵਾਲ ਹੁਣਾਂ ਦਾ ਜਿਹੜਾ ਪੇਪਰ ਆ ਜਿਹੜਾ ਛਪਿਆ ਸੀਗਾ, ਹੁਣ ਇਹ ਆਸਟ੍ਰੇਲੀਆ ਤੋਂ ਆ। ਆਸਟ੍ਰੇਲੀਆ ਦੇ ਵਿੱਚ ਜਿੱਥੇ ਆਪਣੇ ਕੋਲ ਇੱਥੇ ਐਥਨੀਸਿਟੀ ਦਾ ਆਪਾਂ ਰੌਲਾ ਪਾ ਕੇ ਬੈਠੇ ਆ, ਉੱਥੇ ਐਨਸੈਸਟਰੀ ਦਾ ਰੌਲਾ ਪੈਂਦਾ ਆ ਹੈ ਨਾ। ਤੇ ਉੱਥੇ ਉਹ ਕਹਿੰਦੇ ਕਿ ਸਾਡੇ ਨਾਲ ਹਰ ਵਾਰੀ ਇਹ ਹੁੰਦਾ ਕਿ ਅਸੀਂ ਹਰ ਵਾਰੀ ਸਿੱਖਾਂ ਨੂੰ ਸਮਝਾਉਂਦੇ ਕਿ ਤੁਹਾਡੀ ਐਨਸੈਸਟਰੀ ਸਿੱਖ ਤੁਸੀਂ ਟਿਕ ਕਰੋ, ਤੇ ਉਹ ਬਿਲਕੁਲ ਸੇਮ ਟੂ ਸੇਮ ਆ। ਹੁਣ ਉਹ ਕਹਿੰਦੇ ਕਿ ਇਹਦਾ ਹੈ ਕੀ, ਜਿਹੜਾ ਆਸਟ੍ਰੇਲੀਅਨ ਗਵਰਨਮੈਂਟ ਇਹਦੇ ਪੈਂਫਲੇਟ ਛਪਾਉਂਦੀ ਆ, ਉਹ ਕੀ ਛਪਾਉਂਦੀ ਆ? ਉਹ ਕਹਿੰਦੇ ਪੈਂਫਲੇਟ ਐਕਸਪਲੇਨ ਕਰਦਾ ਆ, ਇਨਫੋਰਮੇਸ਼ਨ ਪ੍ਰੋਵਾਈਡਡ ਔਨ ਦ ਸੈਂਸਸ ਫਾਰਮ helps to provide an accurate picture of their communities.
Census information also assist in the fair allocation of government funds to ethnic communities. ਜਿਹੜੇ ਗਵਰਨਮੈਂਟ ਫੰਡਸ ਹੁੰਦੇ ਆ, ਹੁਣ ਜੇ ਤੁਹਾਡੀ ਕਾਊਂਟਿੰਗ ਦੇ ਵਿੱਚ ਜਿੰਨੇ ਤੁਸੀਂ ਮੰਨ ਲਓ ਕਿ ਅਗਰ ਤੁਸੀਂ 1% ਆ ਤੇ ਜਿਹੜਾ ਉਹ ਟੋਟਲ ਫੰਡਸ ਦਾ 1% ਤੁਹਾਡੇ ਕੋਲ ਜਾਊਗਾ। ਸੋ ਜਦੋਂ ਤੁਸੀਂ ਐਥਨਿਕ ਕਮਿਊਨਿਟੀ ਤੁਹਾਡੀ ਐਥਨਿਕ ਤੁਹਾਡੀ ਕਾਊਂਟਿੰਗ ਕਿੰਨੀ ਆ ਉਹਦੇ ਨਾਲ ਬਹੁਤ ਫਰਕ ਪੈਣਾ ਆ ਕਿ ਤੁਹਾਨੂੰ ਰਿਸੋਰਸਸ ਕਿੰਨੇ ਕੁ ਐਲੋਕੇਟ ਹੁੰਦੇ ਆ। ਸੋ ਜਾਂ ਤਾਂ ਤੁਸੀਂ ਅਗਰ ਤੁਸੀਂ ਕਹਿੰਦੇ ਆ ਕਿ ਸਾਨੂੰ ਲੋੜ ਹੀ ਨਹੀਂ ਹੈ ਨਾ ਕਿਸੇ ਫੰਡਸ ਦੀ ਐਂਡ ਐਨੀਥਿੰਗ, ਫਿਰ ਦੈਟਸ ਅ ਡਿਫਰੈਂਟ ਸੈਪਰੇਟ ਮੈਟਰ। ਬਟ ਅਗਰ ਤੁਹਾਨੂੰ ਇਹ ਲੱਗਦਾ ਆ ਕਿ ਸਾਨੂੰ ਸਾਡਾ ਜਿਹੜਾ ਨਾਮ ਆ ਉਹ ਕਾਊਂਟ ਹੋਣਾ ਚਾਹੀਦਾ ਆ, ਸਿੱਖਾਂ ਦੀ ਕਾਊਂਟਿੰਗ ਹਮੇਸ਼ਾ ਅਗਰ ਜਿੰਨਾ ਹੋਊਗੀ ਉਨਾ ਜ਼ਿਆਦਾ ਬੈਟਰ ਜਿਹੜੇ ਫੰਡਸ ਆ ਉਹ ਸਾਡੇ ਵੱਲ ਵੀ ਅਟਰੈਕਟ ਹੋਣਗੇ, ਬਿਕਾਜ਼ ਅਸੀਂ ਟੈਕਸ ਪੇਅਰ ਆ ਜੀ। ਬਿਲਕੁਲ ਇਹ ਸਾਡਾ ਹੱਕ ਹੈਗਾ ਉਹਨਾਂ ਫੰਡਸ ਦੇ ਉੱਤੇ। ਬਟ ਜਸਟ ਬਿਕਾਜ਼ ਕਿ ਅਸੀਂ ਆਪਣੇ ਆਪ ਨੂੰ ਕਾਊਂਟ ਨਹੀਂ ਕਰਵਾ ਪਾਉਂਦੇ, ਅਸੀਂ ਅਕਸਰ ਇਹਨਾਂ ਫੰਡਸ ਤੋਂ ਵਾਂਝੇ ਰਹਿ ਜਾਂਦੇ ਆ ਜਾਂ ਜਿਹੜੀਆਂ ਜੋ ਵੀ ਰਿਸੋਰਸਸ ਐਲੋਕੇਟ ਹੋਣੇ ਆ ਉਹਨਾਂ ਤੋਂ ਵਾਂਝੇ ਰਹਿ ਜਾਂਦੇ ਆ। ਸੋ ਬੇਸਿਕਲੀ ਜਿਹੜੇ ਇਹਨਾਂ ਰਿਸੋਰਸਸ ਨੂੰ ਅਗਰ ਆਪਾਂ ਇਹਨੂੰ ਪੋਲੀਟੀਕਲ ਮੂਵ ਦੇਖ ਕੇ ਚੱਲੀਏ ਹੈ ਨਾ ਜਾਂ ਟੈਕਨੀਕਲ ਮੂਵ ਦੇਖ ਕੇ ਚੱਲੀਏ ਤਾਂ ਆਪਣੇ ਆਪ ਨੂੰ ਕਾਊਂਟ ਕਰਵਾਉਣਾ ਇਸ ਲਈ ਵੀ ਜ਼ਰੂਰੀ ਹੈ ਤਾਂ ਕਿ ਤੁਹਾਡੀ ਕਮਿਊਨਿਟੀ ਤੱਕ ਜੋ ਤੁਹਾਡਾ ਬਣਦਾ ਹੱਕ ਆ ਉਹ ਪਹੁੰਚ ਸਕੇ। ਜੀ ਬਿਲਕੁਲ। ਤੇ ਦੂਜਾ ਇੱਕ ਨਾ ਹੋਰ ਆਰਗੂਮੈਂਟ ਵੀ ਜਿਹੜਾ ਆਉਂਦਾ ਹੈਗਾ, ਉਹ ਕਹਿੰਦੇ ਕਿ ਇਹਦਾ ਜਿਹੜਾ ਐਥਨੀਸਿਟੀ ਦਾ ਜਿਹੜਾ ਸੰਬੰਧ ਹੈਗਾ ਉਹ DNA ਬਲੱਡ ਗਰੁੱਪ ਜਾਂ ਇਕੱਲੇ ਫਿਜ਼ੀਕਲ ਦੇ ਨਾਲ ਜਾਂ ਫਿਜ਼ੀਕ ਦੇ ਨਾਲ ਹੀ ਜੋੜ ਕੇ ਦੇਖਦੇ ਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਡਿਸਕ੍ਰਾਈਬ ਕਰੋਗੇ? ਅਗੇਨ ਇਹਦਾ ਵੀ ਇੱਕ ਬੜਾ ਪਿਆਰਾ ਪੇਪਰ ਹੈਗਾ ਲਿਖਿਆ ਹੋਇਆ ਕਿ ਜਿਹੜਾ DNA ਆ ਉਹ ਐਥਨੀਸਿਟੀ ਨੂੰ ਰੈਕਗਨਾਈਜ਼ ਕਰਨ ਦੇ ਵਿੱਚ ਹੈਲਪ ਕਰਦਾ ਕਿ ਨਹੀਂ ਕਰਦਾ। ਐਂਡ ਦੀ ਆਨਸਰ ਇਜ਼ ਯੈਸ ਐਜ਼ ਵੈਲ ਐਜ਼ ਨੋ। ਹੁਣ ਯੈਸ ਕਿਉਂ? ਕਿਉਂਕਿ ਕਾਫੀ ਲੰਬੇ ਸਮੇਂ ਤੱਕ ਜੀ ਜਦੋਂ ਇੱਕੋ ਤਰ੍ਹਾਂ ਦੇ ਹੀ ਲੋਕ ਇੱਕ ਜਗ੍ਹਾ ਤੇ ਰਹਿੰਦੇ ਸੀਗੇ ਤਾਂ ਉਹ ਐਥਨਿਕ ਪਿਓਰਿਟੀ ਸੀਗੀ, ਜਿਹਨੂੰ ਇਹ ਰੇਸ਼ੀਅਲ ਪਿਓਰਿਟੀ ਵੀ ਕਹਿੰਦੇ ਆ, ਹਨਾ। ਔਰ ਉਸੇ ਮੈਂ ਫਿਰ ਦੁਬਾਰਾ ਆਉਂਗੀ ਉਸੇ ਗੱਲ ਦੇ ਉੱਤੇ ਜਿਹੜੀ ਆਪਾਂ ਪਹਿਲਾਂ ਕਰਦੇ ਪਏ ਸੀ। ਜਦੋਂ ਤੁਸੀਂ ਕੈਟਾਗਰੀਜ਼ ਵਿੱਚ ਡਿਵਾਈਡ ਹੁੰਦੇ ਆ ਨਾ ਤੇ ਤੁਸੀਂ ਪੱਖਪਾਤ ਦੇ ਸ਼ਿਕਾਰ ਵੀ ਹੁੰਦੇ ਆ ਜੀ। ਬਿਲਕੁਲ, ਕਿਉਂਕਿ ਪੱਖਪਾਤ ਆਉਂਦਾ ਹੀ ਉਦੋਂ ਆ ਜਦੋਂ ਅਸੀਂ ਕੈਟਾਗਰੀਜ਼ ਵਿੱਚ ਵੰਡੇ ਜਾਂਦੇ ਆ, ਜਦੋਂ ਅਸੀਂ ਕਹਿ ਦਿੰਦੇ ਆ ਕਿ ਆ ਵਧੀਆ ਚੰਗਾ ਵੱਡਾ ਕਿਉਂਕਿ ਜਦੋਂ ਤੁਸੀਂ ਕੈਟਾਗਰੀਜ਼ ਬਣਾਓਗੇ ਨਾ ਆ ਗੋਰੇ ਆ ਕਾਲੇ ਆ ਬਰਾਊਨ ਆ ਚਾਈਨੀਜ਼ ਆ, ਫਿਰ ਤੁਸੀਂ ਇਹਨਾਂ ਕਮਿਊਨਿਟੀਜ਼ ਇਹਨਾਂ ਕੈਟਾਗਰੀਜ਼ ਵਿੱਚ ਕੁਝ ਵੱਡਾ ਕੋਈ ਚੰਗਾ ਵੀ ਕਹੋਗੇ ਤੇ ਕੋਈ ਮਾੜਾ ਵੀ ਕਹੋਗੇ। ਫਿਰ ਤੇ ਸਿੱਖ ਲਿਖ ਕੇ ਤੇ ਫਿਰ ਤੁਸੀਂ ਸਗੋਂ ਚੰਗਾ ਹੀ ਕਰ ਰਹੇ, ਮਾੜਾ ਉਹਦੇ ਚ ਕੀ ਕਰ ਰਹੇ। ਸਿੱਖ ਲਿਖ ਦਿੰਨੇ ਆ ਤਾਂ ਫਿਰ ਤੁਸੀਂ ਸਾਰੇ ਇੱਕੋ ਤਰ੍ਹਾਂ ਦੇ ਹੋ ਜਾਂਦੇ ਆ, ਫਿਰ ਉਹ ਕੈਟਾਗਰੀਜ਼ ਖਤਮ ਹੋ ਜਾਂਦੀਆਂ। ਇਹ ਸਾਡੀ ਫਿਲਾਸਫੀ ਆ। ਹੁਣ ਆਈਏ ਆਪਾਂ DNA ਵੱਲ। ਦੇਖੋ ਜਦੋਂ ਅੱਜ ਮੰਨ ਲਓ ਕਿ ਕੋਈ ਇੱਕ ਪੰਜਾਬੀ ਕਮਿਊਨਿਟੀ ਦਾ ਲੜਕਾ ਆ, ਉਹ ਇੱਥੇ UK ਆ ਜਾਂਦਾ ਹੈ ਐਂਡ ਹੀ ਗੈਟਸ ਮੈਰਿਡ ਟੂ ਸਮਬਡੀ ਹੂ ਇਜ਼ ਵਾਈਟ ਜਾਂ ਬ੍ਰਿਟਿਸ਼ ਆ ਜੀ। ਹੁਣ ਉਹਦੀ ਫਿਰ DNA ਤੁਸੀਂ ਕਿੱਦਾਂ ਉਹਨੂੰ ਸਮਝੋਗੇ ਔਰ ਉਹ ਕਿਹੜੀ ਐਥਨੀਸਿਟੀ ਚ ਆਇਆ? ਫਿਰ ਅਗਰ ਸਿਰਫ ਆਪਾਂ DNA ਦੇ ਬੇਸ ਦੇ ਉੱਪਰ ਐਥਨੀਸਿਟੀ ਦੇਖੀਏ, ਯੈਸ DNA ਤੁਹਾਡੇ ਦੇਖਣ ਜਿਹੋ ਜਿਹਾ ਤੁਸੀਂ ਤੁਹਾਡਾ ਲੁੱਕ ਆਊਟ ਹੋਊਗਾ ਉਹਦੇ ਨਾਲ ਆਉਂਦਾ ਆ। ਬਟ ਅਗੇਨ ਕਮਿੰਗ ਬੈਕ, ਐਥਨੀਸਿਟੀ ਇਜ਼ ਸਬਜੈਕਟਿਵ ਜੀ। ਉਹ ਤੁਸੀਂ ਆਪਣੇ ਆਪ ਨੂੰ ਕਿੱਦਾਂ ਡਿਫਾਈਨ ਕਰਦੇ ਆ ਉਹ ਤੁਹਾਡੀ ਮਤਲਬ ਤੁਹਾਡੀ ਜਦੋਂ ਆਪਾਂ ਗਰੁੱਪ ਫੀਲਿੰਗ ਦੀ ਗੱਲ ਕਰਦੇ ਆ ਜਾਂ ਅਸੀਂ ਗਰੁੱਪ ਫੀਲਿੰਗ ਐਜ਼ ਏ ਸਿੱਖ ਹੋਣ ਦੀ ਲੈਂਦੇ ਆ ਜਾਂ ਅਸੀਂ ਐਜ਼ ਏ ਕਿਸ ਤਰੀਕੇ ਨਾਲ ਅਸੀਂ ਆਪਣੀ ਫੀਲਿੰਗ ਨੂੰ ਸ਼ੇਅਰ ਕਰਦੇ ਹੈਗੇ ਆ, ਉਹ ਗਰੁੱਪ ਜਿੰਨਾ ਮਰਜ਼ੀ ਵੱਡਾ ਹੋਵੇ ਤੁਸੀਂ ਦੱਸਿਆ ਸੀ ਕਿ ਉਹਦਾ ਕੋਈ ਮੈਟਰ ਨਹੀਂ ਕਰਦਾ ਜੀ। ਅਗਲੀ ਗੱਲ ਜਿਹੜੀ ਆ ਹੁਣ ਜਿਹੜਾ ਸਿੱਖਾਂ ਦਾ ਦੇਖੋ, ਜਦੋਂ ਮੈਂ ਫਿਰ ਉਹੀ ਗੱਲ ਕਹਿੰਨੀ ਕਿ ਜਦੋਂ ਤੋਂ ਇਹ ਵਰਡਸ ਬਣੇ ਆਏ ਆ ਨਾ ਉਦੋਂ ਇਹੋ ਜਿਹੀਆਂ ਕੈਟਾਗਰੀਜ਼ ਹੋ ਸਕਦੀਆਂ ਸੀਗੀਆਂ। ਮੈਂ ਇੱਥੇ ਇੱਕ ਚੀਜ਼ ਕੋਟ ਕਰੂੰਗੀ, ਜਨਰਲ ਗੌਗ ਨੇ 1846 ਦੇ ਵਿੱਚ ਫਰਸਟ ਐਂਗਲੋ ਸਿੱਖ ਵਾਰ ਤੋਂ ਪਹਿਲਾਂ ਜਿਹੜਾ ਹੈਗਾ ਉਹ ਬਕਾਇਦਾ ਸਿੱਖਾਂ ਨੂੰ ਇੱਕ ਐਥਨਿਕ ਗਰੁੱਪ ਮੰਨਿਆ ਆ, ਹੈਨਾ। ਉਹਨਾਂ ਨੇ ਸਿੱਖ ਕੌਮ ਨੂੰ ਸਿੱਖ ਨੇਸ਼ਨ ਜੀ ਮੰਨਿਆ ਆ। ਉਹਨੇ ਬਕਾਇਦਾ ਉਹਨੇ ਲਿਖਿਆ ਆ ਆਪਣੀ ਕਿਤਾਬ ਦੇ ਵਿੱਚ ਕਿ ਸਿੱਖ ਨੇਸ਼ਨ ਆ, ਹੈਨਾ। ਇਸੇ ਤਰੀਕੇ ਨਾਲ ਹੀ ਸਿੱਖਾਂ ਨੂੰ ਉਹਨਾਂ ਨੇ ਮਾਰਸ਼ਲ ਰੇਸ ਵੀ ਕਿਹਾ ਆ। ਸੋ ਉਹਨਾਂ ਨੇ ਸਿੱਖਾਂ ਨੂੰ ਐਜ਼ ਅ ਰੇਸ ਵੀ ਰੈਕਗਨਾਈਜ਼ ਕੀਤਾ ਆ, ਹੈਨਾ। ਹਾਊਐਵਰ ਆਪਾਂ ਇਹ ਰੇਸ ਨਹੀਂ ਮੰਨਦੇ ਕਿਉਂਕਿ ਇਹ ਰੇਸ ਹੋਣਾ ਇੱਕ ਕੈਟਾਗਰੀ ਚ ਆ ਜਾਣਾ ਆ। ਸਿੱਖ ਜਿਹੜਾ ਆ ਉਹ ਕੈਟਾਗਰੀਜ਼ ਨੂੰ ਹੋਮੋਜਨਾਈਜ਼ ਕਰਦਾ ਆ, ਪਰ ਮੰਨਣੇ ਤੁਹਾਨੂੰ ਸਿੱਖੀ ਦੇ ਅਸੂਲ ਪੈਣਗੇ, ਹੈ ਨਾ। ਜਦੋਂ ਤੁਸੀਂ ਸਿੱਖੀ ਦੇ ਅਸੂਲਾਂ ਚ ਆ ਗਏ ਫਿਰ ਤੁਹਾਡੀ ਕੈਟਾਗਰੀ ਕੋਈ ਨਹੀਂ ਰਹਿ ਜਾਂਦੀ। ਸੋ ਐਥਨੀਸਿਟੀ ਉਦੋਂ ਤੱਕ ਤਾਂ ਮਤਲਬ ਜਦੋਂ ਤੱਕ ਇਹ ਸੀਗਾ ਕਿ ਅੰਗਰੇਜ਼ ਸਿਰਫ ਅੰਗਰੇਜ਼ਾਂ ਦੇ ਨਾਲ, ਅਫਰੀਕਨ ਸਿਰਫ ਅਫਰੀਕਨਸ ਦੇ ਨਾਲ ਆਪਸ ਚ ਰਹਿ ਸਕਦੇ ਸੀਗੇ, ਉਹ ਉਦੋਂ ਤੱਕ ਸੀਗਾ। ਹੁਣ ਜਦੋਂ ਇਸ ਤਰੀਕੇ ਨਾਲ ਇੱਕ ਗਲੋਬਲ ਵਿਲੇਜ ਬਣਦਾ ਜਾ ਰਿਹਾ ਐਂਡ ਬਹੁਤ ਸਾਰੀਆਂ ਇੰਟਰਰੇਸ਼ੀਅਲ ਮੈਰਿਜਸ ਹੋ ਰਹੀਆਂ ਹੈ ਨਾ, ਤਾਂ ਇੰਟਰ ਕਮਿਊਨਿਟੀਜ਼ ਜਿਹੜੀਆਂ ਐਕਸਚੇਂਜ ਹੋ ਰਹੀ, DNA ਨੂੰ ਤੁਸੀਂ ਆਧਾਰ ਬਣਾ ਹੀ ਨਹੀਂ ਸਕਦੇ ਕਿਸੇ ਵੀ ਐਥਨੀਸਿਟੀ ਦੇ ਵਾਸਤੇ। ਜੀ ਮਤਲਬ ਇੱਥੇ ਜਿਹੜਾ ਉਹ ਆਰਗੂਮੈਂਟ
ਥੋੜਾ ਜਿਹਾ ਫਿੱਕਾ ਪੈ ਜਾਂਦਾ ਆਈ ਥਿੰਕ ਡਿਸਮੈਂਟਲ ਹੁੰਦਾ ਹੈ ਜਦੋਂ ਤੁਸੀਂ, ਕਿਉਂਕਿ ਫਿਰ ਤੁਹਾਨੂੰ ਇਹ ਦੱਸਣਾ ਪਊਗਾ ਕਿ ਉਹ ਜਿਹੜੇ ਲੋਕ ਆ ਉਹਨਾਂ ਨੂੰ ਤੁਸੀਂ ਕਿਹੜੀ ਐਥਨੀਸਿਟੀ 'ਚ ਰੱਖਦੇ ਹੋ। ਜੀ ਬਿਲਕੁਲ ਜੀ। ਤੇ ਜਿਸਦਾ ਜੀ ਪ੍ਰੋਗਰਾਮ ਦੇ ਆਪਾਂ ਥੋੜਾ ਅਖੀਰ ਦੇ ਵਿੱਚ ਪਹੁੰਚ ਚੁੱਕੇ ਹਾਂ, ਤੇ ਥੋੜਾ ਜਿਹਾ ਇਹ ਵੀ ਕਰ ਦਿਓ ਕਿ ਦੈਵੀ ਸਿਧਾਂਤ ਤੇ ਲੌਕਿਕ ਸਿਧਾਂਤ ਇਸ ਦੇ ਵਿੱਚ ਡਿਫਰੈਂਸ਼ੀਏਟ ਕਿਸ ਤਰ੍ਹਾਂ ਹੈਗਾ। ਤੇ ਜੀ ਮੈਂ ਪਹਿਲਾਂ ਬੇਟਾ ਨੇ ਗੱਲ ਕੀਤੀ ਹੈ, ਥੋੜਾ ਜਿਹਾ ਤੁਸੀਂ ਇਹ ਕਿਹਾ ਵੀ ਉਹਨਾਂ ਨੇ ਕਿਹਾ ਵੀ ਐਥਨਿਕ ਗਰੁੱਪ ਵੀ ਹੈ ਤੇ ਸਿੱਖ ਨੇਸ਼ਨ ਵੀ ਹੈ। ਸਿੱਖ ਨੇਸ਼ਨ ਸਿੱਖ ਨੇਸ਼ਨ ਹਾਂਜੀ, ਨਾਟ ਐਥਨਿਕ ਗਰੁੱਪ। ਨਹੀਂ ਉਦੋਂ ਤਾਂ ਐਥਨਿਕ ਗਰੁੱਪ ਦੀ ਗੱਲ ਹੀ ਨਹੀਂ ਸੀ ਨਾ। ਸਿੱਖ ਨੇਸ਼ਨ ਉਹ ਤਾਂ ਚਲੋ ਨਿਬੜ ਗਈ। ਫਿਰ ਮਾਰਸ਼ਲ ਰੇਸ। ਇਹ ਸਰਦਾਰ ਜਗਜੀਤ ਸਿੰਘ ਜੀ ਦੇਖੋ ਗੱਲ ਉੱਥੇ ਆ ਗਈ ਗੁਰੂ ਨਾਨਕ ਦੀ ਸਿੱਖੀ ਤੇ। ਇਹ ਰੈਨੇਸਾਂ ਦੇ ਵੇਲੇ ਯੂਰਪ 'ਚ ਸੰਸਾਰ ਦੀ ਵਿਆਖਿਆ 'ਚ ਦੋ ਸਿਧਾਂਤ ਪ੍ਰਚਲਿਤ ਹੋਏ ਜੀ, ਦੈਵੀ ਤੇ ਲੌਕਿਕ। ਇਹਨਾਂ ਨੇ ਯੂਰਪ ਵਾਲਿਆਂ ਨੇ ਹੌਲੀ ਹੌਲੀ ਦੈਵੀ ਸਿਧਾਂਤ ਜਿਹੜਾ ਉਹ ਛੱਡ ਦਿੱਤਾ। ਇਦਾਂ ਹੀ ਹੈ ਨਾ ਜੀ। ਹਾਂਜੀ। ਹੁਣ ਆਪਣੇ ਜਿਹੜੀ ਗੱਲ ਆ ਗੁਰੂ ਨਾਨਕ ਦੀ ਸਿੱਖੀ ਜਿਹੜੀ ਆ ਇਹ ਆ ਸ਼ੁਰੂ ਹੀ ਦੈਵੀ ਸਿਧਾਂਤ ਤੋਂ ਹੋਈ। ਗੁਰਬਾਣੀ ਜਿਹੜੀ ਆ ਇਹ ਇਲਹਾਮ ਆ, ਇਹ ਕੋਈ ਫਲਸਫਾ ਨਹੀਂ ਹੈ। ਗੁਰਬਾਣੀ ਦੇ ਵਿੱਚੋਂ ਗਾਂ ਫਲਸਫੇ ਨਿਕਲਦੇ ਜੀ। ਹੁਣ ਜਿਹੜੀ ਗੁਰੂ ਨਾਨਕ ਦੀ ਸਿੱਖੀ ਇਹ ਪੈਦਾ ਇਲਹਾਮ ਚੋਂ ਹੋਈ, ਤੇ ਜਿਹੜਾ ਇਹਦਾ ਗਾਂ ਸਾਡਾ ਸਿਧਾਂਤ ਬਣਿਆ ਮੀਰੀ ਪੀਰੀ ਦਾ, ਪੀਰੀ ਦੇਵੀ ਸਿਧਾਂਤ, ਇਹਨੂੰ ਆਪਾਂ ਇਦਾਂ ਵੀ ਲੈ ਸਕਦੇ ਹਾਂ ਜੀ। ਪੀਰੀ ਦੇਵੀ ਸਿਧਾਂਤ ਹੋ ਗਿਆ, ਮੀਰੀ ਲੋਕ ਸਿਧਾਂਤ ਹੋ ਗਿਆ। ਹੁਣ ਗੁਰੂ ਨਾਨਕ ਦੀ ਸਿੱਖੀ ਤੇ ਦੋਨੋਂ ਇਕੱਠੇ ਚੱਲਦੇ ਆ ਜੀ, ਮੀਰੀ ਤੇ ਪੀਰੀ ਦੋਨੋਂ ਸਾਈਡ ਬਾਈ ਸਾਈਡ ਪੈਰਲਲ ਚੱਲਦੇ ਹੈਗੇ, ਅੱਜ ਵੀ ਚੱਲਣਗੇ ਜੀ। ਹੁਣ ਮਸਲਾ ਕਿੱਥੇ ਆਉਂਦਾ ਕਿ ਜਿਹੜੇ ਸਾਡੇ ਜਿੰਨੇ ਗਰੁੱਪ ਜਾਂ ਜੋ ਕੁਛ ਹੈ ਇਹਨਾਂ ਦੇ ਅੰਦਰੋਂ ਸਰਦਾਰ ਜਗਜੀਤ ਸਿੰਘ ਜੀ ਕੌਮੀ ਭਾਵਨਾ ਖਤਮ ਹੋ ਚੁੱਕੀ ਹੈ। ਕੌਮੀ ਭਾਵਨਾ ਜਦੋਂ ਖਤਮ ਹੋ ਜਾਏ ਤਾਂ ਫਿਰ ਸਿਧਾਂਤ ਦੀ ਕੋਈ ਪਰਵਾਹ ਨਹੀਂ ਕਰਦਾ ਜੀ ਜੀ ਜੀ। ਦੂਸਰੀ ਗੱਲ ਇਹ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਆਪਸੀ ਲੜਨ ਦੀ ਬਜਾਏ ਆਰਐਸਐਸ ਸਾਨੂੰ ਸਿੱਧੇ ਮੱਥੇ ਗੁਰੂ ਗ੍ਰੰਥ ਗੁਰੂ ਪੰਥ ਦੇ ਵਜੂਦ ਨੂੰ ਉਹਨਾਂ ਨੇ ਚੈਲੰਜ ਕੀਤਾ। ਤੁਸੀਂ ਸਾਰੇ ਇਕੱਠੇ ਹੋ ਕੇ ਜਵਾਬ ਦੇਣਾ ਤੇ ਆਰਐਸਐਸ ਵਾਲਿਆਂ ਨੂੰ ਕਾਊਂਟਰ ਕਰੋ ਜੀ ਜੀ ਕਿ ਜਿਹੜਾ ਸਿੱਖੀ ਸਿਧਾਂਤ ਹੈ ਗੁਰੂ ਗ੍ਰੰਥ ਗੁਰੂ ਪੰਥ ਦਾ ਹੈ। ਮੈਨੂੰ ਥੋੜੀ ਜਿਹੀ ਹੈਰਾਨਗੀ ਇਸ ਕਰਕੇ ਆਉਂਦੀ ਹੈ ਵੀ ਤੁਸੀਂ ਆਪ ਉਹ ਤਾਂ ਤੁਹਾਨੂੰ ਸਿੱਖ ਧਰਮ ਹੀ ਨਹੀਂ ਮੰਨਦੇ ਜੀ ਜੀ। ਮੋਦੀ ਨੇ ਬਕਾਇਦਾ ਜਿਹੜਾ ਹੁਣ ਇਹਨਾਂ ਨੇ ਕਿਤਾਬ ਜਿਹਾ ਸ਼ੁਰੂ ਕੀਤਾ ਆ ਛਾਪਿਆ ਕਿ ਨਰਿੰਦਰ ਮੋਦੀ ਤੇ ਉਹਦੀ ਸਰਕਾਰ ਦੇ ਸਿੱਖਾਂ ਨਾਲ ਖਾਸ ਰਿਸ਼ਤਾ। ਸਰਦਾਰ ਜਗਜੀਤ ਸਿੰਘ ਜੀ ਪੜ੍ਹ ਕੇ ਦੇਖੋ, ਉਹ ਸਹੀ ਮਾਇਨਿਆਂ 'ਚ ਇਹ ਐਲਾਨਨਾਮਾ ਆ ਵੀ ਸਿੱਖ ਧਰਮ ਨੂੰ ਉਹ ਹਿੰਦੂ ਧਰਮ 'ਚ ਜਜ਼ਬ ਕਰ ਚੁੱਕੇ ਆ। ਇਹ ਜਿਹੜੇ ਸਾਡੇ ਗਰੁੱਪ ਆਪਸ ਵਿੱਚ ਹੀ ਬਹਿਸਦੇ ਆ, ਇਹ ਇਹਨਾਂ ਗੱਲਾਂ ਦਾ ਨੋਟਿਸ ਕਿਉਂ ਨਹੀਂ ਲੈਂਦੇ ਜੀ 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 ਜੀ। ਆਰਐਸਐਸ ਨੇ ਸਾਡਾ ਗੁਰੂ ਗ੍ਰੰਥ ਗੁਰੂ ਪੰਥ ਦਾ ਵਜੂਦ ਖਤਮ ਕਰ ਦਿੱਤਾ, ਸਾਡਾ ਸਿਧਾਂਤ ਖਤਮ ਕਰ ਦਿੱਤਾ, ਸਾਡਾ ਇਤਿਹਾਸ ਖਤਮ ਕਰ ਦਿੱਤਾ, ਔਰ ਉਹ ਚੈਲੰਜ ਕਰਕੇ ਸਾਨੂੰ ਜਿਹੜਾ ਇੰਨਾ ਆਪਣੇ ਕਹਿ ਰਹੇ ਆ ਵੀ ਇਹ ਤਾਂ ਜੀ ਲਵ ਕੁਸ਼ ਦੀ ਔਲਾਦ ਆ ਜੀ, ਇਹਨਾਂ ਦਾ ਕੋਈ ਸਿਧਾਂਤ ਨਹੀਂ ਹੈ ਜੀ। ਔਰ ਮੈਂ ਹੈਰਾਨ ਇਸ ਗੱਲੋਂ ਆ ਵੀ ਟੈਲੀਵਿਜ਼ਨ ਤੇ ਇੱਥੇ ਮੁੱਦੇ ਪ੍ਰੋਗਰਾਮ 'ਚ 25 ਨੁਕਤੇ ਆਰਐਸਐਸ ਨੇ ਸਾਡੇ ਤੇ ਸਿਧਾਂਤਕ ਹਮਲੇ ਕੀਤੇ। ਇਹ ਦੋਨੋਂ ਗਰੁੱਪ ਕਿਸੇ ਨੇ ਜਵਾਬ ਨਹੀਂ ਦਿੱਤਾ। ਕਿਉਂ ਨਹੀਂ ਦਿੰਦੇ? ਮੈਂ ਇਹਨਾਂ ਨੂੰ ਬੇਨਤੀ ਕਰੂੰ ਕਿ ਆਪਸ ਵਿੱਚ ਹੀ ਲੜਨਾ ਛੱਡੋ ਜੀ, ਕੌਮੀ ਭਾਵਨਾ 'ਚ ਆਓ। ਜਿਹੜੇ ਸਾਡੇ ਬਾਹਰੋਂ ਅਟੈਕ ਸਾਡੇ ਧਰਮ ਨੂੰ ਖਤਮ ਕਰਨ ਲਈ, ਗੁਰੂ ਗ੍ਰੰਥ ਗੁਰੂ ਪੰਥ ਦਾ ਸਿਧਾਂਤ ਖਤਮ ਕਰਨ ਲਈ ਇਹ ਭਾਈ ਜਿਹੜੇ ਸਾਡੇ ਤੇ ਹਮਲੇ ਹੋ ਰਹੇ ਆ, ਇਹਨਾਂ ਨੂੰ ਕਾਊਂਟਰ ਕਰੋ। ਆਪਸ ਵਿੱਚ ਹੀ ਜਿਹੜੀ ਆ ਤਾਂ ਬਿਲਕੁਲ ਬੇਲੋੜਾ ਪਾ ਲੈਣਾ ਨਾ ਜੀ ਵੀ ਐਥਨੀਸਿਟੀ ਦੇ ਮੋਹਰੇ ਸਿੱਖ ਲਿਖਣ ਨਾਲ ਪਤਾ ਨਹੀਂ ਕੀ ਹੋ ਜੂ। ਬਿਲਕੁਲ ਇਹ ਤਾਂ ਗੱਲ ਬੀਬਾ ਨੇ ਕਲੀਅਰ ਬਿਲਕੁਲ। ਔਰ ਇਸ ਦੇ ਵਿੱਚ ਇੱਕ ਸਾਨੂੰ ਫਾਇਦਾ ਹੀ ਫਾਇਦਾ, ਬੜੀ ਇੱਕ ਖੂਬਸੂਰਤ ਗੱਲ ਉਹਨਾਂ ਨੇ ਕਹੀ ਸੀ। ਉਹ ਕਹਿੰਦੇ ਕਿ ਜਦੋਂ ਗੱਲਬਾਤ ਹੋ ਰਹੀ ਸੀ ਨਾ, ਉਹ ਕਹਿੰਦੇ ਕਿ ਕੋਈ ਗੱਲ ਨਹੀਂ, ਮੈਂ ਉਹਨਾਂ ਨੂੰ ਇਹੀ ਕਿਹਾ ਕਿ ਤੁਹਾਡਾ ਨੁਕਸਾਨ ਕੋਈ ਨਹੀਂ ਹੋਣ ਲੱਗਾ ਜੇ ਤੁਸੀਂ ਸਿੱਖ ਲਿਖ ਵੀ ਦਿਓਗੇ। ਮਤਲਬ ਜੇ ਆਪਾਂ ਇਹਨਾਂ ਸਾਰੇ ਆਰਗੂਮੈਂਟਸ ਨੂੰ ਦੇਖੀਏ, ਇਹਨਾਂ ਸਾਰੀ ਡਿਸਕਸ਼ਨ ਨੂੰ ਦੇਖੀਏ, ਤੇ ਗੱਲ ਇਹ ਹੁੰਦੀ ਹੈ ਕਿ ਅਸੀਂ ਜਿਹੜਾ ਹੈਗਾ ਪੱਖ ਰੱਖਣਾ ਹੁੰਦਾ ਜਾਂ ਅਸੀਂ ਜਿਹੜੇ ਸਬੂਤ ਸਾਹਮਣੇ ਰੱਖਣੇ ਹੁੰਦੇ ਆ। ਬਾਕੀ ਮਰਜ਼ੀ ਜਿਹੜੀ ਹੈਗੀ ਆ ਲੋਕਾਂ ਨੇ ਆਪਣੀ ਕਰਨੀ ਆ, ਅਸੀਂ ਕਿਸੇ ਤੇ ਪ੍ਰੈਸ਼ਰ ਨਹੀਂ ਪਾਉਂਦੇ। ਤੇ ਅਸੀਂ ਲੋਕਾਂ ਵੱਲੋਂ ਵੀ ਇਹੀ ਚਾਹੁੰਦੇ ਆ ਕਿ ਤੁਸੀਂ ਵੀ ਜਿਹੜਾ ਪ੍ਰੈਸ਼ਰਾਈਜ਼ ਨਾ ਕਰੋ, ਜਿਹੜੀ ਕਿਸੇ ਦੀ ਵਿਚਾਰਧਾਰਾ ਹੈਗੀ ਉੱਦਾਂ ਹੀ ਤੁਸੀਂ ਰਹਿਣ ਦਿਓ। ਤੁਸੀਂ ਬਸ ਉਹਦੇ ਜਿਹੜੇ ਫੈਕਟਸ ਹੈਗੇ ਨੇ ਉਹ ਦੇਖੋ ਕਿ ਅਸਲੀਅਤ ਕੀ ਹੈ, ਇਤਿਹਾਸ ਸਾਨੂੰ ਕਿੱਧਰ ਵੱਲ ਜੋੜਦਾ ਹੈਗਾ, ਇਹਦੇ 'ਚ ਕਿਹੜੇ ਪੁਆਇੰਟਸ ਜਿਹੜੇ ਆਉਂਦੇ ਹੈਗੇ ਆ। ਤੇ ਬਾਕੀ ਇੱਕ ਗੱਲ ਹੋਰ ਹੈਗੀ ਕਿ ਸੈਂਸਸ ਦੇ ਵਿੱਚ ਧਰਮ ਵਾਲਾ ਖਾਨਾ ਜਿਹੜਾ ਉਹ ਚੀਜ਼ ਨੂੰ ਮਿਸ ਨਾ ਕਰੋ। ਇਹਦੇ ਤੇ ਮੇਰਾ ਖਿਆਲ ਹਰੇਕ ਨੂੰ ਜ਼ੋਰ ਜਿਹੜਾ ਹੈ ਦੇਣਾ ਚਾਹੀਦਾ ਹੈ ਕਿ ਉੱਥੇ ਤੁਸੀਂ ਸਿੱਖ ਲਿਖਣਾ ਹੀ ਹੈਗਾ। ਕਿਤੇ ਇਹ ਨਾ ਹੋਵੇ ਕਿ ਆਪਾਂ ਮੇਨ ਗੱਲ ਨੂੰ ਰਹਿਣ ਦਈਏ ਤੇ ਬਾਕੀ ਦੀਆਂ ਜਿਹੜੀਆਂ ਬਹਿਸਾਂ ਦੇ ਵਿੱਚ ਆਪਣਾ ਕੁਝ
ਕੁਛ ਨਾ ਕੁਛ ਜਿਹੜਾ ਉਸ ਦੇ ਵਿੱਚ ਗਵਾ ਲਈਏ। ਤੇ ਅਖੀਰ ਦੇ ਕੁਝ ਕਹਿਣਾ ਚਾਹੋਗੇ ਤੁਸੀਂ ਬੀਬੀ ਗਗਨਪ੍ਰੀਤ ਕੌਰ ਜੀ? ਮੈਂ ਬਸ ਆਹੀ ਗੱਲ ਕਹਿਣਾ ਚਾਹੂੰਗੀ ਕਿ ਜਿਹੜੀਆਂ ਆਪਣੀਆਂ ਕੈਟਾਗਰੀਜ਼ ਆ ਨਾ, ਆਪਾਂ ਇਹਨਾਂ ਨੂੰ ਛੱਡਣਾ ਸ਼ੁਰੂ ਕਰੀਏ ਜੀ, ਕਿਉਂਕਿ ਸਾਡਾ ਜਿਹੜਾ ਸਾਡੀ ਆਈਡੀਓਲੋਜੀ, ਸਾਡਾ ਵਿਊ ਪੁਆਇੰਟ ਕਲੀਅਰ ਉਦੋਂ ਹੋਣਾ ਆ ਜਦੋਂ ਇਹਨਾਂ ਕੈਟਾਗਰੀਜ਼ ਨੂੰ ਆਪਾਂ ਸਿਰੇ ਤੋਂ ਨਕਾਰਨਾ ਸ਼ੁਰੂ ਕਰ ਦਾਂਗੇ। ਜੋ ਸਾਡਾ ਗੁਰੂ ਸਾਹਿਬ ਦਾ ਸਿਧਾਂਤ ਹੈ, ਹਾਂ, ਜਦੋਂ ਅਸੀਂ ਹਾਈਫਨੇਟਡ ਆਇਡੈਂਟੀਟੀਜ਼ ਨਾਲ ਰੱਖਾਂਗੇ ਨਾ, ਫਿਰ ਅਸੀਂ ਕਦੀ ਵੀ ਸਿੱਖ ਨਹੀਂ ਹੋ ਸਕਦੇ। ਉਹ ਸਾਡੀ ਮਰਜ਼ੀ ਆ, ਅਸੀਂ ਆਪਣੇ ਧੱਕੇ ਨਾਲ, ਕਿਉਂਕਿ ਚਮੜੇ ਦੀ ਜ਼ੁਬਾਨ ਆ, ਇਹਨੂੰ ਮਰੋੜਨ ਦੇ ਉੱਤੇ ਟੈਕਸ ਨਹੀਂ ਲੱਗਦਾ ਹੁੰਦਾ ਤੇ ਸ਼ਾਇਦ ਆਪਾਂ ਘੱਟ ਬੋਲਦੇ ਹੈ ਨਾ, ਪਰ ਅਸੀਂ ਉਹਦੇ ਨਾਲ ਅਸੀਂ ਜਿਹੜਾ ਮਰਜ਼ੀ ਸਿੱਖ ਲਾਈ ਚੱਲੀਏ। ਸਿੱਖ ਦੇ ਨਾਲ ਹਾਈਫਨ ਕਦੀ ਨਹੀਂ ਲੱਗ ਸਕਦਾ, ਤੁਸੀਂ ਹਾਈਫਨੇਟਡ ਨਹੀਂ ਹੋ ਸਕਦੇ। ਆਈਦਰ ਤੁਸੀਂ ਸਿੱਖ ਆ ਜਾਂ ਤੁਸੀਂ ਕੁਝ ਹੋਰ ਆ, ਮਤਲਬ ਤੁਸੀਂ ਇਹਦਾ ਮਿਕਸ ਅਪ ਨਹੀਂ ਹੋ ਸਕਦਾ, ਸਿੱਖੋ ਤੇ ਸਿੱਖੋ। ਸੋ ਤੁਹਾਨੂੰ ਕਹਿਣਾ ਜਦੋਂ ਜਿੱਦਾਂ ਉਹ ਹੈਗਾ ਵੀ ਆ ਕਿ ਕੰਸੀਡਰ ਹਿਊਮਨ ਰੇਸ ਐਜ਼ ਵਨ, ਐਂਡ ਇਫ ਯੂ ਕੰਸੀਡਰ, ਜੇ ਤੁਸੀਂ ਸਿੱਖ ਹੋ ਕੇ ਸਿੱਖਾਂ ਨੂੰ ਹੀ ਇੱਕ ਨਹੀਂ ਕੰਸੀਡਰ ਕਰ ਸਕਦੇ ਤਾਂ ਹਿਊਮਨ ਰੇਸ ਨੂੰ ਤਾਂ ਆਪਾਂ ਕਿੱਥੇ ਕੰਸੀਡਰ ਕਰਨਾ ਹੈ? ਬਿਲਕੁਲ ਜੀ। ਔਰ ਅਖੀਰ ਦੇ ਵਿੱਚ ਆਪਾਂ ਇਹੀ ਕਹਿੰਦੇ ਹੁੰਦੇ ਆ ਕਿ ਜਿੱਦਾਂ ਕੋਈ ਵੀ ਇਨਸਾਨ ਜਿਹੜਾ ਹੈਗਾ ਕੋਈ ਸੰਪੂਰਨ ਨਹੀਂ ਹੁੰਦਾ, ਤੇ ਆਪਾਂ ਇਹ ਨਾ ਸੋਚਿਆ ਕਰੀਏ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਥੋੜੇ ਬਹੁਤੇ ਯੋਗਦਾਨ ਤੇ ਹੋਣਗੇ, ਤੇ ਆਪਾਂ ਇਹ ਨਾ ਹੋਵੇ ਕਿ ਅਸੀਂ ਕਿਸੇ ਵਾਰੀ ਕਿਸੇ ਇਨਸਾਨ ਨੂੰ ਜਿਹੜਾ ਇੰਨਾ ਉੱਪਰ ਲੈ ਜਾਂਦੇ ਹੈਗੇ ਆ, ਅਸੀਂ ਇਹ ਚਾਹੁੰਦੇ ਹੈਗੇ ਕਿ ਜੋ ਉਹਨੇ ਕਹਿਤਾ ਅਸੀਂ ਉਹੋ ਹੀ ਮੰਨਣਾ ਹੈ ਤੇ ਉਹੋ ਹੀ ਸੱਤ ਹੈ। ਉਹ ਗੱਲਾਂ ਦੇ ਵਿੱਚ ਆਪਾਂ ਨਾ ਪਈਏ, ਆਪਾਂ ਸਿਰਫ ਗੁਰੂ ਦੇ ਨਾਲ ਜੁੜੀਏ, ਬੰਦਿਆਂ ਦੇ ਨਾਲ ਜਿਹੜਾ ਜੁੜਨਾ ਬੰਦ ਕਰੀਏ, ਕਿਉਂਕਿ ਜੋ ਗੁਰੂ ਦਾ ਸਿਧਾਂਤ ਹੈ ਉਹ ਸਾਨੂੰ ਸਹੀ ਦਿਸ਼ਾ ਹੀ ਲੈ ਕੇ ਜਾਏਗਾ। ਜੇ ਗੁਰੂ ਦਾ ਸਿਧਾਂਤ ਸਾਨੂੰ ਕਹਿੰਦਾ ਹੈ ਕਿ ਅਸੀਂ ਸਿੱਖ ਹੈਗੇ ਆ ਤੇ ਬਾਕੀ ਸਾਰੀਆਂ ਚੀਜ਼ਾਂ ਜੇ ਗੁਰੂ ਨੇ ਰਿਜੈਕਟ ਕੀਤੀਆਂ ਹੈਗੀਆਂ, ਤੇ ਫਿਰ ਸਾਡਾ ਜਿਹੜਾ ਰਿਸ਼ਤਾ ਹੈ ਅਨੰਦਪੁਰ ਸਾਹਿਬ ਦੇ ਨਾਲ ਹੀ ਜੁੜੇਗਾ। ਸਾਡਾ ਧਾਰਮਿਕ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੋਣਗੇ, ਸਾਡੇ ਧਾਰਮਿਕ ਮਾਤਾ ਜੀ ਮਾਤਾ ਸਾਹਿਬ ਕੌਰ ਜੀ ਹੋਣਗੇ, ਤੇ ਉੱਥੇ ਸਾਨੂੰ ਫਿਰ ਜਿਹੜਾ ਹੈ ਸਿੱਖ ਹੀ ਲਿਖਣਾ ਪਵੇਗਾ। ਪਹਿਲਾਂ ਵੀ ਸਿੱਖ, ਹੁਣ ਵੀ ਸਿੱਖ ਤੇ ਬਾਅਦ ਚ ਵੀ ਸਿੱਖ। ਬਾਕੀ ਦੀਆਂ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਬਾਅਦ ਦੇ ਵਿੱਚ ਹੀ ਆਉਂਦੀਆਂ ਨੇ। ਅੱਜ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਕਾਲ ਕਰਕੇ ਤੁਸੀਂ ਜ਼ਰੂਰ ਦੱਸਿਓ। ਸਾਡਾ ਸਟੂਡੀਓ ਦਾ ਨੰਬਰ ਹੈ 0121551101 ਤੇ ਅਖੀਰ ਦੇ ਵਿੱਚ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ, ਕਿਰਨਪ੍ਰੀਤ ਕੌਰ ਹੋਣਾ ਦਾ ਧੰਨਵਾਦ ਕਰਦੇ ਹਾਂ, ਜਥੇਦਾਰ ਮਹਿੰਦਰ ਸਿੰਘ ਦਾ ਧੰਨਵਾਦ ਕਰਦੇ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਾਂ ਬੇਸਿਕ ਟਰਮਸ ਦੇ ਵਿੱਚ ਦੇਖੀਏ